ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿਸ ਨੂੰ ਕਿ UGC ਵੱਲੋਂ ਸੈਂਟਰ ਫਾਰ ਐਡਵਾਂਸ ਸਟੱਡੀਜ਼ ਦਾ ਦਰਜਾ ਪ੍ਰਾਪਤ ਹੈ, ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਬਾਣੀ ਟੀਕਾਕਾਰੀ ਦਾ ਅਧਿਐਨ ਅਤੇ ਬਾਣੀ ਵਿਆਖਿਆ ਸਿਰਲੇਖ ਅਧੀਨ ਮਿਤੀ 6/9/2020 ਤੋਂ ਮਿਤੀ 13/9/2020 ਤੱਕ 7 ਰੋਜ਼ਾ ਵੈਬੀਨਾਰ ਕਰਵਾਇਆ ਗਿਆ। ਇਸ ਵੈਬੀਨਾਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਬਾਣੀ ਦੀ ਵਿਆਖਿਆ ਅਤੇ ਟੀਕਾਕਾਰੀ ਬਾਬਤ ਵਿਦਵਾਨਾਂ ਵੱਲੋਂ ਨਿੱਠ ਕੇ ਚਰਚਾ ਕੀਤੀ ਗਈ। ਇਸ ਵੈਬੀਨਾਰ ਵਿੱਚ ਦਲਬੀਰ ਸਿੰਘ ਪੰਨੂ ਜੀ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਉਹਨਾਂ ਪੰਜਾਬੀ, ਭਾਰਤੀ ਅਤੇ ਵਿਸ਼ਵ ਪੱਧਰ 'ਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਖਸੀਅਤ ਬਾਬਤ ਲੋਕਾਂ ਦੇ ਦ੍ਰਿਸ਼ਟੀਕੋਣ ਦੇ ਹਵਾਲੇ ਨਾਲ ਚਰਚਾ ਕੀਤੀ। ਆਓ ਸੁਣਦੇ ਹਾਂ ਦਲਬੀਰ ਸਿੰਘ ਪੰਨੂ ਜੀ ਦੇ ਵਿਚਾਰ। ਆਪਾਂ ਅੱਜ ਗੱਲਬਾਤ ਕਰਾਂਗੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਹਿਸਟਰੀ ਦੇ ਬਾਰੇ, ਜਿਹੜੇ ਸੋਰਸਿਸ ਅਵੇਲੇਬਲ ਨੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਾਂਗਾ ਆਪਣੇ ਅੱਜ ਦੇ ਟੌਪਿਕ ਦੀ ਫਾਰਸੀ ਸੋਰਸਿਸ ਤੋਂ, ਪਰਸ਼ੀਅਨ ਸੋਰਸਿਸ ਤੋਂ। ਵੈਸੇ ਮੈਂ ਇਹ ਦੱਸਦਾ ਜਾਵਾਂ ਕਿ ਮੇਰਾ ਜਿਹੜਾ ਮੁੱਖ ਕੰਮ ਹੈਗਾ ਉਹ ਪਾਕਿਸਤਾਨ ਦੇ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਹੈ, ਤੇ ਉੱਥੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਇਲਾਕੇ ਦੇ ਵਿੱਚ ਨਹੀਂ ਗਏ। ਉੱਥੇ ਇੱਕ ਚੈਪਟਰ ਹੈ ਮੁਹੰਮਦੀਪੁਰ, ਮੇਰੀ ਕਿਤਾਬ ਦੇ ਵਿੱਚ ਸਭ ਤੋਂ ਵੱਡਾ ਚੈਪਟਰ ਹੈ ਉਹ, ਜਿਹਦੇ ਵਿੱਚ ਕਿ ਆਪਣਾ ਮਿਹਰਬਾਨ, ਉਹਨਾਂ ਦੇ ਫਾਦਰ ਪ੍ਰਿਥੀ ਚੰਦ, ਉਹਨਾਂ ਦੀ ਸਟੋਰੀ ਹੈਗੀ ਹੈ। ਤੇ ਮੁੜ ਕੇ ਉਹਨਾਂ ਦੀ ਫੈਮਿਲੀ ਜਦੋਂ ਦਰਬਾਰ ਸਾਹਿਬ ਮੂਵ ਹੁੰਦੀ ਆ, ਉਦੋਂ ਗੁਰੂ ਤੇਗ ਬਹਾਦਰ ਜੀ ਦਾ ਉੱਥੇ ਜਾਣਾ ਹੁੰਦਾ ਹੈ, ਜਿੱਥੇ ਇੰਟਰੈਕਸ਼ਨ ਹੋਣ ਕਰਕੇ ਮੈਨੂੰ ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹਨ ਦਾ ਮੌਕਾ ਮਿਲਿਆ ਸੀ। ਸੋ ਉਹ ਜਿਹੜੀਆਂ ਗੱਲਾਂ ਮੈਂ ਕੁਝ ਸਾਲ ਪਹਿਲਾਂ ਲਿਖੀਆਂ ਸਨ, ਉਹਨਾਂ ਬਾਰੇ ਰਿਸਰਚ ਕੀਤੀ ਸੀ, ਉਹ ਤੁਹਾਡੇ ਨਾਲ ਹੁਣ ਜਿਹੜੀ ਮੈਂ ਸ਼ੇਅਰ ਕਰਨ ਜਾ ਰਿਹਾ ਕਿ ਆਪਾਂ ਗੁਰੂ ਸਾਹਿਬ ਨੂੰ ਆਪਣੀ ਹਿਸਟਰੀ ਵਿੱਚ ਕਿਵੇਂ ਲੈਂਦੇ ਆ, ਤੇ ਗੁਆਂਢੀ ਮੁਲਕ ਪਾਕਿਸਤਾਨ ਜਾਂ ਹੋਰ ਦੁਨੀਆ ਭਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਕਿਵੇਂ ਦੇਖਿਆ ਜਾਂਦਾ। ਇਸ ਕਰਕੇ ਮੈਂ ਜ਼ਰੂਰ ਸੋਚਿਆ ਇਹ ਕਿ ਜਿੱਥੇ ਆਪਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 400 ਸਾਲਾ ਐਨੀਵਰਸਰੀ ਉਹਨਾਂ ਦੀ ਮਨਾ ਰਹੇ ਆ, ਬਰਥ ਐਨੀਵਰਸਰੀ, ਆਪਣੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਜਿੱਥੇ ਕਿਤੇ ਉਹਨਾਂ ਦੇ ਬਾਰੇ ਕੁਝ ਇਹੋ ਜਿਹੀ ਚੀਜ਼ਾਂ ਲਿਖੀਆਂ ਹੋਈਆਂ ਜਿਹੜੀਆਂ ਕ੍ਰਿਟੀਕਲ ਨੇ, ਆਪਾਂ ਉਹਨਾਂ ਤੋਂ ਡਰੀਏ ਨਾ, ਘਬਰਾਈਏ ਨਾ। ਆਪਾਂ ਕੋਲ ਬਹੁਤ ਤੱਥ ਨੇ, ਗੁਰੂ ਸਾਹਿਬ ਨੇ ਆਪਾਂ ਨੂੰ ਬਹੁਤ ਆਪਣੇ ਆਪ ਹੀ ਇਹੋ ਜਿਹੇ ਜਿਹੜੇ ਹੈਗੇ ਨਾਲ ਤੱਥ ਪ੍ਰਦਾਨ ਕੀਤੇ ਹੋਏ ਆ ਕਿ ਆਪਾਂ ਉਹਨਾਂ ਨੂੰ ਬਹੁਤ ਵਧੀਆ ਟੈਕਲ ਕਰ ਸਕਦੇ ਹਾਂ। ਸੋ ਮੈਂ ਅੱਜ ਉਹੀ ਕੋਸ਼ਿਸ਼ ਕਰੂੰਗਾ, ਉਹ ਸਰੋਤਾਂ ਨੂੰ ਗੱਲ ਕਰਾਂਗੇ, ਔਰ ਜਿਹੜੇ ਸਰੋਤ ਕ੍ਰਿਟੀਕਲ ਨੇ ਉਹਨਾਂ ਦਾ ਨਾਲ ਮੈਂ ਐਨਾਲਿਟੀਕਲ ਜਿਹੜਾ ਆਪਣੇ ਵੱਲੋਂ ਐਨਾਲਿਸਿਸ ਜਿਹੜਾ ਉਹ ਕਰਦਾ ਜਾਵਾਂਗਾ। ਸਭ ਤੋਂ ਪਹਿਲਾਂ ਜਿਹੜਾ ਮੈਨੂੰ ਸਰੋਤ ਮਿਲਿਆ ਹੈ ਉਹ ਗੁੱਡ ਸਰੋਤ ਹੈ। ਗੁੱਡ ਸਰੋਤ ਮੈਂ ਇਹ ਕਿਹਾ ਕਿਉਂਕਿ ਜ਼ਿਆਦਾਤਰ ਫਾਰਸੀ ਸਰੋਤ ਜਿਹੜੇ ਨੇ ਉਹ ਕ੍ਰਿਟੀਕਲ ਕਹੇ ਜਾਂਦੇ ਨੇ, ਇਸ ਕਰਕੇ ਲੋਕੀ ਇਹਨਾਂ ਬਾਰੇ ਗੱਲਬਾਤ ਕਰਨੀ ਜਿਹੜੀ ਉਹ ਪਸੰਦ ਨਹੀਂ ਕਰਦੇ। ਇਹਦੇ ਬਾਰੇ ਹਾਇਰ ਸਟੱਡੀ ਵੀ ਬਹੁਤ ਘੱਟ ਹੋਈ ਹੈ, ਕਿਉਂਕਿ ਜਿਹੜੀ ਗੱਲਾਂ 'ਚ ਜ਼ਿਆਦਾ ਪ੍ਰਸ਼ੰਸਾਵਾਚਕ ਹੋਣ ਜਾਂ ਸੌਖੀਆਂ ਹੋਣ ਉਹਦੇ ਉੱਪਰ ਕੰਮ ਕਰਨਾ ਸੌਖਾ ਹੈ। ਜਿੱਥੇ ਕਿਸੇ ਨੇ ਕੋਈ ਗਲਤ ਅਲਫਾਜ਼ ਲਿਖੇ ਹੋਏ ਆ, ਉਹਨੂੰ ਟੈਕਲ ਕਰਨਾ ਜਿਹੜਾ ਹੈਗਾ ਮੁਸ਼ਕਿਲ ਹੋ ਜਾਂਦਾ। ਸੋ ਜਿਹੜਾ ਪਹਿਲਾ ਫਾਰਸੀ ਸਰੋਤ ਹੈ ਉਹ ਭਾਈ ਨੰਦ ਲਾਲ ਗੋਆ ਜੀ ਦਾ, ਆਪਾਂ ਸਭ ਨੇ ਉਹਨਾਂ ਦਾ ਨਾਮ ਸੁਣਿਆ ਹੋਇਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10ਵੇਂ ਪਾਤਸ਼ਾਹੀ ਦੇ ਦਰਬਾਰੀ ਕਵੀ ਹੋਣ ਦਾ ਵੀ ਉਹਨਾਂ ਨੂੰ ਮਾਣ ਪ੍ਰਾਪਤ ਸੀ। ਇਹਨਾਂ ਦੀ ਮੈਂ ਭਾਈ ਨੰਦ ਲਾਲ ਗੋਆ ਜੀ ਦੀ ਥੋੜੀ ਜਿਹੀ ਬੈਕਗਰਾਉਂਡ ਦੱਸਦਾ ਜਾਵਾਂ ਕਿ ਕਿਹਾ ਜਾਂਦਾ ਕਿ ਪਹਿਲਾਂ ਇਹ ਔਰੰਗਜ਼ੇਬ ਦਾ ਜਿਹੜਾ ਪੁੱਤਰ ਸੀ ਸ਼ਹਿਜ਼ਾਦਾ ਮੁਅੱਜ਼ਮ, ਉਹਦੇ ਕੋਲ ਨੌਕਰੀ ਕਰਦੇ ਸੀ। ਉੱਥੇ ਇੱਕ ਵਾਰ ਇਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਕੁਰਾਨ ਦੀ ਕਿਸੇ ਆਇਤ ਦੀ ਟ੍ਰਾਂਸਲੇਸ਼ਨ ਕੀਤੀ ਜਾਂ ਵਿਆਖਿਆ ਕੀਤੀ, ਜਿਸ ਤੋਂ ਬਾਅਦ ਔਰੰਗਜ਼ੇਬ ਨੇ ਚਾਹਿਆ ਵੀ ਇਹ ਇੰਨਾ ਜਿਹੜਾ ਸਕਾਲਰ ਬੰਦਾ ਹੈ ਇਹ ਇਸਲਾਮ ਧਾਰਨ ਕਰ ਲਵੇ। ਤੇ ਉਸ ਵੇਲੇ ਜਿਹੜੇ ਸੀਗੇ ਇਹ ਨਾਰਾਜ਼ ਹੋ ਕੇ ਜਾਂ ਡਰ ਕੇ ਭਾਈ ਨੰਦ ਲਾਲ ਗੋਆ ਜੀ ਔਰੰਗਜ਼ੇਬ ਨੂੰ ਛੱਡ ਕੇ, ਉਹਦੇ ਬੇਟੇ ਨੂੰ ਛੱਡ ਕੇ, ਸ਼ਹਿਜ਼ਾਦਾ ਮੁਅੱਜ਼ਮ ਨੂੰ ਛੱਡ ਕੇ 10ਵੇਂ ਪਾਤਸ਼ਾਹ ਦੇ ਦਰਬਾਰ 'ਚ ਪਹੁੰਚ ਗਏ ਤੇ ਮੁੜ ਕੇ ਲਾਈਫ ਲੌਂਗ ਇਹਨਾਂ ਦੇ ਨਾਲ ਹੀ ਰਹੇ। ਜਿਹੜੀਆਂ ਇਹਨਾਂ ਦੀ ਰਚਨਾਵਾਂ ਨੇ ਉਹ ਹਿਸਟੋਰੀਕਲ ਤਾਂ ਨਹੀਂ ਨੇ, ਪਰ ਇਹਨਾਂ ਨੇ ਪੂਰੇ ਪਿਆਰ ਦੇ ਨਾਲ ਭਿੱਜ ਕੇ ਐਡਜੈਕਟਿਵਸ ਜਾਂ ਜੋ ਕੀਤੇ ਹੋਏ ਨੇ ਉਹ ਫਾਰਸੀ ਦੇ ਵਿੱਚ ਬਾ ਕਮਾਲ ਨੇ। ਮੇਰੇ ਕੋਲ ਮੇਰੇ ਡੈਂਟਲ ਆਫਿਸ ਦੇ ਵਿੱਚ ਜਿਹੜਾ ਸਟਾਫ ਹੈਗਾ ਉਹ ਈਰਾਨ, ਅਫਗਾਨਿਸਤਾਨ, ਤੁਰਕੀ, ਇਹਨਾਂ ਕੰਟਰੀਜ਼ ਤੋਂ ਬਹੁਤ ਮੈਂ ਸਟਾਫ ਹਾਇਰ ਕਰਦਾ ਕਿਉਂਕਿ ਮੇਰਾ ਇੰਟਰਸਟ ਹੀ ਇਸ ਖਿੱਤੇ ਦੇ ਨਾਲ ਹੈ। ਸੋ ਉਹਨਾਂ ਨੂੰ ਵੀ ਮੈਂ ਜਦੋਂ ਇਹ ਕਵਿਤਾਵਾਂ ਵਗੈਰਾ ਪੜ੍ਹਾਈਆਂ ਤੇ ਉਹ ਆਸ਼ਿਸ਼ ਕਰ ਉੱਠੇ ਕਿ ਬਹੁਤ ਜ਼ਬਰਦਸਤ ਜਿਹੜੀ ਹੈਗੀ ਲਿਖਣੀ ਹੈਗੀ ਹੈ। ਭਾਈ ਨੰਦ ਲਾਲ ਜੀ ਦੀਆਂ 7 ਜਿਹੜੀਆਂ ਰਚਨਾਵਾਂ ਨੇ ਇਹ ਆਪਾਂ ਨੂੰ ਫਾਰਸੀ 'ਚ ਮਿਲਦੀਆਂ ਨੇ। ਤੌਸੀਫੋ ਸਨਾ, ਦੀਵਾਨੇ ਗੋਇਆ, ਜ਼ਿੰਦਗੀਨਾਮਾ, ਜੋਤ ਵਿਗਾਸ, ਅਰਜ਼ੁਲ ਅਲਫਾਜ਼, ਦਸਤੂਰ ਇੰਸ਼ਾ ਤੇ ਗੰਜਨਾਮਾ। ਇਹਨਾਂ ਚੋਂ ਅੱਜ ਆਪਾਂ ਜਿਹੜੀ ਦੀ ਗੱਲਬਾਤ ਕਰਾਂਗੇ ਉਹ ਹੈਗੀ ਹੈ ਜਿਹਦੇ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕੁਝ ਲਾਈਨਾਂ ਦਰਜ ਨੇ। ਵੈਸੇ ਅਰਜ਼ੁਲ ਅਲਫਾਜ਼ ਦੇ ਵਿੱਚ ਵੀ ਹੈਗੇ ਨੇ, ਪਰ ਅੱਜ ਆਪਾਂ ਗੱਲ ਕਰਾਂਗੇ ਗੰਜਨਾਮਾ ਦੀ। ਗੰਜਨਾਮਾ ਜਿਹੜਾ ਹੈਗਾ ਉਹਦੇ ਵਿੱਚ ਆਪਾਂ ਨੂੰ ਅਕਸਰ ਆਪਾਂ ਜਿਹੜਾ ਨੋਰਮਲੀ ਜ਼ਿਆਦਾਤਰ ਜਿਹੜੀ ਆਪਾਂ ਗੱਲ ਨੋਰਮਲ ਜਿਹੜੀ ਆਪਾਂ ਸਭ ਸੁਣਦੇ ਹਾਂ, ਜਿਹੜੀ ਆਪਾਂ ਸਾਰੇ ਉਹਨੂੰ ਕਈ ਵਾਰੀ ਰਿਪੀਟ ਕਰਦੇ ਜਾਂ ਟੀਵੀ ਤੇ ਸੁਣਦੇ ਹਾਂ, ਉਹ 10ਵੇਂ ਪਾਤਸ਼ਾਹ ਬਾਰੇ ਵੈਸੇ ਹੈਗੀ ਆ। ਨਾਸਿਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹਕ ਲਾ ਗੰਜੂਰ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ। ਮਤਲਬ ਉਹਨਾਂ ਦੀ ਪ੍ਰੇਜ਼ ਦੇ ਵਿੱਚ ਲਿਖਿਆ ਹੋਇਆ। ਪਰ ਬਹੁਤ ਘੱਟ ਲੋਕੀ ਜਾਣਦੇ ਨੇ ਕਿ ਭਾਈ ਨੰਦ ਲਾਲ ਗੋਆ ਜੀ ਨੇ ਗੁਰੂ ਤੇਗ ਬਹਾਦਰ ਜੀ ਬਾਰੇ ਵੀ ਲਿਖਿਆ। ਉਹ ਮੈਂ ਫਾਰਸੀ ਦੇ ਵਿੱਚ ਜਿਹੜਾ ਆਪਣੇ ਸਟਾਫ ਕੋਲੋਂ ਇਹ ਮੈਂ ਦੱਸ ਦਵਾਂ ਕਿ ਇਹ ਜਿਹੜੀ ਜ਼ਿਆਦਾਤਰ ਫਾਰਸੀ ਦੀਆਂ ਲਿਖਤਾਂ ਹੈਗੀਆਂ
ਇੱਥੇ ਮੈਂ ਇਹ ਨੋਟ ਕੀਤਾ ਕਿ ਮੇਰੇ ਕੋਲ ਸਟਾਫ ਮੈਂਬਰ ਈਰਾਨ ਦੇ ਵੀ ਹੈਗੇ ਨੇ, ਇਰਾਕ ਦੇ ਵੀ, ਅਫਗਾਨਿਸਤਾਨ ਦੇ ਵੀ, ਪਾਕਿਸਤਾਨ ਦੇ ਵੀ। ਕਿਸੇ ਇੱਕ ਬੰਦੇ ਕੋਲੋਂ ਇਹ ਲਾਈਨਾਂ ਪੜ੍ਹਨੀ ਹੁੰਦੀਆਂ, ਭਾਵੇਂ ਉਹ ਉੱਥੇ ਦੇ ਉਹ ਮੂਲ ਨਿਵਾਸੀ ਨੇ, ਤਾਂ ਵੀ ਇਹ ਪੁਰਾਣੀ ਜਿਹੜੀ ਇੰਡੋ ਪਰਸ਼ੀਅਨ ਹੈ, ਮਿਕਸਚਰ ਹੈਗਾ ਇਹ ਸਾਰੀ ਬੈਲਟ ਦਾ। ਸੋ ਇਹ ਲਾਈਨਾਂ ਮੈਂ ਅਲੱਗ-ਅਲੱਗ ਕੋਲੋਂ ਪੜ੍ਹਾ ਕੇ ਉਹਨਾਂ ਦੇ ਵੱਲੋਂ ਜਿੱਦਾਂ ਉਹ ਅੰਗਰੇਜ਼ੀ ਚ ਟ੍ਰਾਂਸਲਿਟਰੇਸ਼ਨ ਕਰਕੇ ਕੁਝ ਪ੍ਰੈਕਟਿਸ ਕੀਤੀ ਹੋਈ ਹੈ। ਸੋ ਜਿਹੜੀ 9ਵੇਂ ਪਾਤਸ਼ਾਹ ਦੀ ਸਿਫਤ ਵਿੱਚ ਭਾਈ ਨੰਦ ਲਾਲ ਜੀ ਨੇ ਕਿਹਾ, ਉਹ ਲਿਖਦੇ ਨੇ, ਗੁਰੂ ਤੇਗ ਬਹਾਦਰ ਸਰਾਪਾ ਅਸਫਾਓ ਜ਼ੀਨਤ ਅਰਾਏ ਮਹਿਫਿਲ ਜਾਹੋ ਜਲਾਲ ਅਨਵਾਰੇ ਹਕ ਅਜ਼ ਵਜੂਦ ਪਾਕਿਜ਼ रोशन हर दो आलम जे फैज फलजस रोशन हक अज हमा बर गुजीदगा वजूदिगश तस्लीमो रजा रा निको संदियश। ਉਹਨਾਂ ਦੀ ਤਾਰੀਫ ਦੇ ਵਿੱਚ, ਮਤਲਬ ਉਹਨਾਂ ਦੀ ਸਿਫਤ ਦੇ ਵਿੱਚ ਕਿ ਉਹ ਸਿਰ ਤੋਂ ਪੈਰਾਂ ਤੱਕ ਜਿਹੜੇ ਹੈਗੇ ਨੇ ਉਹ ਬਜ਼ੁਰਗੀਅਤ ਦੀ ਮੂਰਤ ਨੇ, ਸਾਰਾ ਉਹਨਾਂ ਦਾ ਜਾਹੋ ਜਲਾਲ ਬਹੁਤ ਹੈ, ਉਹਨਾਂ ਦੀ ਸ਼ਿੰਗਾਰ ਸੂਰਤ ਵਧੀਆ ਹੈ। ਸੋ ਇਹ ਮਤਲਬ ਉਹਨਾਂ ਨੇ ਜਿਵੇਂ ਹੀ ਆਪਾਂ ਪਹਿਲਾਂ 10ਵੇਂ ਪਾਤਸ਼ਾਹੀ ਬਾਰੇ ਉਹਨਾਂ ਦੀ ਸਿਫਤ ਦੇ ਵਿੱਚ ਜਿਹੜੇ ਸੀਗੇ ਉਹ ਐਡਜੈਕਟਿਵਸ ਐਡ ਕੀਤੇ ਹੋਏ ਨੇ, ਆਪਾਂ ਬਿਲਕੁਲ ਉਹੀ ਚੀਜ਼ ਹੁਣ ਜਿਹੜੀ ਹੈਗੀ ਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਲਿਖੀ ਹੋਈ ਭਾਈ ਨੰਦ ਲਾਲ ਜੀ ਗੋਆ ਵੱਲੋਂ ਜਿਹੜੀ ਹੈਗੀ ਆ ਸੁਣੀ ਹੈ। ਜਿਹੜਾ ਨੈਕਸਟ ਸੋਰਸ ਫਾਰਸੀ ਦੇ ਵਿੱਚ, ਪਹਿਲਾਂ ਮੈਂ ਸਾਰੇ ਫਾਰਸੀ ਸੋਰਸਿਸ ਦੀ ਗੱਲ ਕਰਾਂਗਾ, ਜਿਹੜਾ ਨੈਕਸਟ ਸੋਰਸ ਆਉਂਦਾ ਹੈ ਉਹ ਬੜਾ ਇੰਟਰਸਟਿੰਗ ਹੈ, ਕਿਉਂਕਿ ਮੈਨੂੰ ਪਰਸਨਲੀ ਉਹ ਤੋਂ ਬਹੁਤ ਆਸ ਸੀ ਕਿ ਮੈਨੂੰ ਹਿਸਟਰੀ ਦੀ ਡਿਟੇਲ ਮਿਲੂਗੀ। ਮੈਂ ਵੈਸੇ ਮੇਰਾ ਸ਼ੌਂਕ ਹਿਸਟਰੀ, ਪੈਸ਼ਨ ਜਿਹੜਾ ਉਹ ਹਿਸਟਰੀ ਦਾ ਹੈਗਾ ਹੈ, ਮੋਰ ਦੈਨ ਰਿਲੀਜੀਅਸ ਥੀਓਲੋਜੀ। ਸੋ ਉਹ ਹੈਗਾ ਖੁਲਾਸਤ ਤਵਰੀਖ ਸੁਜਨ ਰਾਏ ਭੰਡਾਰੀ ਜੀ ਦੀ। ਇਹ ਵੀ ਆਲਮੋਸਟ ਸੇਮ ਟਾਈਮ ਤੇ ਲਿਖੀ ਗਈ ਹੈ। ਭਾਈ ਨੰਦ ਲਾਲ ਗੋਆ ਜੀ ਦੀ ਵੀ ਲਿਖਤ ਜਿਹੜੀ ਹੈਗੀ ਆ ਖਾਲਸਾ ਪੰਥ ਦੀ ਸਾਜਨਾ ਤੋਂ 4-5 ਸਾਲ ਪਹਿਲਾਂ, ਕਹਿੰਦੇ ਆ ਵੀ ਕਿਹਾ ਜਾਂਦਾ, ਐਗਜ਼ੈਕਟ ਡੇਟ ਤਾਂ ਨਹੀਂ ਪਤਾ, ਵੀ 1695 94 ਉਦੋਂ ਦੀ ਲਿਖੀ ਹੋਈ ਹੈ। ਖੁਲਾਸਤ ਤਵਰੀਖ ਦੀ ਜਿਹੜੀ ਫਾਈਨਲ ਐਡੀਟਿੰਗ ਉਹਨਾਂ ਨੇ ਕੰਪਲੀਟ ਕਰ ਲਈ ਸੁਜਨ ਰਾਏ ਭੰਡਾਰੀ ਨੇ, ਇਹ ਵੀ 1696 ਚ ਕੀਤੀ ਹੈ। ਪਰ ਇਹਨਾਂ ਨੇ ਵੀ ਉਹਦੇ ਵਿੱਚ ਕੋਈ ਖਾਸ ਜ਼ਿਆਦਾ ਡਿਟੇਲ ਨਹੀਂ ਦਿੱਤੀ। ਔਰ ਇੱਕ ਮੈਨੂੰ ਬੜੀ ਹੈਰਾਨੀ ਹੋਈ ਹੈ ਕਿ ਸੁਜਨ ਰਾਏ ਭੰਡਾਰੀ ਜੀ ਨੇ ਖੁਲਾਸਤ ਤਵਰੀਖ, ਜਦੋਂ ਮੈਂ 5ਵੇਂ ਪਾਤਸ਼ਾਹੀ ਬਾਰੇ ਰਿਸਰਚ ਕਰ ਰਿਹਾ ਸੀ, ਉਹਨਾਂ ਦੀ ਸ਼ਹਾਦਤ ਬਾਰੇ ਵੀ ਕੋਈ ਉਹਨੇ ਡਿਟੇਲ ਦੇਣੀ ਜਿਹੜੀ ਹੈਗੀ ਆ ਉਹ ਜ਼ਰੂਰੀ ਨਹੀਂ ਸਮਝਦੀ, ਡਿਊ ਟੂ ਸਮ ਅਨਨੋਨ ਰੀਜ਼ਨ ਵਿਚ ਹੈਲਪਡ ਮੀ ਐਕਚੁਅਲੀ ਟੂ ਡੂ ਰਿਸਰਚ ਲੋਟ ਮੋਰ। ਪਈ ਉਹ ਕਿਸੇ ਵੱਖਰੇ ਟੌਪਿਕ ਹੈਗਾ, ਆਪਾਂ ਵਿਲ ਡਿਸਕਸ ਮੋਰ, ਬਟ ਆਈ ਫੀਲ ਕਿ ਉਹਨਾਂ ਨੇ ਜ਼ਿਆਦਾ ਡਿਟੇਲ ਕਿਉਂ ਨਹੀਂ ਦਿੱਤੀ। ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਸ਼ਹਾਦਤ ਬਾਰੇ ਤਾਂ ਬਿਲਕੁਲ ਹੀ ਨਹੀਂ ਹੈਗੀ। ਗੁਰੂ ਤੇਗ ਬਹਾਦਰ ਜੀ ਬਾਰੇ ਵੀ ਉਹਨਾਂ ਨੇ 1-2 ਲਾਈਨਾਂ ਲਿਖ ਕੇ ਸਾਰ ਦਿੱਤਾ। ਪਰ ਜਿਹੜੀ ਚੀਜ਼ ਮੈਨੂੰ ਖਾਸੀਅਤ ਲੱਭੀ ਹੈ ਖੁਲਾਸਤ ਤਵਰੀਖ ਦੇ ਵਿੱਚੋਂ, ਉਹ ਲੱਭੀ ਹੈ ਡੇਟਾਂ ਦਾ ਅੰਤਰ। ਉਹਨਾਂ ਨੇ 3 ਅਲੱਗ-ਅਲੱਗ ਤਰੀਕਾਂ ਦਿੱਤੀਆਂ ਨੇ ਜਿਹੜੀਆਂ ਆਪਸ ਵਿੱਚ ਹੀ ਮੈਚ ਨਹੀਂ ਕਰਦੀਆਂ। ਪਹਿਲੀ ਉਹ ਲਿਖਦੇ ਨੇ ਕਿ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਦੇ ਬੇਟੇ ਸਨ, ਤੇ ਉਹ ਆਪਣੀ ਗੱਦੀ ਉੱਪਰ ਜਿਹੜੇ ਸੀ ਉਹ 15 ਸਾਲ ਬੈਠੇ, ਤੇ ਮੁੜ ਕੇ ਉਹਨਾਂ ਨੂੰ ਔਰੰਗਜ਼ੇਬ ਨੇ ਜਿਹੜਾ ਸੀ ਗ੍ਰਿਫਤਾਰੀ ਕੀਤੀ, ਤੇ 1081 ਅੰਨਾ ਹਜ਼ਾਰੇ ਦੇ ਵਿੱਚ ਜਿਹੜੀ ਸੀ ਉਹਨਾਂ ਦੀ ਸ਼ਹਾਦਤ ਹੋਈ, ਜਿਹੜਾ ਕਿ ਉਹਨਾਂ ਨੇ ਲਿਖਿਆ ਕਿ 17ਵਾਂ ਸਾਲ ਬਣਦਾ ਹੈ ਰੈਗਨਲ ਸਾਲ ਆਲਮਗੀਰ ਦਾ। ਤੇ ਉਹਨਾਂ ਨੂੰ ਜਦੋਂ ਸ਼ਾਹਜਹਾਨਾਬਾਦ, ਜਿਹੜਾ ਹੁਣ ਦਿੱਲੀ ਦਾ ਪੁਰਾਣਾ ਨਾਮ ਸੀ, ਉੱਥੇ ਜਾ ਕੇ ਸ਼ਹੀਦ ਕਰ ਦਿੱਤਾ ਗਿਆ। ਤੇ ਨਾਲ ਉਹ ਇਹ ਲਿਖਦਾ ਕਿ ਉਸ ਵੇਲੇ ਗੁਰੂ ਗੋਬਿੰਦ ਰਾਏ ਜਿਹੜੇ ਗੁਰੂ ਤੇਗ ਬਹਾਦਰ ਜੀ ਦੇ ਬੇਟੇ ਸਨ, ਉਹ ਆਪਣੀ ਗੱਦੀ ਦੇ ਉੱਪਰ 22 ਸਾਲਾਂ ਤੋਂ ਜਿਹੜੇ ਸਨ ਉਹ ਵਿਰਾਜਮਾਨ ਸਨ। ਹੁਣ ਇਹਦੇ ਵਿੱਚ ਇੰਟਰਸਟਿੰਗ ਇਹ ਲੱਗੀ ਗੱਲ ਕਿ ਇਹੀ ਗੱਲਾਂ ਜਦੋਂ ਆਪਾਂ ਮਾਡਰਨ ਕੈਲਕੂਲੇਸ਼ਨ ਕਰਦੇ ਹਾਂ, ਇਹਦੇ ਨਾਲ ਜਿਹੜੀਆਂ ਹੈਗੀਆਂ ਉਹ ਮੈਚ ਨਹੀਂ ਕਰਦੀਆਂ। ਜਿਹੜਾ 1081 ਚ ਇਹਨਾਂ ਨੇ ਲਿਖਿਆ ਕਿ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਇਹ ਹੁਣ ਆਪਾਂ ਗੂਗਲ ਤੇ ਜਾ ਕੇ ਚੈੱਕ ਕਰੀਏ, ਇਹ ਬਣਦਾ ਹੈਗਾ 1670। ਆਪਾਂ ਮੰਨ ਕੇ ਚੱਲਦੇ ਹਾਂ 1675। ਇਹ 5 ਸਾਲ ਦਾ ਜਿਹੜਾ ਡਿਫਰੈਂਸ ਹੈ ਉਹ ਆਪਣੇ ਲਈ ਬਹੁਤ ਇੰਪੋਰਟੈਂਟ ਹੈਗਾ। ਮੈਂ ਥੋੜਾ ਜਿਹਾ ਇਹਦੇ ਬਾਰੇ ਜਿਹੜੀ ਹੈਗੀ ਆ ਡਿਟੇਲ ਦੇਣੀ ਚਾਹੂੰਗਾ ਕਿ ਇਹ ਸਾਡੇ ਲਈ ਕਿਉਂ ਇੰਪੋਰਟੈਂਟ ਹੈ। ਖੁਲਾਸਤ ਤਵਰੀਖ ਦੇ ਵਿੱਚ ਜਿਹੜਾ ਇਹਨਾਂ ਨੇ ਇਹ ਡਿਫਰੈਂਸ ਦੱਸਿਆ ਹੈ, ਮਤਲਬ what does it mean to us, ਉਹਦਾ ਮਤਲਬ ਇਹ ਹੈਗਾ ਵੀ ਜਦੋਂ ਆਪਾਂ, ਕਿਉਂਕਿ ਮੇਰਾ ਸਾਰਾ ਵਾਹ ਜਿਹੜਾ ਹੈਗਾ ਉਹ ਪਾਕਿਸਤਾਨ ਹਿਸਟੋਰੀਅਨਸ ਜਾਂ ਇੰਟਰਨੈਸ਼ਨਲ ਹਿਸਟੋਰੀਅਨਸ ਨਾਲ ਪੈਂਦਾ, ਜਿੱਥੇ ਉਹ ਗੱਲ ਨੂੰ ਹੋਰ ਤਰ੍ਹਾਂ ਦੇਖਦੇ ਆ, ਨਾਟ ਐਜ਼ ਜਿੱਦਾਂ ਆਪਾਂ ਐਜ਼ ਫੇਥਫੁਲ ਦੇਖਦੇ ਆ। ਉਹਨਾਂ ਦੇ ਮੁਤਾਬਕ ਆਪਾਂ ਆਪਣੀ ਜਿਹੜੀ ਜਨਮ ਸਾਖੀ ਜਾਂ ਜਿਹੜੀ ਵੀ ਆਪਾਂ ਜਿਹੜੇ ਆਪਣੇ ਹੁੰਦੇ ਨੇ ਕਥਾਵਾਚਕ ਨੇ, ਜਾਂ ਆਪਣੇ ਢਾਡੀ ਜਥੇ ਨੇ, ਜਾਂ ਬਚਪਨ 'ਚ ਆਪਾਂ ਕੈਸਟਾਂ ਸੁਣਦੇ ਰਹੇ ਆ, ਉਹ 'ਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ ਨਾਲ ਔਰੰਗਜ਼ੇਬ ਦਾ ਡਾਇਲੋਗ ਬਹੁਤ ਜੁੜਿਆ ਹੋਇਆ ਕਿ ਔਰੰਗਜ਼ੇਬ ਨੇ ਕਿਹਾ ਕਰਾਮਾਤ ਦਿਖਾਉਣ ਦੇ ਲਈ। ਪਰ ਜਿਹੜੀਆਂ ਜ਼ਿਆਦਾ ਕਿਤਾਬਾਂ ਹੈਗੀਆਂ ਨੇ, ਜਿਹੜੇ ਮੁਗਲ ਕ੍ਰੋਨਿਕਲਸ ਹੈਗੇ ਨੇ, ਉਹ ਕਹਿੰਦੇ ਨੇ ਕਿ ਉਸ ਵੇਲੇ ਜਿਹੜਾ ਆਪਣਾ ਔਰੰਗਜ਼ੇਬ ਤਾਂ ਇੱਥੇ ਹੈ ਹੀ ਨਹੀਂ ਸੀ, ਉਹ ਹਸਨ ਅਬਦਾਲ ਸੀ। ਉਸ ਵੇਲੇ ਅਫਗਾਨ ਤੇ ਅਫਰੀਦੀ ਰਿਵੋਲਟ ਹੋ ਰਿਹਾ ਸੀ, ਉੱਥੇ ਉਹਨਾਂ ਨੂੰ ਕੰਟਰੋਲ ਕਰ ਰਿਹਾ ਸੀ ਉਹ। ਇਸ ਕਰਕੇ ਲਈ ਆਪਣੇ ਲਈ ਬਹੁਤ ਜ਼ਰੂਰੀ ਹੈਗਾ ਕਿ ਇਹ ਡੇਟਸ ਦੀ ਗੜਬੜ ਕਿੱਥੋਂ ਹੁੰਦੀ ਹੈ ਔਰ ਇਹਨੂੰ ਆਪਾਂ ਕਿਵੇਂ ਟੈਕਲ ਕਰ ਸਕਦੇ ਹਾਂ। ਕਿਉਂਕਿ ਜੇ ਇਤਿਹਾਸਕਾਰ ਇਹੀ ਸ਼ੋਅ ਕਰ ਦਿੰਦੇ ਆ, ਜਿਵੇਂ ਕਿ ਸਰ ਜਾਦੂਨਾਥ ਸਰਕਾਰ ਨੇ ਇਹਦੇ ਉੱਤੇ ਬਹੁਤ ਕੰਮ ਕੀਤਾ, ਉਹਨਾਂ ਨੇ ਇਹ ਸ਼ੋਅ ਕੀਤਾ ਕਿ ਔਰੰਗਜ਼ੇਬ ਜਿਹੜਾ ਸੀ ਉਹ ਹਸਨ ਅਬਦਾਲ ਰਿਹਾ 27 ਮਾਰਚ 1676 ਤੱਕ, ਜਿਹੜਾ ਹੁਣ ਬਣਦਾ ਹੈ ਆਪਣੀ ਡੇਟ ਦੇ ਮੁਤਾਬਕ ਅਬਾਊਟ 4.5 ਮਹੀਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ। ਮਤਲਬ ਉਹ ਔਰੰਗਜ਼ੇਬ ਦੀ ਜਿਹੜੀ ਐਂਟਰੀ ਹੈਗੀ ਆ ਉਹ 4.5 ਮਹੀਨੇ ਬਾਅਦ ਦੀ ਸਰ ਜਾਦੂਨਾਥ ਸਰਕਾਰ ਜਿਹੜਾ ਹੈਗਾ ਹੀ ਸ਼ੋਇੰਗ।
Now, that is a very big name. Sir Jadunath Sarkar, he is known as the authority ਜਿਹਨੇ ਕਿ ਮਤਲਬ ਹਿਜਰੀ ਡੇਟਸ ਨੂੰ ਕਨਵਰਟ ਕੀਤਾ, ਮਤਲਬ ਦੁਨੀਆ ਭਰ ਚ ਉਹਦੀਆਂ ਬੁੱਕਸ ਬਹੁਤ ਜ਼ਿਆਦਾ ਪੜ੍ਹੀਆਂ ਜਾਂਦੀਆਂ. ਹਿਸ ਨੇਮ ਇਜ਼, ਹੀ ਹੈਜ਼ ਡਨ ਵੰਡਰਫੁਲ ਜੌਬ ਟੂ ਕਨਵਰਟ ਦਾ ਹਿਜਰੀ ਥਿੰਗ. ਪਰ ਇੱਥੇ ਮੈਂ ਇਹ ਗੱਲ ਨੂੰ ਥੋੜਾ ਸਾਈਡ ਨੂੰ ਕਿਉਂ ਲੈ ਕੇ ਜਾ ਰਿਹਾ, ਆਪਾਂ ਪਹਿਲਾਂ ਨੋਟ ਕਰੀਏ ਕਿ ਜਿਹੜਾ ਹਿਜਰੀ ਸਾਲ ਹੈ ਕੀ ਹੈ. ਇਹ ਜਦੋਂ ਮੁਹੰਮਦ ਪ੍ਰੋਫਿਟ ਸਾਹਿਬ, ਜਦੋਂ ਇਹਨਾਂ ਦੇ ਵੈਨ ਹੀ ਸ਼ਿਫਟਡ, ਉਹਨਾਂ ਦੀ ਫਲਾਈਟ ਕਿਹਾ ਜਾਂਦਾ ਕਿ ਮਤਲਬ ਫਰੋਮ ਮੱਕਾ ਟੂ ਮਦੀਨਾ ਜਦੋਂ ਗਏ, ਜਿਹੜਾ ਬਣਦਾ ਹੈਗਾ ਹੁਣ ਆਪਣਾ 15 ਜੁਲਾਈ ਸਾਲ 622 ਨੂੰ, ਜਿਹੜਾ ਅਗਲਾ ਦਿਨ ਸੀ ਸ਼ੁੱਕਰਵਾਰ, ਫਰਾਈਡੇ 16 ਜੁਲਾਈ, ਉਹ ਪਹਿਲਾ ਫਸਟ ਡੇ ਆਫ ਮੁਹਰਮ ਬਣਿਆ. ਠੀਕ ਹੈ. ਤੇ ਜਦੋਂ ਅਕਬਰ ਦਾ ਸਮਾਂ ਆਇਆ, ਅਕਬਰ ਨੇ ਕੀ ਕੀਤਾ ਆਪਣੇ ਟਾਈਮ ਦੇ ਵਿੱਚ, ਉਹਨੇ ਹਿਜਰੀ ਸਾਲ, ਜਿਹੜੇ ਪਹਿਲਾਂ ਹਿਜਰੀ ਸਾਲ ਚੱਲਦੇ ਆਏ ਸਾਰੇ ਮੁਗਲ ਦੇ ਸਮੇਂ, ਜਦੋਂ ਅਕਬਰ ਆਇਆ, ਇਹ ਸੈਕੂਲਰ ਰਾਜਾ ਸੀਗਾ, ਇਹਨੇ ਹਿਜਰੀ ਨੂੰ ਕਨਵਰਟ ਕਰਕੇ ਸ਼ਮਸੀ ਸਨ ਕਰ ਦਿੱਤਾ. ਸੋ ਕਈ ਸੈਂਚਰੀਜ਼ ਤੱਕ ਸ਼ਮਸੀ ਸਨ ਚੱਲਦਾ ਰਿਹਾ, ਜਿਹੜਾ ਕਿ ਡਿਫਰੈਂਟ ਸੀਗਾ ਦੈਨ ਦਾ ਹਿਜਰੀ ਈਅਰ. ਸੋ ਸਾਰਾ ਜਿਹੜਾ ਪੇਪਰ ਵਰਕ ਹੋਇਆ, ਹਿਸਟਰੀ ਲਿਖੀ ਗਈ, ਕਿਤਾਬਾਂ ਲਿਖੀਆਂ ਗਈਆਂ, ਇਹਨਾਂ ਦੇ ਜਿਹੜੇ ਰਿਕਾਰਡ ਜਿੰਨੇ ਲਿਖੇ ਗਏ ਮੁਗਲਾਂ ਦੇ, ਉਹ ਸਾਰੇ ਹਿਜਰੀ ਚ ਨਹੀਂ ਲਿਖੇ ਹੋਏ. ਅਕਬਰ ਤੋਂ ਬਾਅਦ ਸ਼ਮਸੀ ਸਨ ਸੋਲਰ ਈਅਰ ਦੇ ਮੁਤਾਬਕ ਲਿਖੇ ਗਏ, ਮਤਲਬ ਚੰਦਰਮਾ ਦੇ ਹਿਸਾਬ ਨਾਲ ਨਹੀਂ ਲਿਖੇ ਗਏ, ਇਹ ਲੂਨਰ ਦੇ ਹਿਸਾਬ ਨਾਲ ਲਿਖੇ ਗਏ. ਤੇ ਜਦੋਂ ਔਰੰਗਜ਼ੇਬ ਆਇਆ, ਉਹ ਫਿਰ ਆਪਾਂ ਨੂੰ ਪਤਾ ਹੀ ਹੈ, ਮਤਲਬ ਹੀ ਵਾਜ਼ ਮੋਰ ਆਰਥੋਡਾਕਸ ਇਸਲਾਮਿਕ, ਉਹਨੇ ਮੁੜ ਕੇ ਫਿਰ ਸਾਰਿਆਂ ਨੂੰ ਕਿਹਾ ਕਨਵਰਟ ਕਰੋ ਸਾਰਾ ਕੁਝ ਹਿਜਰੀ ਦੇ ਲਈ. ਸੋ ਲੋਕਾਂ ਨੂੰ, ਜਿਹੜੇ ਉਸ ਵੇਲੇ ਦੇ ਸਕਾਲਰ ਸੀ, ਉਹਨਾਂ ਨੂੰ ਬਹੁਤ ਇਹ ਮਿਹਨਤ ਕਰਨੀ ਪਈ ਟੂ ਕਨਵਰਟ ਦਾ ਥਿੰਗਸ ਬੈਕ ਇਨਟੂ ਹਿਜਰੀ. ਹੁਣ ਜਿਹੜੀਆਂ ਚੀਜ਼ਾਂ ਅਕਬਰ ਦੇ ਵੇਲੇ ਕੁਝ ਲਿਖ ਹੋਈਆਂ ਸ਼ਮਸੀ ਸਨ, ਮੁੜ ਕੇ ਮੁਗਲ ਦਰਬਾਰ ਨੇ ਅਗੇਨ ਜਿਹੜੇ ਐਕਸਪਰਟ ਬੁਲਾ ਕੇ ਉਹ ਪਰਸ਼ੀਅਨ ਡੇਟਾ ਨੂੰ ਚੇਂਜ ਕੀਤਾ. ਦੈਟ ਲੀਡਸ ਟੂ ਬਿਗ ਡਿਸਕ੍ਰਿਪੈਂਸੀ, ਜਿਹਦੀ ਮੈਂ ਇੱਕ ਦੋ ਜਿਹੜੀਆਂ ਐਗਜ਼ਾਮਪਲ ਹੈਗੀਆਂ ਉਹ ਦੇਣੀਆਂ ਚਾਹੁੰਦਾ ਕਿ ਆਪਣੇ ਲਈ ਇਹ ਕਿਉਂ ਇੰਪੋਰਟੈਂਟ ਹੈਗਾ ਇਹ ਪੁਆਇੰਟ ਟੂ ਅੰਡਰਸਟੈਂਡ ਕਿ ਕੀ ਔਰੰਗਜ਼ੇਬ ਵਾਕਿਆ ਹੀ ਦਿੱਲੀ ਵਿੱਚ ਸੀ ਕਿ ਨਹੀਂ ਸੀ. ਮੈਂ ਥੋੜਾ ਜਿਹਾ ਇਸ ਪੁਆਇੰਟ ਬਾਰੇ ਜਾਨਣਾ, ਡਿਟੇਲ ਦੇਣੀ ਚਾਹੂੰਗਾ ਬਿਫੋਰ ਆਈ ਗੋ ਟੂ ਦਾ ਨੈਕਸਟ ਸੋਰਸ. ਮੈਨੂੰ ਪਤਾ ਡਾਕਟਰ ਸਰਬਜਿੰਦਰ ਸਿੰਘ ਜੀ ਨੇ ਮੈਨੂੰ ਟੌਪਿਕ ਦੇ ਦਿੱਤਾ ਹੈ ਕਿ ਸੋਰਸਿਸ ਦੱਸਣੇ ਨੇ, ਕਿਹੜੇ ਕਿਹੜੇ ਸੋਰਸ ਨੇ, ਪਰ ਜਿਹੜੇ ਸੋਰਸ ਦੇ ਵਿੱਚੋਂ ਜਿਹੜੀ ਚੀਜ਼ ਮੈਨੂੰ ਇੰਪੋਰਟੈਂਟ ਲੱਗੀ ਹੈ ਮੈਂ ਉਹਦੇ ਬਾਰੇ ਗੱਲ ਕਰਦਾ. ਸੋ ਜਿਹੜਾ ਖੁਲਾਸਾ ਤਬਲੀਗ ਦੀ ਆਪਾਂ ਗੱਲ ਕਰ ਰਹੇ ਹਾਂ, ਮੈਨੂੰ ਇਹ ਚੋਂ ਹੋਰ ਕੁਝ ਨਹੀਂ ਲੱਭਾ, ਸਿਰਫ ਇਹੀ ਲੱਭਾ ਤੇ ਇਹਦੀਆਂ ਆਪਸ ਦੇ ਵਿੱਚ ਇਹ ਤਿੰਨ ਡੇਟਸ ਜਿਹੜੀਆਂ ਉਹ ਨਹੀਂ ਮਿਲਦੀਆਂ, ਔਰ ਉਹ ਲੱਭਦਾ ਮੈਂ ਚਲਾ ਗਿਆ ਵੀ ਜਿਹੜੀ ਅੰਨਾ ਹਜ਼ਾਰੇ ਦੀ AH ਦੀ ਕਨਵਰਜਨ ਹੈਗੀ ਆ, ਇਹਦਾ ਰੌਲਾ ਹੈਗਾ. ਹੁਣ ਆਪਾਂ ਗੱਲ ਕਰਦੇ ਹਾਂ ਸਤਨਾਮੀ ਰਿਬੈਲੀਅਨ ਦੀ. ਸਤਨਾਮੀ ਰਿਬੈਲੀਅਨ ਆਪਾਂ ਨੂੰ ਪਤਾ ਹੈ ਕਿ ਇਹ ਆਪਣਾ ਹਰਿਆਣਾ ਦੇ ਕੋਲ ਇਲਾਕਾ ਹੈਗਾ, ਜਿੱਥੇ ਕਿਸਾਨਾਂ ਨੇ ਬਹੁਤ ਵੱਡਾ ਰਿਬੈਲੀਅਨ ਕੀਤਾ ਸੀਗਾ, ਜੱਟ ਜ਼ਿਮੀਂਦਾਰਾਂ ਨੇ. ਜਿਹੜਾ ਉਹਨਾਂ ਦਾ ਹੈੱਡ ਸੀ ਉਹਦਾ ਨਾਮ ਸਾਧ ਸੀ, ਜਿਹੜੀ ਉਹਦੀ ਸੰਗਤ ਸੀ, ਜਿਹੜੇ ਉਹਦੇ ਲੋਕੀ ਸੀਗੇ ਉਹਨਾਂ ਨੂੰ ਸੰਗਤ ਕਹਿੰਦੇ ਸੀ, ਐਕਚੁਅਲੀ ਸਾਧ ਸੰਗਤ ਨੇਮ ਵੀ ਉੱਥੋਂ ਸ਼ੁਰੂ ਹੋਇਆ ਸਤਨਾਮੀ ਰਿਬੈਲੀਅਨ ਤੋਂ. ਹਰਿਆਣਾ ਦੇ ਵਿੱਚ ਸੀਗਾ, ਹਰਿਆਣਾ ਦਾ ਏਰੀਆ, ਮੈਨੂੰ ਪਿੰਡ ਦਾ ਨਾਮ ਯਾਦ ਭੁੱਲ ਗਿਆ. ਇਟ ਇਜ਼ ਇਨ ਹਰਿਆਣਾ ਨਾਓ, ਜਿਹੜਾ ਹੁਣ ਦਾ ਹਰਿਆਣਾ ਹੈਗਾ. ਸੋ ਉੱਥੇ ਦੀ ਜਿਹੜੀ ਡੇਟ ਆਉਂਦੀ ਹੈ, ਉਹਦੀ ਡੇਟ ਜਿਹੜਾ ਮੁਸਤਦ ਖਾਨ ਦੀ ਮੈਂ ਕਿਤਾਬ ਪੜ੍ਹਨਾ, ਉਹ ਕਹਿੰਦਾ ਜਿਹੜੀ ਡੇਟ ਸੀਗੀ ਸਤਨਾਮੀ ਰਿਬੈਲੀਅਨ ਦੀ 1082 ਹਿਜਰੀ, ਜਿਹਨੂੰ ਪਹਿਲਾਂ ਤਾਂ ਸਰਕਾਰ ਜਾਦੂਨਾਥ ਸਰਕਾਰ ਨੇ ਕਨਵਰਟ ਕੀਤਾ 1673, ਪਰ ਫਿਰ ਇੱਕ ਪੋਰਤੁਗੀਜ਼ ਕੰਟੈਂਪਰੇਰੀ ਅਥਾਰਟੀ ਆ ਗਈ ਔਰਮੇਜ਼, ਉਹਨੇ ਉਹਦੀ ਜਿਹੜੀ ਡੇਟ ਲਿਖੀ ਆ ਉਹ ਅਪ੍ਰੈਲ 1674. ਮਤਲਬ ਦੋਹਾਂ ਦੇ ਵਿੱਚ ਹੀ ਜਿਹੜਾ ਹੈਗਾ ਆਪਸ ਦੇ ਵਿੱਚ ਜਿਹੜਾ ਸੀ ਉਹ ਫਰਕ ਆ ਗਿਆ ਸੇਮ ਇਵੈਂਟ ਦੇ ਬਾਰੇ. ਤੇ ਇਹਦੇ ਬਾਰੇ ਜਿਹੜਾ ਸੀਗਾ ਆਪਣਾ ਸਰਕਾਰ, ਉਹਨੇ ਮਤਲਬ ਇਹ ਜਿਹੜੀ ਲਿਖੀ ਹੈਗੀ ਡੇਟ 1082, ਪਰ ਜਦੋਂ ਇਹਨੂੰ ਆਪਾਂ ਕੰਪੇਅਰ ਦੈਟ ਵਿਦ ਪੋਰਤੁਗੀਜ਼, ਮੈਂ ਜਿਵੇਂ ਦੱਸ ਕੇ ਹਟਿਆ, ਦੇਰ ਇਜ਼ ਅ ਡਿਫਰੈਂਟ ਡੇਟ. ਹੁਣ ਜਿਹੜਾ ਖਾਫੀ ਖਾਨ ਹੈਗਾ, ਤੁਸੀਂ ਉਹਦੀ ਕਿਤਾਬ ਸੁਣੀ ਹੋਗੀ ਮੁੰਤਖਬ ਖੁਲਾ, ਉਹਦੇ ਵਿੱਚ ਜਿਹੜੇ ਹੈਗੀ ਆ ਹੀ ਗਿਵਸ ਇਵਨ ਇੰਟਾਇਰਲੀ ਡਿਫਰੈਂਟ ਡੇਟ. ਜਦੋਂ ਉਹ ਕਨਵਰਟ ਹੁੰਦੀ ਆ ਫਰੋਮ ਇੱਕ ਜਗ੍ਹਾ ਤੇ ਉਹ ਲਿਖਦਾ ਆ 1082 ਹਿਜਰੀ, ਦੂਜੀ ਜਗ੍ਹਾ ਤੇ ਜਾ ਕੇ ਲਿਖਦਾ ਆ 1084 ਹਿਜਰੀ. ਸੋ ਸਰਕਾਰ ਅਗੇਨ ਗੋਜ਼ ਬੈਕ, he gives the date as 1084 ਹਿਜਰੀ, ਮੁਸਤਦ ਖਾਨ 1082. ਜਿਹੜੀ ਕੈਲਕੂਲੇਸ਼ਨ ਸਰਕਾਰ ਦੀ ਇੱਕ ਜਗ੍ਹਾ ਤੇ 83 ਹੈਗੀ ਆ. ਮਤਲਬ ਇੱਕ ਰਿਬੈਲੀਅਨ ਜਿਹੜਾ ਕੁਝ ਹਫ਼ਤੇ ਚੱਲਿਆ ਸੀ, ਉਹਦੀਆਂ ਵੀ ਮੈਂ ਤੁਹਾਨੂੰ 5-6 ਡੇਟਸ ਅਲੱਗ-ਅਲੱਗ ਦਿੱਤੀਆਂ ਆ. ਇਹ ਬੜੇ ਇੰਪੋਰਟੈਂਟ ਮੁਗਲ ਇਤਿਹਾਸਕਾਰਾਂ ਵੱਲੋਂ ਕਿ ਉਹਨਾਂ ਦੀਆਂ ਡੇਟਸ ਉਸ ਇੰਨੇ ਇਵੈਂਟ ਤੇ ਉਹਨਾਂ 'ਚ ਸਾਲ ਦਾ ਫਰਕ ਹੈਗਾ. ਐਂਡ ਆਲ ਦੈਟ ਡਿਫਰੈਂਸ ਦੈਟ ਇਜ਼ erupting is from the conversion of hijri year to the modern year, ਜਿਹਦੇ 'ਚ ਲੋਕੀ ਨੋਟ ਨਹੀਂ ਕਰਦੇ ਕਿ ਜਿਹੜੇ 200-300 ਸਾਲ ਵਿੱਚ ਅਕਬਰ ਨੇ ਚੇਂਜ ਕੀਤਾ ਸੀ, ਉਹਦੇ ਕਰਕੇ ਇਹ ਸਾਰੀ ਕਨਫਿਊਜ਼ਨ ਪੈਦਾ ਹੋਈ ਹੈ. ਸੋ ਕਈ ਵਾਰੀ ਆਪਾਂ ਨੂੰ ਇਹ ਲੱਗਦਾ ਹੁੰਦਾ, ਮੈਂ ਇਹ ਪੁਆਇੰਟ ਨੂੰ ਥੋੜਾ ਜਿਹਾ ਇਹ ਡਿਟੇਲ 'ਚ ਤਾਂ ਲੈ ਗਿਆ ਭਈ ਆਪਾਂ ਜਦੋਂ ਕੋਈ ਮੁਗਲ ਕਿਤਾਬ ਪੜ੍ਹਦੇ ਹਾਂ ਆਪਾਂ ਨੂੰ ਇਦਾਂ ਲੱਗਦਾ ਵੀ ਨਹੀਂ ਉਹ ਤਾਂ ਸੱਚੇ ਹੀ ਹੋਣੇ ਆ, ਕਿ ਕਿਸੇ ਅੰਗਰੇਜ਼ ਨੇ ਕਿਤਾਬ ਲਿਖੀ ਉਹ ਸੱਚੇ ਹੀ ਹੋਣੇ ਆ, ਵੀ ਉਸ ਵੇਲੇ ਔਰੰਗਜ਼ੇਬ ਉੱਥੇ ਸੀਗਾ ਹੀ ਨਹੀਂ. ਮਤਲਬ ਵੀ ਨੀਡ ਟੂ ਆਲਵੇਜ਼ ਥਿੰਕ ਲਿਟਲ ਬਿਟ ਅਹੈਡ, ਵੀ ਉਹਨਾਂ ਦੀ ਜਿਹੜੀ ਕੈਲਕੂਲੇਸ਼ਨ ਹੈਗੀ ਆ ਉਹਦੇ 'ਚ ਵੀ ਗਲਤੀ ਹੋ ਸਕਦੀ ਹੈ. ਮਤਲਬ ਵੀ ਸ਼ੁੱਡ ਨਾਟ ਜਸਟ ਐਕਸੈਪਟ ਇਟ. ਸੋ ਕੁਝ ਹਫ਼ਤੇ ਪਹਿਲਾਂ ਮੇਰਾ ਪਾਕਿਸਤਾਨ ਦੇ ਵਿੱਚ ਇੱਕ ਫਾਰਸੀ ਡਿਪਾਰਟਮੈਂਟ ਦੇ ਵਿੱਚ ਇਦਾਂ ਵੈਬੀਨਾਰ ਸੀ. ਮੈਂ ਉੱਥੇ ਇਹੀ ਬੇਨਤੀ ਕੀਤੀ ਘੱਟੋ ਘੱਟ ਤੁਸੀਂ ਜਿਹੜੀ ਇਹ ਕੈਲਕੂਲੇਸ਼ਨ ਹੈਗੀ ਆ ਸਾਨੂੰ ਇਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚੌਥੇ
400ਵੇਂ ਜਿਹੜਾ ਐਨੀਵਰਸਰੀ ਚੱਲ ਰਹੀ ਉਹ ਸਾਨੂੰ ਕਲੀਅਰ ਕਰਕੇ ਦੱਸ ਦਿਓ ਵੀ ਕੀ ਹੈਗੀ ਆ ਵਿਦ ਸਮ ਨਿਊ ਟੂਲਸ। ਇਹ ਜਿਹੜੇ ਆਪਾਂ ਸਰ ਜਦ ਸਰਕਾਰ ਦੀ ਟ੍ਰਾਂਸਲੇਸ਼ਨ ਮੰਨ ਕੇ ਚੱਲੀ ਜਾ ਰਹੇ ਹਾਂ, ਇਟ ਮਾਈਟ ਹੈਵ ਸਮ ਡਿਸਕ੍ਰਿਪੈਂਸੀਜ਼, ਜਿਹਦੇ ਕਰਕੇ ਇਹ ਫਰਕ ਜਿਹੜਾ ਹੈਗਾ ਪੈ ਰਿਹਾ ਕਿ ਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵੇਲੇ ਔਰੰਗਜ਼ੇਬ ਦੂਰ ਬੈਠਾ ਸੀ, ਉਹਨੇ ਉੱਥੋਂ ਕੋਈ ਫਰਮਾਨ ਜਾਰੀ ਕੀਤਾ ਸੀ, ਔਰ ਵਾਜ਼ ਹੀ ਵਾਜ਼ ਐਕਚੁਅਲੀ ਇਨ ਦਿੱਲੀ, ਜਿੱਥੇ ਉਹ ਜਿਹੜੀ ਆਪਣੀ ਕਰਾਮਾਤ ਦੀ ਸਾਖੀ ਹੈਗੀ ਆ ਉਹ ਵੀ ਦਰੁਸਤ ਸਿੱਧ ਹੁੰਦੀ ਹੈ। ਓਕੇ, ਸੋ ਲੈਟਸ ਗੋ ਟੂ ਦਾ ਨੈਕਸਟ ਵਨ। ਅਗਲਾ ਜਿਹੜਾ ਆਉਂਦਾ ਹੈ ਸੋਰਸ, ਦੈਟ ਇਜ਼ ਭੀਮ ਸੈਨ ਦਾ ਲਿਖਿਆ ਹੋਇਆ ਨੁਸਖਾ-ਏ ਦਿਲਖੁਸ਼ਾ। ਇਹ 10ਵੇਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸ਼ਹਾਦਤ ਤੋਂ 1 ਸਾਲ ਬਾਅਦ ਲਿਖਿਆ, 1709 ਦੇ ਵਿੱਚ। ਇਹ ਲਿਖਣ ਵਾਲਾ ਜਿਹੜਾ ਸੀ ਭੀਮ ਸੈਨ, ਇਹ ਦਲਪਤ ਰਾਓ ਬੁੰਦੇਲਾ ਦਾ ਆਫੀਸਰ ਸੀ। ਇਹ ਜਜਾਊ ਦੀ ਜਿਹੜੀ ਲੜਾਈ ਸੀਗੀ ਜੂਨ 1707, ਉਹਦੇ ਵਿੱਚ ਜਿਹੜਾ ਇਹ ਮਾਰਿਆ ਗਿਆ ਸੀ ਦਲਪਤ ਰਾਏ ਬੁੰਦੇਲਾ। ਉਹਦੇ ਵਿੱਚ ਇਹ ਜਿਹੜਾ ਹੈਗਾ, ਇਹਦੀ ਖਾਸੀਅਤ ਹੈਗੀ ਹੈ ਕਿ ਆਪਣੀ ਕਿਤਾਬ ਦੇ ਵਿੱਚ ਇਹ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੀ, ਮੈਂ ਫਾਰਸੀ ਚ ਪੜ੍ਹਿਆ ਹੈ, ਉਹ ਬਹਾਦਰ ਸ਼ਾਹ ਦੇ ਨਾਲ ਜਿਹੜੀ ਹੈਗੀ ਹੈ ਮੀਟਿੰਗ, ਉਹਨੂੰ ਦਿਖਾਉਂਦਾ ਹੈ। ਬਹਾਦਰ ਸ਼ਾਹ ਕੌਣ ਸੀ ਹੁਣ, ਜਿਹੜਾ ਸੁਕਸੈਸਰ ਸੀ ਔਰੰਗਜ਼ੇਬ ਦਾ। ਆਪਣੇ ਲਈ ਇਹ ਕਿਉਂ ਇੰਪੋਰਟੈਂਟ ਹੈਗੀ ਹੈ, ਕਿਉਂਕਿ ਉੱਥੇ ਇਹ ਜਿਹੜੀ ਹੁਣ ਆਪਣੇ ਇਹ ਤਲਵਾਰ ਪਈ ਹੈ ਅਨੰਦਪੁਰ ਸਾਹਿਬ, ਤੁਸੀਂ ਸਭ ਨੇ ਪਤਾ ਹੋਏਗਾ ਤੁਹਾਨੂੰ, ਕੇਸਗੜ੍ਹ ਸਾਹਿਬ ਇੱਕ ਤਲਵਾਰ ਪਈ ਹੈ ਜਿਹਦੇ ਬਾਰੇ ਮਤਲਬ ਦਰਸ਼ਨ ਕਰਾਏ ਜਾਂਦੇ ਆ। ਉਹ ਜਿਹੜੀ ਤਲਵਾਰ ਹੈਗੀ ਆ ਉਹਨੂੰ ਉਹ ਤਲਵਾਰ ਦਾ ਨਾਮ ਹੈ ਸੈਫ, SAIF ਇੰਗਲਿਸ਼ ਲਿਖਿਆ ਹੁੰਦਾ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬਹਾਦਰ ਸ਼ਾਹ ਨੇ ਜਿਹੜੀ ਸੀ ਉਹ ਗਿਫਟ ਕੀਤੀ ਸੀਗੀ। ਉਹ ਤਲਵਾਰ ਐਕਚੁਅਲੀ ਹੈ ਕਿਸ ਦੀ ਹੈ? ਉਹ ਹੈਗੀ ਆ ਪਹਿਲੇ ਇਮਾਮ ਸੀ ਜਿਹੜੇ ਹਜ਼ਰਤ ਅਲੀ। ਹੁਣ ਪਹਿਲੇ ਇਮਾਮ ਹਜ਼ਰਤ ਅਲੀ ਕੌਣ ਸਨ? ਇਹ ਪ੍ਰੋਫਿਟ ਮੁਹੰਮਦ ਦੇ ਸਨ ਇਨ ਲਾਅ। ਇਸ ਕਰਕੇ ਜਦੋਂ ਮੈਂ ਪਾਕਿਸਤਾਨ ਚ ਟਾਕ ਵਗੈਰਾ ਕੁਝ ਕਰਦਾ, ਇਹ ਚੀਜ਼ ਉਹਨਾਂ ਨੂੰ ਬਹੁਤ ਇੰਟਰਸਟਿੰਗ ਲੱਗਦੀ ਹੈ ਕਿ ਇਹ ਤਲਵਾਰ ਜਿਹੜੀ ਅਨੰਦਪੁਰ ਸਾਹਿਬ ਪਈ ਹੈ, ਕੇਸਗੜ੍ਹ ਸਾਹਿਬ ਪਈ ਹੈ, ਉਹ ਤਾਂ ਬਹੁਤ ਇਤਿਹਾਸਿਕ ਮਹੱਤਤਾ ਵਾਲੀ ਚੀਜ਼ ਹੈ ਮੁਸਲਮਾਨਾਂ ਦੇ ਲਈ। ਉਹਦੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਕਿੱਥੋਂ ਹੈ? ਉਹ ਜਿਹੜੀ ਇਹ ਮੈਂ ਕਿਤਾਬ ਹੁਣ ਫਾਰਸੀ ਵਾਲੀ ਗੱਲ ਕੇ ਦੱਸ ਕੇ ਹਟਿਆ, ਭੀਮ ਸੈਨ ਨੁਸਖਾ-ਏ ਦਿਲਖੁਸ਼ਾ, ਉਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਬਾਰੇ ਵੈਸੇ ਉਹ ਇਹ ਲਿਖਦਾ ਵੀ ਗੁਰੂ ਸਾਹਿਬ ਨੇ ਜਿਹੜਾ ਰਿਬੈਲੀਅਨ ਦਾ ਰਸਤਾ ਅਖਤਿਆਰ ਕੀਤਾ ਹੋਇਆ ਸੀ ਤੇ ਸਰਹੰਦ ਦੇ ਪਹਾੜਾਂ ਦੇ ਨੇੜੇ ਰਹਿ ਰਹੇ ਸੀਗੇ, ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਸੀ। ਇਸ ਕਰਕੇ ਜਦੋਂ ਇਹ ਖਬਰ ਔਰੰਗਜ਼ੇਬ ਨੂੰ ਪਤਾ ਲੱਗੀ ਤੇ ਉਹਨੇ ਬੁਲਾ ਕੇ ਉਹਨਾਂ ਨੂੰ ਜਿਹੜਾ ਸੀ ਸ਼ਹੀਦ ਕਰਨ ਦਾ ਜਿਹੜਾ ਸੀ ਉਹ ਹੁਕਮ ਦੇ ਦਿੱਤਾ। ਪਰ ਮੈਨੂੰ ਇਹਦੀ ਖਾਸੀਅਤ ਇਹ ਜ਼ਿਆਦਾ ਲੱਗੀ ਹੈ ਕਿ ਹੀ ਗਿਵਸ ਵੈਰੀ ਕਲੋਜ਼ ਡਿਟੇਲ ਆਫ ਸੁਕਸੈਸਰ ਆਫ ਔਰੰਗਜ਼ੇਬ, ਜਿਹੜੇ ਕਿ ਗੁਰੂ ਸਾਹਿਬ ਨੇ, ਜਿਹਦੇ ਲਈ ਮੈਨੂੰ ਨਾਮ ਯਾਦ ਆ ਰਿਹਾ ਉਹਨਾਂ ਦਾ, ਉਹਨਾਂ ਨੇ ਆਰਮੀ ਭੇਜੀ ਸੀਗੀ ਅੰਡਰ ਦਾ ਕਮਾਂਡ ਆਫ ਧਰਮ ਸਿੰਘ। ਧਰਮ ਸਿੰਘ ਨੇ ਜਾ ਕੇ ਉਹਦੀ ਹੈਲਪ ਕੀਤੀ ਸੀ ਬਹਾਦਰ ਸ਼ਾਹ ਦੀ, ਜਿਹਦੇ ਕਰਕੇ ਫਿਰ ਬਹਾਦਰ ਸ਼ਾਹ ਨੇ ਖੁਸ਼ ਹੋ ਕੇ ਇਹ ਜਿਹੜੀ ਤਲਵਾਰ ਸੀ ਗੁਰੂ ਸਾਹਿਬ ਨੂੰ ਭੇਂਟ ਕੀਤੀ ਸੀ, ਜਿਹਦੇ ਹੁਣ ਵੀ ਲੋਕੀ ਜਿਹੜੇ ਹੈਗੇ ਉੱਥੇ ਦਰਸ਼ਨ ਕਰਦੇ ਆ। ਜਿਹੜੀ ਨੈਕਸਟ ਐਂਟਰੀ ਆਪਾਂ ਨੂੰ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ ਬਾਰੇ ਫਾਰਸੀ ਸੋਰਸਿਸ ਮਿਲਦੀ ਹੈ, ਉਹ ਹੈਗੀ ਹੈ 1719 ਦੀ ਲਿਖਤ। ਮੈਂ ਕ੍ਰੋਨੋਲੋਜੀਕਲੀ ਜਾ ਰਿਹਾ, ਰਿਵਰਸ ਕ੍ਰੋਨੋਲੋਜੀ ਚ। ਉਹ ਹੈਗਾ ਜੀ ਮੁਹੰਮਦ ਕਾਸਿਮ ਦੀ ਇਬਰਤਨਾਮਾ। ਇਬਰਤਨਾਮਾ ਚ ਬੜੀ ਮੈਨੂੰ ਖਾਸੀਅਤ ਇਹ ਲੱਗੀ ਕਿ ਉਹ ਕਹਿੰਦਾ ਵੀ ਗੁਰੂ ਸਾਹਿਬ ਦੀ ਉਦਾਂ ਹੀ ਸ਼ਹਾਦਤ ਹੋਈ ਜਿੱਦਾਂ ਔਰੰਗਜ਼ੇਬ ਨੇ ਸਰਮਦ ਨੂੰ ਜਿਹੜਾ ਸੀ ਉਹ ਕਤਲ ਕਰਨ ਦਾ ਫਰਮਾਨ ਜਾਰੀ ਕੀਤਾ ਸੀ। ਹੁਣ ਸਰਮਦ ਕੌਣ ਹੈ? ਕਈ ਤਾਂ ਕਹਿੰਦੇ ਨੇ ਉਹ ਅਰਮੀਨੀਅਨ ਹੈ, ਕਈ ਕਹਿੰਦੇ ਨੇ ਉਹ ਸ਼ੀਆ ਹੈ, ਪਰ ਉਹ ਬੜਾ ਉਹ ਖਾਸ ਬੰਦਾ ਸੀ ਜਿਹਨੇ ਕਿ ਮੁੱਲਿਆਂ ਨੂੰ ਕਿਹਾ ਸੀ ਉਸ ਵੇਲੇ ਵੀ ਇਨ ਦਾ ਸ਼ੈਡੋ ਆਫ ਗ੍ਰੇਟ ਮੌਸਕਸ ਡਜ਼ ਈਵਲ ਪ੍ਰੋਸਪਰ, ਵੀ ਇਹ ਜਿਹੜੇ ਰਿਲੀਜੀਅਸ ਜਗ੍ਹਾ ਹੈਗੀਆਂ ਇਹਨਾਂ ਦੇ ਥੱਲੇ ਜੜ੍ਹਾਂ ਚੀਜ਼ ਜਿਹੜੀ ਹੈਗੀ ਸਾਰੀ ਖਰਾਬ ਚੀਜ਼ਾਂ ਉਹ ਜਿਹੜੀਆਂ ਵੱਧਦੀਆਂ ਫੁੱਲਦੀਆਂ ਨੇ। ਸੋ ਉਹਦੇ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਕੰਪੇਅਰ ਕਰਨਾ ਜਾਂ ਸੇਮ ਪੈਰਾਗ੍ਰਾਫ ਚ ਲਿਖਣਾ, ਇਟ ਰੀਅਲੀ ਕਾਟ ਮਾਈ ਅਟੈਂਸ਼ਨ, ਕਿਉਂਕਿ ਅਕਸਰ ਕੋਈ ਵੀ ਮੁਸਲਮਾਨ ਹੋਵੇ ਕਿਸੇ ਵੀ ਰੀਜ਼ਨ ਕਰਕੇ ਉਹਨੂੰ ਮਾਰਿਆ ਗਿਆ ਹੋਵੇ, ਇਹ ਜਨਰਲੀ ਵੈਸੇ ਜਿਹੜੇ ਇਹ ਕ੍ਰੋਨਿਕਲਸ ਹੈਗੇ ਆ, ਜਿਹੜੇ ਮੁਸਲਿਮ ਆਥਰਸ ਹੈਗੇ ਆ, ਉਹ ਕਦੀ ਉਹਨਾਂ ਦੇ ਨਾਲ ਜਿਹੜਾ ਕੰਪੈਰੀਜ਼ਨ ਨਹੀਂ ਕਰਦੇ। ਬਟ ਹੇਅਰ he puts ਗੁਰੂ ਤੇਗ ਬਹਾਦਰ ਜੀ in the same category as ਸਰਮਦ। ਇਹ ਸਰਮਦ ਬਾਰੇ ਵੈਸੇ ਮੈਂ ਇੱਕ ਦੋ ਲਾਈਨ ਹੋਰ ਦੱਸਾਂਗਾ ਕਿ ਦਾਰਾ ਸ਼ਿਕੋਹ ਦਾ ਬਹੁਤ ਚੰਗਾ ਦੋਸਤ ਸੀਗਾ। ਜਦੋਂ ਦਾਰਾ ਸ਼ਿਕੋਹ ਨੂੰ ਮਾਰ ਦਿੱਤਾ ਗਿਆ ਸੀਗਾ ਆਪਣੀ ਲੜਾਈ ਦੇ ਵਿੱਚ, ਆਪਣੀ ਜਿਹੜੀ ਉਹਨਾਂ ਦੀ ਰਾਜਸੀ ਗੱਦੀ ਜਿਹੜੀ ਸੀਗੀ, ਉਹਨਾਂ ਦਾ ਜਿਹੜਾ ਕਰਾਊਨ ਦੇ ਲਈ ਕਹਿ ਲਓ ਵੀ ਅਗਲਾ ਜਿਹੜਾ ਰਾਜਾ ਬਣਨ ਦੇ ਲਈ ਔਰੰਗਜ਼ੇਬ ਨੇ ਆਪਣੇ ਭਰਾ ਨੂੰ ਮਾਰ ਦਿੱਤਾ ਸੀ। ਉਸ ਤੋਂ ਬਾਅਦ ਜਿਹੜੇ ਵੀ ਦਾਰਾ ਸ਼ਿਕੋਹ ਦੇ ਸਾਥੀ ਸੀ ਉਹਨਾਂ ਨੂੰ ਬੁਲਾਉਣਾ ਸ਼ੁਰੂ ਕੀਤਾ, ਜਿਹਦੇ ਵਿੱਚ ਆਪਣੇ 7ਵੇਂ ਪਾਤਸ਼ਾਹ ਨੂੰ ਵੀ ਸੱਦਾ ਭੇਜਿਆ ਗਿਆ ਸੀ, ਜਿੱਥੇ ਇਹਨਾਂ ਨੇ ਰਾਮ ਰਾਏ ਨੂੰ ਭੇਜਿਆ। ਏਦਾਂ ਹੀ ਫਿਰ ਇਹ ਜਿਹੜਾ ਸਰਮਦ ਸੀ ਉਹ ਦੋਸਤ ਦਾਰਾ ਸ਼ਿਕੋਹ ਦਾ, ਉਹਨੂੰ ਵੀ ਇਹ ਜਿਹੜਾ ਸੀ ਬਹੁਤ ਟੌਂਟ ਕਰਦਾ ਹੁੰਦਾ ਸੀ ਔਰੰਗਜ਼ੇਬ। ਤੇ ਸਰਮਦ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹਦਾ ਇੱਕ ਦੋਸਤ ਸੀਗਾ ਹਿੰਦੂ, ਹਿਜ਼ ਨੇਮ ਵਾਜ਼ ਅਬੇ ਚੰਦ, ਉਹ ਇਹਦਾ ਚੇਲਾ ਸੀ, ਉਹਦੇ ਨਾਲ ਰਹਿੰਦਾ ਸੀ। ਇਸ ਕਰਕੇ ਇਹ ਕਈ ਵਾਰੀ ਦਿੱਲੀ ਜਿਹੜੀ ਆਪਣੀ ਜਾਮਾ ਮਸਜਿਦ ਹੈਗੀ ਉਹਦੇ ਬਾਹਰ ਨੰਗਾ ਬੈਠਾ ਰਹਿੰਦਾ ਸੀ। ਮਤਲਬ ਦੇਰ ਆਰ ਲੋਟ ਆਫ ਰਿਊਮਰਸ ਅਬਾਊਟ ਹਿਮ, ਜਿਹਦੇ ਕਰਕੇ ਇਹਨੂੰ ਮਾਰਿਆ ਗਿਆ ਸੀ। ਇਹਨੂੰ 1661 ਦੇ ਵਿੱਚ
ਜਿਹੜਾ ਸੀਗਾ ਸਰਮਦ ਨੂੰ ਮਾਰ ਦਿੱਤਾ ਗਿਆ ਸੀ ਬਾय द ਆਰਡਰਸ ਆਫ ਔਰੰਗਜ਼ੇਬ। ਸੋ ਜਿਹੜੀ ਨੈਕਸਟ ਆਪਣਾ ਸੋਰਸ, ਇਹਦੇ ਵਿੱਚ ਵੀ ਉਹਨਾਂ ਨੇ ਮਤਲਬ ਇਬਰਤਨਾਮਾ ਦੇ ਵਿੱਚ ਵੀ ਆਪਾਂ ਨੂੰ ਇਹ ਐਂਟਰੀ ਗੁਰੂ ਤੇਗ ਬਹਾਦਰ ਜੀ ਬਾਰੇ ਇਸ ਤਰ੍ਹਾਂ ਮਿਲਦੀ ਹੈ, ਉਹਨਾਂ ਦੀ ਸ਼ਹਾਦਤ ਬਾਰੇ। ਨੈਕਸਟ ਹੈਗਾ ਜੀ ਆਪਣਾ ਅਰੋੜਾ ਬੁੱਧ ਸਿੰਘ ਵੱਲੋਂ ਲਿਖੀ ਹੋਈ ਕਿਤਾਬ ਰਸਾਲਾ ਦਰ ਅਵਲ ਨਾਨਕ ਸ਼ਾਹ ਦਰਵੇਸ਼। ਇਹ 1765 ਦੀ ਲਿਖਤ ਹੈ, ਸਿੱਖ ਹਿਸਟਰੀ ਰਿਸਰਚ ਬੋਰਡ ਡਿਪਾਰਟਮੈਂਟ ਖਾਲਸਾ ਕਾਲਜ ਅੰਮ੍ਰਿਤਸਰ ਹੈਗਾ, ਉੱਥੇ ਬੁੱਕ ਪਈ ਹੈ। ਮੈਂ ਗਿਆ ਸੀ, ਕੋਸ਼ਿਸ਼ ਤਾਂ ਕੀਤੀ ਮੈਂ ਦਰਸ਼ਨ ਕਰਨ ਦੀ, ਪਰ ਮੈਨੂੰ ਮੌਕਾ ਨਹੀਂ ਮਿਲ ਸਕਿਆ। ਉਹਦੇ ਵਿੱਚ ਇਹੀ ਗੱਲ ਦੁਬਾਰਾ ਲਿਖੀ ਹੋਈ ਹੈ ਕਰਾਮਾਤ ਦੀ ਕਿ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਜਿਹੜਾ, ਉਹਨਾਂ ਨੇ ਖਾਸ ਕਰਕੇ ਇਹਦੇ ਵਿੱਚ ਖਾਸੀਅਤ ਇਹ ਹੈ ਕਿ ਗੁਰੂ ਸਾਹਿਬ ਨੂੰ ਇਹ ਕਿਹਾ ਕਿ ਤੁਹਾਨੂੰ ਸੱਚਾ ਪਾਤਸ਼ਾਹ ਜਿਹੜਾ ਹੈਗਾ ਕਿਉਂ ਕਿਹਾ ਜਾਂਦਾ ਵੀ ਕਿ ਤੁਸੀਂ ਬਾਦਸ਼ਾਹ ਬਣਨਾ ਚਾਹੁੰਦੇ ਹੋ, ਤਾਂ ਜਿਹਦੇ ਆਨਸਰ ਚ ਗੁਰੂ ਸਾਹਿਬ ਨੇ ਕਿਹਾ ਕਿ ਮੇਰੀ ਕੋਈ ਇਹੋ ਜਿਹੀ ਇੰਗਲਿਸ਼ ਟ੍ਰਾਂਸਲੇਸ਼ਨ ਦੇ ਵਿੱਚ ਲਿਖਿਆ ਹੋਇਆ ਕਿ ਟੈਂਪੋਰਲ ਐਸਪੀਰੇਸ਼ਨ ਨਹੀਂ ਹੈਗੀ। ਇਹ ਤਾਂ ਲੋਕੀ ਨੇ ਜਿਹੜੇ ਉਹਨਾਂ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਸਮਝਦੇ ਨੇ, ਤੇ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਦੇ ਲਈ ਕਿਹਾ ਗਿਆ, ਗੁਰੂ ਸਾਹਿਬ ਨੇ ਦਿਖਾਉਣ ਤੋਂ ਨਾ ਕਰ ਦਿੱਤੀ, ਜਿਹਦੇ ਕਰਕੇ ਉਹਨਾਂ ਦੀ ਐਗਜ਼ੀਕਿਊਸ਼ਨ ਜਿਹੜੀ ਸੀ ਉਹਦਾ ਆਰਡਰ ਦੇ ਦਿੱਤਾ ਗਿਆ। ਨੈਕਸਟ ਜਿਹੜਾ ਆਪਾਂ ਨੂੰ ਮਿਲਦਾ ਹੈਗਾ ਫਾਰਸੀ ਸੋਰਸ, ਉਹ ਹੈਗਾ 1811-12 ਚ ਕਿਤਾਬ ਕੰਪਲੀਟ ਹੋਈ ਆ ਬਟਾਲੇ, ਤਵਾਰੀਖੇ ਸਿੱਖਾਂ ਮੁਲਕ ਪੰਜਾਬ ਮਾਲਵਾ, ਖੁਸ਼ਵਕਤ ਰਾਏ ਦੀ ਬੜੀ ਫੇਵਰੇਟ ਕਿਤਾਬ ਹੈ ਮੇਰੀ। ਇਹਦੇ ਵਿੱਚ ਮੈਨੂੰ ਪ੍ਰਿਥੀ ਚੰਦ, ਮਿਹਰਬਾਨ, ਇਹਨਾਂ ਦੀ ਬਚਪਨ ਦੀਆਂ ਕਹਾਣੀਆਂ ਬਹੁਤ ਮਿਲੀਆਂ। ਫਾਰਸੀ ਦੀ ਕਿਤਾਬ ਚੋਂ ਮੈਂ ਟ੍ਰਾਂਸਲੇਟ ਕਰਵਾ ਕੇ ਆਪਣੇ ਮੁਹੰਮਦੀਪੁਰ ਚੈਪਟਰ ਦੇ ਵਿੱਚ ਕਾਫੀ ਐਡ ਕੀਤੀਆਂ। ਇਹਦੇ ਵਿੱਚ ਉਹ ਇੱਕ ਤਾਂ ਡੇਟ ਦਿੰਦੇ ਆ ਪੂਰੀ ਕੰਪਲੀਟ ਕਿ ਜਦੋਂ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਉਣ ਲਈ ਕਿਹਾ ਗਿਆ, ਗੁਰੂ ਸਾਹਿਬ ਨੇ ਨਾ ਕਰ ਦਿੱਤੀ। ਗੁਰੂ ਸਾਹਿਬ ਨੇ ਇੱਕ ਰੁੱਕਾ ਲਿਖ ਕੇ ਤਵੀਤ ਬਣਾ ਕੇ ਗਲੇ ਚ ਪਾਇਆ, ਤੇ ਜਿਹੜਾ ਸੀ ਜਲਾਦ ਉਹਨਾਂ ਨੇ ਜਦੋਂ ਤਲਵਾਰ ਚਲਾਈ ਤੇ ਜਿਹੜਾ ਸੀ ਉਹ ਜਦੋਂ ਸੀਸ ਧੜ ਤੋਂ ਅਲੱਗ ਹੋਇਆ, ਤੇ ਇਹ ਜਿਹੜਾ ਉਹਦੀ ਡੇਟ ਦੱਸਦੇ ਆ ਬਕਾਇਦਾ, ਮੱਘਰ ਸੁਦੀ 5 ਸੰਵਤ 1732। ਨਾਲ ਉਹ ਲਿਖਦਾ ਵੀ ਗੁਰਗੱਦੀ ਤੇ ਗੁਰੂ ਸਾਹਿਬ 10 ਸਾਲ 2 ਮਹੀਨੇ ਤੇ 21 ਦਿਨ ਠਹਿਰੇ ਸੀ। ਕਰਾਮਾਤ ਲਈ ਮੈਂ ਥੋੜਾ ਜਿਹਾ ਇਹ ਦੱਸਦਾ ਜਾਵਾਂ ਕਿ ਸੂਫੀਆਨਾ ਟ੍ਰੈਡੀਸ਼ਨ ਮੈਨੂੰ ਪੜ੍ਹਨ ਦਾ ਕਾਫੀ ਮੌਕਾ ਮਿਲਿਆ। ਸੂਫੀਆਨਾ ਜਿਹੜੀਆਂ ਕਿਤਾਬਾਂ ਹੈਗੀਆਂ, ਉਹਨਾਂ ਚ ਇਹਨਾਂ ਚੀਜ਼ਾਂ ਦਾ ਬਹੁਤ ਪੁਰਾਣੇ ਜ਼ਮਾਨੇ ਚ ਰੋਲ ਹੁੰਦਾ ਸੀ। ਸਭ ਤੋਂ ਪਹਿਲਾਂ ਹੁੰਦਾ ਸੀ ਮੁਅਜਜ਼ਾ, ਜਿਹੜਾ ਕਿ ਕਹਿੰਦੇ ਆ ਕਿ ਪੈਗੰਬਰ ਉਹਨੂੰ ਰਿਵੀਲ ਕਰਦੇ ਆ, ਜ਼ਾਹਰ ਕਰਦੇ ਆ। ਫਿਰ ਹੈਗੀ ਕਰਾਮਾਤ, ਜਿਹੜੀ ਔਲੀਆ ਰਿਵੀਲ ਕਰਦੇ ਆ, ਔਲੀਆ ਪ੍ਰਗਟ ਕਰਦੇ ਆ। ਫਿਰ ਹੈਗੀ ਆ ਮੌਨਤ, ਇਹ ਹੁੰਦੀ ਆ ਜਿਹੜੀ ਮਜਬੂਜ਼ਾਂ ਤੇ ਦੀਵਾਨੇ ਉਹ ਪ੍ਰਗਟ ਕਰਦੇ ਆ। ਫਿਰ ਹੈਗੀ ਆ ਇਸਤਦਰਾਜ, ਇਹ ਹੈਗੀ ਜਿਹੜੇ ਇਮਾਨ ਤੋਂ ਬਾਹਰ ਹੋਏ ਲੋਕ ਆ ਉਹਨਾਂ ਬਾਰੇ ਉਹ ਉਹਨੂੰ ਨਮੂਦਾਰ ਕਰਦੇ ਆ। ਸੋ ਇਹ ਅਲੱਗ-ਅਲੱਗ ਲੈਵਲਸ ਹੈਗੇ ਆ, ਤੇ ਇਸ ਚੀਜ਼ ਦਾ ਕਾਫੀ ਰਿਸਰਚਰਸ ਵੱਲੋਂ ਖਿਆਲ ਕੀਤਾ ਜਾਂਦਾ ਵੀ ਔਰੰਗਜ਼ੇਬ ਨੂੰ ਇਹ ਕਾਫੀ ਸ਼ੌਂਕ ਸੀਗਾ ਜਾਂ ਸ਼ੱਕ ਸੀਗਾ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਦੇਖਣ ਦਾ, ਤੇ ਉਹ ਇਹ ਵੀ ਨਹੀਂ ਚਾਹੁੰਦਾ ਵੀ ਉਹ ਕਿਸੇ ਨੂੰ ਇਹੋ ਜਿਹਾ ਕੋਈ ਦੂਸ਼ਣ ਲਾ ਦੇਵੇ ਜਾਂ ਕੁਝ ਕਰ ਦੇਵੇ, ਤੇ ਉਹਨਾਂ ਦੇ ਵਿੱਚ ਜਿਹੜੀ ਇਹੋ ਜਿਹੀ ਇਹਨਾਂ ਦੇ ਵਿੱਚੋਂ ਕੋਈ ਚੀਜ਼ ਹੋਵੇ ਜਿਹਦੇ ਨਾਲ ਕਿ ਮੁੜ ਕੇ ਉਹਨੂੰ ਕੋਈ ਸਰਾਪ ਲੱਗ ਜਾਵੇ। ਸੋ ਦੈਟ ਵਾਸ ਵਨ ਆਫ ਦ ਰੀਜ਼ਨ ਹੀ ਵਾਂਟਡ ਟੂ ਸੀ ਦੈਟ ਥਿੰਗ। ਇਸ ਕਰਕੇ ਆਪਣੇ ਲਈ ਜ਼ਰੂਰੀ ਹੈ ਜਿਹੜੇ ਵੀ ਆਪਾਂ ਕਨਵਰਜਨ, ਕੈਲੰਡਰ ਕਨਵਰਜਨ ਦੇ ਵਿੱਚ ਇੰਟਰਸਟ ਰੱਖਦੇ ਹਾਂ, ਪੁਰਾਣੀਆਂ ਡੇਟਸ ਕਨਵਰਜਨ ਇੰਟਰਸਟ ਰੱਖਦੇ ਹਾਂ, ਕਿ ਆਪਾਂ ਇਹ ਜਿਹੜੀ ਡੇਟ ਦਾ ਪ੍ਰਚਾਰ ਕੀਤਾ ਜਾ ਰਿਹਾ ਬਹੁਤ ਇੰਟਰਨੈਸ਼ਨਲ ਸਕਾਲਰਸ ਵੱਲੋਂ, ਆਪਾਂ ਉਹਨੂੰ ਦੁਬਾਰਾ ਰਿਵਿਊ ਕਰੀਏ। ਔਰ ਉਹ ਜਿਹੜੀ ਮੈਂ ਐਗਜ਼ਾਮਪਲਸ 5-6 ਦੇ ਕੇ ਹਟਿਆ ਇੱਕ ਸਤਨਾਮੀ ਰਿਬੈਲੀਅਨ ਦੀ, ਉਹਨੂੰ ਮੁੱਖ ਰੱਖਦਿਆਂ ਹੋਇਆਂ ਜੇ ਸਾਲਾਂ ਦਾ ਫਰਕ ਹੈਗਾ, ਇਸ ਚੀਜ਼ ਨੂੰ ਦੁਬਾਰਾ ਐਕਸਪਰਟਸ ਕੋਲੋਂ ਕਨਵਰਜਨ ਕਰਵਾਈਏ। ਸਿਰਫ ਸਰ ਜਾਦੂਨਾਥ ਸਰਕਾਰ ਦੀ ਉਹ ਲਾਈਨ ਨਾ ਮੰਨੀ ਜਾਈਏ। ਮੈਂ ਇਹ ਨਹੀਂ ਕਹਿਣਾ ਚਾਹ ਰਿਹਾ ਕਿ ਉਹਨਾਂ ਦੀ ਲਾਈਨ ਗਲਤ ਹੈ, ਪਰ ਕਿਉਂਕਿ ਉਹਨਾਂ ਦੀਆਂ ਲਾਈਨਾਂ ਡੇਟ ਕਨਵਰਜਨ ਸਤਨਾਮੀ ਰਿਬੈਲੀਅਨ ਦੀਆਂ ਹੋਰ ਕਈ ਲੋਕਾਂ ਨਾਲ ਨਹੀਂ ਮਿਲਦੀਆਂ, ਜਿਹੜੇ ਕਿ ਉਸ ਵੇਲੇ ਦੇ ਬੜੇ ਇੰਪੋਰਟੈਂਟ ਜਿਹੜੇ ਨੇ ਉਹ ਇਤਿਹਾਸਕਾਰ ਨੇ। ਆਪਾਂ ਆਪਣੇ ਟੌਪਿਕ ਵੱਲ ਆਉਂਦੇ ਹਾਂ। ਜਿਹੜਾ ਨੈਕਸਟ ਸੋਰਸ ਮੈਨੂੰ ਮਿਲਿਆ ਉਹ ਹੈਗਾ ਜੀ ਬਹੁਤ ਇੰਟਰਸਟਿੰਗ, ਖਾਲਸਾਨਾਮਾ। ਇਹ ਬਖਤ ਮਲ ਦਾ ਲਿਖਿਆ ਹੋਇਆ 1814 ਦਾ। ਇੱਥੇ ਮੈਂ ਇੱਕ ਕਿਤਾਬ ਦੱਸ ਦੇਵਾਂ, ਇਹ ਮੈਂ ਕਿਤਾਬ ਪੜ੍ਹ ਰਿਹਾ ਸੀ, ਹਮੇਸ਼ਾ ਮੈਂ ਪੜ੍ਹਦਾ ਹੀ ਇਹ ਕਿਤਾਬ, ਡਿਕਸ਼ਨਰੀ ਆਫ ਇਸਲਾਮ ਹੈਗੀ ਹੈ। ਇਹਦੇ ਵਿੱਚ ਜਦੋਂ ਤੁਸੀਂ ਇਸਲਾਮ ਦੀ ਡਿਕਸ਼ਨਰੀ ਹੈ, ਮਤਲਬ ਦੁਨੀਆ ਭਰ ਚ ਪੜ੍ਹੀ ਜਾਂਦੀ ਹੈ, 1800 ਇਹ ਲਿਖੀ ਗਈ ਸੀ 1886 ਦੀ ਲਿਖੀ ਹੋਈ ਹੈ ਜੀ। ਇਹ ਲਿਖਣ ਵਾਲੇ ਹੈਗੇ ਨੇ ਥਾਮਸ ਪੈਟਰਿਕ ਹਿਊਜ਼। ਮਤਲਬ ਜਿਹੜੇ ਇੰਡੀਆ ਚ ਜਿੰਨੇ ਵੀ ਮੈਂ ਐਕਸਪੈਕਟ ਕਰਦਾ ਕਿ ਜਿਹੜੇ ਅੰਗਰੇਜ਼ ਅਫਸਰ ਆਏ, ICS, ਜਿਹੜੇ ਵੀ ਉੱਥੇ ਦੇ ਸੀਨੀਅਰ ਐਡਮਿਨਿਸਟ੍ਰੇਟਰ ਅਫਸਰ ਆਉਂਦੇ ਸੀ, ਉਹ ਬਕਾਇਦਾ 2-3 ਸਾਲਾਂ ਦੀ ਡਿਗਰੀ ਕਰਕੇ ਆਉਂਦੇ ਸੀ ਇੰਡੀਆ ਦੀ ਬਾਰੇ ਸਟੱਡੀ ਕਰਨ ਲਈ। ਉਹ ਇਦਾਂ ਦੀ ਕਿਤਾਬਾਂ ਜ਼ਰੂਰ ਪੜ੍ਹਦੇ ਹੋਣਗੇ। ਮੈਂ ਇਹ ਹਮੇਸ਼ਾ ਸੋਚਦਾ ਰਹਿੰਦਾ ਆਪਣੇ ਕੰਮ ਦੇ ਵਿੱਚ, ਜਦੋਂ ਉਹਨਾਂ ਨੇ ਇਹ ਕਿਤਾਬ ਪੜ੍ਹੀ ਹੋਊਗੀ, ਜਦੋਂ ਸਿੱਖੀਜ਼ਮ ਬਾਰੇ ਗਏ ਹੋਣ ਪੜ੍ਹਦੇ ਹੋਣਗੇ, ਜਦੋਂ ਉਹ ਗੁਰੂ ਤੇਗ ਬਹਾਦਰ ਜੀ ਬਾਰੇ ਪਹੁੰਚੇ ਹੋਣਗੇ, ਉਹਦੇ ਵਿੱਚ ਕੀ ਲਿਖਿਆ ਹੋਇਆ, ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਮੈਂ ਗੱਲ ਕਰਦਾ। ਉਹਦੇ 'ਚ ਲਿਖਿਆ ਹੋਇਆ, ਮੈਂ ਉੱਥੋਂ ਲਾਈਨ ਪੜ੍ਹ ਕੇ ਸੁਣਾਉਣਾ। ਗੁਰੂ ਤੇਗ ਬਹਾਦਰ was at length arrested and the emperor is stated to have endeavored earnestly to bring him over to the Muslim faith, but when he proved obdurate he was thrown into prison where long continued cruelty induced him to command a Sikh who was with him to cut off his head.
ਇਹ ਮੈਨੂੰ ਗੱਲ ਬੜੀ ਹੈਰਾਨੀ ਲੱਗੀ, ਕਿਉਂਕਿ ਅਸੀਂ ਤਾਂ ਕਦੀ ਇਹ ਗੱਲ ਤਾਂ ਸੁਣੀ ਨਹੀਂ ਸੀ ਵੀ ਗੁਰੂ ਸਾਹਿਬ ਨੇ ਆਪਣੇ ਕਿਸੇ ਸਿੱਖ ਨੂੰ ਇਹ ਕਿਹਾ ਵੀ ਜਿਹੜਾ ਸੀ ਮੇਰਾ ਸਿਰ ਕਲਮ ਕਰਦੇ, ਵੀ ਇਹ ਗੱਲ ਇਹਨੇ ਕਿੱਥੋਂ, ਹੁਣ ਇਹ ਡਿਕਸ਼ਨਰੀ ਹੈਗੀ ਹੈ, ਇਹਨੇ ਆਪਣੇ ਰੈਫਰੈਂਸਿਸ ਦਿੱਤੇ ਨੇ, ਪਿੱਛੇ ਸਾਈਟੇਸ਼ਨ ਦਿੱਤੀਆਂ ਨਹੀਂ। ਪਰ ਇਸ ਚੀਜ਼ ਦਾ ਮੈਂ ਜਦੋਂ ਵੀ ਪੜ੍ਹੀ ਸੀ, ਇਹ 4-5 ਸਾਲ ਪਹਿਲਾਂ ਮੈਂ ਪੜ੍ਹੀ ਸੀ, ਮੇਰੇ ਦਿਮਾਗ 'ਚ ਸੀ ਇਹ ਗੱਲ ਵੀ ਇਹ ਗੱਲ ਨੇ ਨੋਟ ਕਿੱਥੋਂ ਕੀਤੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਕਿਸੇ ਸਿੱਖ ਨੂੰ ਇਹ ਕਿਹਾ ਕਰਨ ਦੇ ਲਈ। ਹੁਣ ਮੈਂ ਜਦੋਂ ਇਹ ਫਾਰਸੀ ਸਰੋਤਾਂ ਬਾਰੇ ਰਿਸਰਚ ਕਰ ਰਿਹਾ ਸੀ, ਇਹਦੇ ਵਿੱਚ ਇਹ ਸਰੋਤ ਹੈ ਬਖਤਮਲ ਦਾ ਖਾਲਸਾਨਾਮਾ। ਉਹਦੇ 'ਚ ਮੈਨੂੰ ਇਹ ਇੰਟਰਸਟਿੰਗ ਗੱਲ ਮਿਲੀ, ਜਿਹਦੇ ਵਿੱਚ ਕਿ ਉਹ ਖਾਲਸਾਨਾਮਾ ਜਿਹੜਾ ਕਿ ਸਿੱਖ ਪੀਰੀਅਡ ਦੇ ਦੌਰਾਨ ਲਿਖਿਆ ਗਿਆ 1814 ਦੇ ਵਿੱਚ, ਜਿਹਦੇ ਵਿੱਚ ਇਹ ਲਿਖਦਾ ਹੈ, ਮੈਂ ਤੁਹਾਨੂੰ ਫਾਰਸੀ 'ਚ ਸੁਣਾਉਣਾ ਤਾਂ ਕਿ ਜਿਹੜੀ ਟਰਾਂਸਲੇਸ਼ਨ ਹੈ ਕਈ ਵਾਰੀ ਉਹਦੇ ਵਿੱਚ ਵੀ ਗੜਬੜ ਹੋ ਜਾਂਦੀ ਹੈ। ਫਾਰਸੀ 'ਚ ਲਿਖਿਆ ਹੈ, ਸਿੱਖੀਆਂ ਗੁਆਂਦ ਜਲਾਦ ਰਾ ਮਗਦੂਰ नाशूद के दस्त बेगोर्द रिसनाद बेफरमान गुर्द सिखियां के हाजिर ओल खिदमत बूद सराश अजतन बर्दाश्त। मतलब गुरु साहब ने अपना ਜਿਹੜਾ ਨਾਲ ਸਿੱਖ ਸੀਗਾ ਉਹਨੂੰ ਇਹ ਜਿਹੜਾ ਸੀ ਉਹ ਹੁਕਮ ਕੀਤਾ ਕਿ ਜਿਹੜਾ ਹੈਗਾ ਮੈਨੂੰ ਸ਼ਹੀਦ ਕਰ ਦੇ। ਜਦੋਂ ਜਿਹੜੇ ਸੀ ਉੱਥੇ ਜਿਹੜੇ ਜਲਾਦ ਸੀ ਉਹ ਗੁਰੂ ਸਾਹਿਬ ਨੂੰ ਸ਼ਹੀਦ ਨਹੀਂ ਕਰ ਪਾਏ। ਉਹ ਜਿਹੜਾ ਡਿਕਸ਼ਨਰੀ ਸੀਗੀ ਉਹਨੇ ਕੁਝ ਹੋਰ ਆਪਣੇ ਕੋਲ ਅੱਗੇ ਮਸਾਲਾ ਲਾਤਾ। ਮੁੜ ਕੇ ਲੋਕੀ ਉਸ ਗੱਲ ਨੂੰ ਕਹਿੰਦੇ ਵੀ ਉਹਨੂੰ ਇਹ ਹਿਸਟੋਰੀਅਨਸ ਤੇ ਡਿਪੈਂਡ ਕਰਦਾ ਹੁੰਦਾ ਵੀ ਉਹਨਾਂ ਨੇ ਕਿੱਦਾਂ ਗੱਲ ਨੂੰ ਐਕਸਪਲੋਇਟ ਕਰਨਾ। ਸੋ ਆਈ ਥਿੰਕ ਦੈਟਸ ਫਰੋਮ ਵੇਅਰ ਇਟ ਸਟਾਰਟਸ। ਇਹ ਜਿਹੜਾ ਫਾਰਸੀ ਦਾ ਰੈਫਰੈਂਸ ਸੋਰਸ ਹੈਗਾ ਖਾਲਸਾ ਨਾਮਾ 1814 ਦੀ ਲਿਖਤ ਹੈਗੀ ਹੈ ਬਖਤਮਾਲ, ਜਿਹਦੇ ਵਿੱਚ ਆਪਾਂ ਨੂੰ ਇਹ ਜਿਹੜੀ ਐਂਟਰੀ ਹੈਗੀ ਹੈ ਸਭ ਤੋਂ ਪਹਿਲਾਂ ਮਿਲ ਜਾਂਦੀ ਹੈ। ਇੱਥੇ ਹੀ ਇਸੇ ਫਾਰਸੀ ਸਰੋਤ 'ਚ ਇੱਕ ਹੋਰ ਚੀਜ਼ ਬੜੀ ਮੈਨੂੰ ਇੰਟਰਸਟਿੰਗ ਮਿਲ ਗਈ ਕਿ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਇਹ ਮੈਨੂੰ ਹੁੰਦਾ ਹਮੇਸ਼ਾ ਕਿ ਗੁਰਦੁਆਰਾ ਸਾਹਿਬ ਦੀ ਪਹਿਲੀ ਬਿਲਡਿੰਗ ਕਦੋਂ ਉਸਾਰੀ ਗਈ, ਉਹਦੀ ਓਰੀਜਨਲ ਕੰਸਟਰਕਸ਼ਨ 'ਚ ਕਿਹਨੇ ਰੋਲ ਅਦਾ ਕੀਤਾ। ਇੱਥੇ ਨਾਮ ਆਉਂਦਾ ਹੈ ਸਰਦਾਰ ਬਘੇਲ ਸਿੰਘ ਜੀ ਦਾ। ਜਦੋਂ ਉਹਨਾਂ ਨੇ ਦਿੱਲੀ ਤੇ ਕਬਜ਼ਾ ਕੀਤਾ, ਉਹਨਾਂ ਨੇ ਫਿਰ ਉੱਥੇ ਦਿੱਲੀ ਸੀ ਅਲੀ ਗੌਹਰ, ਇਹ ਮੈਂ ਇਸ ਫਾਰਸੀ ਦੀ ਕਿਤਾਬ 'ਚ ਟ੍ਰਾਂਸਲੇਸ਼ਨ ਤੁਹਾਨੂੰ ਦੱਸ ਰਿਹਾ, ਉਹਨੇ ਅਲੀ ਗੌਹਰ ਨੂੰ ਪਰਸੂਏਟ ਕੀਤਾ ਕਿ ਜਿਹੜਾ ਪਿਪਲੀ ਹੈਗਾ ਪਿੰਡ ਪਰਗਾਣਾ ਖਰਖੁਦਾ, ਉਹਦੇ ਤੋਂ ਜਿਹੜਾ ਰੈਵਨਿਊ ਆਉਂਦਾ ਉਹ ਇਸ ਗੁਰਦੁਆਰੇ ਦੇ ਨਾਮ ਤੇ ਜਿਹੜਾ ਲਾਇਆ ਜਾਵੇ, ਇਸ ਜਗ੍ਹਾ ਦੇ ਉੱਪਰ ਲਾਇਆ ਜਾਵੇ, ਜਿਹੜਾ ਇਸ ਥੜੇ ਨੂੰ ਜਾਂ ਉਸ ਵੇਲੇ ਜਿਹੜੀ ਜਗ੍ਹਾ ਬਣਾਈ ਉਹਨਾਂ ਨੇ ਉਹਦੀ ਮੇਨਟੇਨੈਂਸ ਕਰਦਾ। ਤੇ ਨਾਲ ਉਹਨੇ 1 ਰੁਪਈਆ ਜਿਹੜਾ ਸੀ ਨਾਲ ਰੋਜ਼ ਡੇਲੀ ਇਸ ਜਗ੍ਹਾ ਨੂੰ ਜਿਹੜੀ ਸੀ ਗ੍ਰਾਂਟ ਦਿੱਤੀ। ਤੇ ਇਹ ਜਿਹੜਾ ਲਿਖਣ ਵਾਲਾ ਹੈਗਾ ਬਖਤਮਲ ਆਪਣੀ ਕਿਤਾਬ ਖਾਲਸਾਨਾਮਾ 'ਚ ਲਿਖਦਾ, ਜਦੋਂ 1814 'ਚ ਲਿਖ ਰਿਹਾ ਵੀ ਹੁਣ ਤੱਕ ਵੀ ਉਹ ਜਿਹੜੀ ਗ੍ਰਾਂਟ ਹੈਗੀ ਆ ਉਹ ਚੱਲੀ ਜਾ ਰਹੀ ਹੈ। ਮਤਲਬ ਐਟ ਦਾ ਟਾਈਮ ਆਫ ਹਿਜ਼ ਰਾਈਟਿੰਗ ਜਿਹੜੀ ਵੀ ਗ੍ਰਾਂਟ ਸੀਗੀ ਉਹ ਚੱਲਦੀ ਜਾ ਰਹੀ ਸੀ। ਅਗਲਾ ਜਿਹੜਾ ਸਰੋਤ ਆਉਂਦਾ, ਜੇ ਮੈਂ ਨਾ ਸਾਰੇ ਸਰੋਤਾਂ 'ਚੋਂ ਕਹਾਂ ਵੀ ਸਿੱਖ ਕੌਮ ਦਾ ਬਹੁਤ ਨੁਕਸਾਨ ਕਿਹਨੇ ਕੀਤਾ, ਇਹਦੇ ਬਾਰੇ ਅਕਸਰ ਨਾ ਇਹਨਾਂ ਚੀਜ਼ਾਂ ਤੇ ਅਕਸਰ ਐਕਚੁਅਲੀ ਫੇਸਬੁੱਕ ਤੇ ਗੱਲ ਹੁੰਦੀ ਰਹਿੰਦੀ ਹੈ। ਭੈਣ ਜੀ ਨਿਮੇਸ਼ਵਰ ਕੌਰ ਜੀ ਨਾਲ ਨੇ ਸਾਡੇ, ਇਹਨਾਂ ਨੇ ਵੀ ਨੋਟ ਕੀਤੀਆਂ ਇਹ ਗੱਲਾਂ ਕਿ ਕਈ ਲੋਕਾਂ ਨੇ ਸਿੱਖ ਧਰਮ ਬਾਰੇ ਗੱਲਾਂ ਇਹੋ ਜਿਹੀਆਂ ਅੱਗੇ ਦੀ ਅੱਗੇ ਰੋਂਗ ਲਿਖੀਆਂ ਹੋਈਆਂ ਜਿਹਦਾ ਸਾਨੂੰ ਬਹੁਤ ਨੁਕਸਾਨ ਹੁੰਦਾ। ਅਕਸਰ ਇਹ ਫੇਸਬੁੱਕ ਤੇ ਟੌਪਿਕ ਸੋਸ਼ਲ ਮੀਡੀਆ ਤੇ ਹੁੰਦੇ ਰਹਿੰਦੇ ਆ, ਪਰ ਮੇਰੀ ਉੱਥੇ ਸਭ ਨੂੰ ਇਹੀ ਹੁੰਦੀ ਹੈ, ਮੈਂ ਲਿਖਦਾ ਨਹੀਂ ਕਦੀ, ਪਰ ਮੈਂ ਫੀਲ ਕਰਦਾ ਹੁੰਦਾ ਕਿ ਆਪਾਂ ਜਦ ਤੱਕ ਆਪਾਂ ਖੁਦ ਹੀ ਪੂਰੇ ਹਥਿਆਰਬੰਦ ਨਹੀਂ ਹੁੰਦੇ, ਹਥਿਆਰਬੰਦ ਦਾ ਮਤਲਬ ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਹਥਿਆਰ ਫਿਜ਼ੀਕਲ ਵੈਪਨ, ਜਦ ਤੱਕ ਆਪਾਂ ਆਰਗੂਮੈਂਟ ਦੇ ਨਾਲ ਆਪਾਂ ਪੂਰੀ ਜਿੱਦਾਂ ਵਕੀਲ ਇਕੱਠੇ ਹੁੰਦੇ, ਆਪਾਂ ਜਦ ਤੱਕ ਫਾਈਲਾਂ ਇਕੱਠੀਆਂ ਕਰਕੇ ਜਦ ਤੱਕ ਆਪਣੇ ਕੋਲ ਪੂਰਾ ਮਸਾਲਾ ਆਪਣੇ ਟੇਬਲ ਤੇ ਨਹੀਂ ਹੈਗਾ, ਆਪਾਂ ਫੇਸਬੁੱਕ ਤੇ WhatsApp ਤੇ ਕਿਤੇ ਵੀ ਇੰਟਰਨੈਸ਼ਨਲ ਡਿਬੇਟ 'ਚ ਆਪਾਂ ਕੁਝ ਗੱਲ ਹੀ ਨਹੀਂ ਕਰ ਸਕਦੇ, ਕਿਉਂਕਿ ਆਪਾਂ ਉਹਦੀ ਡੈਪਥ ਤੱਕ ਜਾਂਦੇ ਹੀ ਨਹੀਂ ਹੈ। ਇਦਾਂ ਹੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਬਾਰੇ ਜੇ ਸਭ ਤੋਂ ਕਿਸੇ ਨੇ ਨੁਕਸਾਨ ਕੀਤਾ ਫਾਰਸੀ ਦੀ ਕਿਤਾਬ ਨੇ, ਮੇਰੇ ਖਿਆਲ 'ਚ ਉਹ ਹੈਗੀ ਜਿਹੜਾ ਨੈਕਸਟ ਸੋਰਸ ਮੈਂ ਗੱਲ ਕਰਨ ਲੱਗਾ ਉਹ ਹੈਗਾ ਸਿਆਰੁਲ ਮੁਤਾਖਰੀਨ, ਇਹ ਗੁਲਾਮ ਹੁਸੈਨ ਜੀ ਦੀ ਲਿਖੀ ਹੋਈ ਕਿਤਾਬ ਹੈ। ਇਸ ਕਿਤਾਬ ਨਾਲ ਮੇਰਾ ਪਹਿਲਾਂ ਵੀ ਇੱਕ ਵਾਰੀ ਵਾਹ ਪਿਆ ਸੀ ਜਦੋਂ ਮੈਂ ਆਪਣੀ ਬੁੱਕ ਲਿਖ ਰਿਹਾ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਚੈਪਟਰ ਦੇ ਵਿੱਚ। ਉਹਦੇ ਵਿੱਚ ਇਹ ਲਿਖਦੇ ਆ ਕਿ ਗੁਰੂ ਨਾਨਕ ਦੇਵ ਜੀ ਨੂੰ ਬਚਪਨ 'ਚ ਪੜ੍ਹਾਉਣ ਵਾਲਾ ਉਹਨਾਂ ਦਾ ਨੇਬਰ ਸੀ ਸੈਯਦ ਹੁਸੈਨ ਕਰਕੇ, ਜਿਹਦੀ ਮੈਂ ਕਾਫੀ ਖੋਜ ਪੜਤਾਲ ਕੀਤੀ, ਮੈਨੂੰ ਕੋਈ ਉਹ ਕਰੈਕਟਰ ਹੀ ਨਹੀਂ ਮਿਲਿਆ ਜਿਹੜਾ ਇਸ ਕਿਤਾਬ ਦੇ ਆਥਰ ਨੇ ਗੁਰੂ ਸਾਹਿਬ ਦੀ ਬਚਪਨ ਦੇ ਨਾਲ ਜੋੜਿਆ ਸੀ। ਹੁਣ ਆਪਾਂ ਗੱਲ ਕਰੀਏ ਪਹਿਲਾਂ ਇਸ ਆਥਰ ਦੀ, ਜਿਹੜਾ ਗੁਲਾਮ ਹੁਸੈਨ ਆਥਰ ਹੈ, ਇਹਨੇ ਇਹ ਕਿਤਾਬ ਕੰਪਲੀਟ ਤਾਂ ਕੀਤੀ ਸੀਗੀ 1783 ਦੇ ਵਿੱਚ, ਛਪੀ ਮੁੜ ਕੇ ਜਾ ਕੇ 30-40 ਸਾਲਾਂ ਬਾਅਦ ਜਾ ਕੇ ਪ੍ਰਿੰਟਿੰਗ ਹੋਈ ਸੀਗੀ। ਸੋ 1783 ਦੇ ਆਪਾਂ ਮੰਨ ਕੇ ਚੱਲਦੇ ਹਾਂ, 1783 ਦੀ ਇਹ ਲਿਖਤ ਹੈਗੀ ਆ। ਆਥਰ ਜਿਹੜਾ ਗੁਲਾਮ ਹੁਸੈਨ ਦਾ ਪੂਰਾ ਨਾਮ ਹੈਗਾ ਸੈਯਦ ਗੁਲਾਮ ਹੁਸੈਨ ਤਬਤਾਬਾਈ, ਇਹਨੂੰ ਈਸਟ ਇੰਡੀਆ ਕੰਪਨੀ ਨੇ ਹਾਇਰ ਕੀਤਾ ਹੋਇਆ ਸੀ। ਇਹ ਜਿੰਨੇ ਵੀ ਆਪਾਂ ਸੋਰਸਿਸ ਦੀ ਪਹਿਲਾਂ ਗੱਲ ਕਰਕੇ ਹਟੇ ਨਾ, ਜ਼ਿਆਦਾਤਰ ਈਸਟ ਇੰਡੀਆ ਕੰਪਨੀ ਨੇ ਹੀ ਇਹਨਾਂ ਨੂੰ ਜਿੱਦਾਂ ਇਹ ਜੌਬ ਦਿੱਤੀ ਹੋਈ ਸੀ। ਇਹ ਲੋਕਾਂ ਨੇ ਕੋਈ ਸ਼ੌਕੀਆ ਜਿੱਦਾਂ ਪੈਸ਼ਨ ਵਾਂਗੂ ਕਈ ਵਾਰੀ ਆਪਾਂ ਕੰਮ ਕਰਦੇ ਹਾਂ, ਇਦਾਂ ਕੋਈ ਚੀਜ਼ਾਂ ਨੇ ਲਿਖੀਆਂ ਹੋਈਆਂ, ਉਹ ਇੰਨੀ ਡਿਟੇਲ 'ਚ ਨਹੀਂ ਗਏ। ਉਹਨਾਂ ਦਾ ਕੰਮ ਸੀਗੀ ਸਿਰਫ ਜੌਬ ਕਿ ਸਿੱਖਾਂ ਬਾਰੇ ਇਨਫੋਰਮੇਸ਼ਨ ਸਾਨੂੰ ਦਿਓ, ਤੇ ਜਿੰਨੀ ਕੁ ਇਨਫੋਰਮੇਸ਼ਨ ਉਹਨਾਂ ਨੂੰ
ਜ਼ਿਆਦਾ ਮਿਹਨਤ ਕਰਨ ਤੋਂ ਬਿਨਾਂ ਮੈਨੂੰ ਲੱਗਦਾ ਮਿਲਦੀ ਗਈ, ਉਹ ਉਨੀ ਜਿਹੜੀ ਸੀ ਇਕੱਠੀ ਕਰਕੇ ਲਿਖਦੇ ਗਏ, ਬਜਾਏ ਕਿ ਉਹ ਲੋਕਾਂ ਤੱਕ ਪਹੁੰਚਦੇ, ਫੀਲਡ ਵਰਕ ਕਰਦੇ। ਮੈਨੂੰ ਨਹੀਂ ਲੱਗਦਾ ਇਹ ਸਾਰੇ ਪੋਰੀਜਨ ਸੋਰਸਿਸ ਚੋਂ ਕਿਸੇ ਨੇ ਵੀ ਸਿੱਖ ਟ੍ਰੈਡੀਸ਼ਨਸ ਜਿਹੜੀਆਂ ਸੀਗੀਆਂ ਪਿੰਡਾਂ ਵਿੱਚ ਉਹ ਜਾ ਕੇ ਜਾਣਨ ਦੀ ਕੋਸ਼ਿਸ਼ ਕੀਤੀ। ਨਹੀਂ ਤਾਂ ਜਿਹੜੀ ਸੀ ਇਹ ਜਿਹੜੇ ਤੱਥ ਸੀ ਉਹ ਹੋਰ ਤਰ੍ਹਾਂ ਲਿਖੇ ਜਾਂਦੇ, ਜਾਂ ਇਹ ਵੀ ਹੋ ਸਕਦਾ ਕਿ ਮੌਕੇ ਦੀ ਸਰਕਾਰ ਤੋਂ ਡਰਦੇ ਆ ਵੀ ਜਿਹੜਾ ਇਤਿਹਾਸ ਹੈ ਕਈ ਵਾਰੀ ਉਸ ਹਿਸਾਬ ਨਾਲ ਲਿਖਿਆ ਜਾਂਦਾ ਕਿ ਹੁਣ ਵਾਂਗੂ ਡੈਮੋਕ੍ਰੇਸੀ ਤਾਂ ਹੈ ਨਹੀਂ ਗੀ, ਹੁਣ ਵੀ ਲੋਕੀ ਡਰ ਜਾਂਦੇ ਆ ਸਰਕਾਰ ਤੋਂ। ਮਤਲਬ ਜਿਹੜੇ ਪਹਿਲੇ ਜ਼ਮਾਨੇ 'ਚ ਤਾਂ ਸ਼ਾਇਦ ਕਾਫੀ ਇਸ ਚੀਜ਼ ਦਾ ਪ੍ਰਭਾਵ ਪੈਂਦਾ ਹੋਊਗਾ। ਚਲੋ ਆਪਾਂ ਗੱਲ ਕਰਦੇ ਹਾਂ ਇਸ ਕਿਤਾਬ ਦੀ ਸਿਆਰੁਲ ਮੁਤਾਖਰੀਨ ਦੀ। ਸਭ ਤੋਂ ਪਹਿਲਾਂ ਤਾਂ ਇਹਦੀ ਗੱਲ ਕਰੀਏ ਆਪਾਂ ਜਿਹੜੀ ਟ੍ਰਾਂਸਲੇਸ਼ਨ ਜਿਹੜੀ ਦੁਨੀਆ ਭਰ 'ਚ ਬਹੁਤ ਮਸ਼ਹੂਰ ਹੋਈ ਹੈ, ਜਿਹੜੀ ਕਿ ਸਾਰੇ ਲੋਕੀ ਜਿਹੜੇ ਉਹਨੂੰ ਮਤਲਬ ਦੈਟ ਇਜ਼ ਮੋਸਟ ਕਾਮਨ। ਮੈਂ ਹੁਣ ਜਿਹੜੀ ਟ੍ਰਾਂਸਲੇਸ਼ਨ ਤੋਂ ਜਦੋਂ ਮੈਂ ਵੀ ਪਹਿਲਾਂ ਸਭ ਤੋਂ ਉਹਨੂੰ ਪੜ੍ਹਿਆ ਸੀਗਾ, ਦੈਟ ਇਜ਼ ਡਨ ਬਾਈ ਜੌਨ ਬ੍ਰਿਗਸ। ਸਭ ਤੋਂ ਪਹਿਲਾਂ ਤਾਂ ਉਹਦੀ ਟ੍ਰਾਂਸਲੇਸ਼ਨ 'ਚ ਇਹ ਸਾਰਾ ਕੰਮ ਮੈਂ ਜਿੰਨਾ ਵੀ ਹੈਗਾ ਇਹ ਸਾਰਾ ਮੈਂ ਦੁਬਾਰਾ ਤੋਂ ਭਾਵਾਂ ਇਹ ਮੈਂ ਆਪਣੇ ਸੁਣਨ ਵਾਲੇ ਜਿਹੜੇ ਸਰੋਤਿਆਂ ਦੇ ਵਿੱਚ ਜਿਹੜੇ ਸਟੂਡੈਂਟਸ ਹੈਗੇ ਨੇ, ਕੁਝ ਟੀਚਰ ਸਾਹਿਬਾਨ ਨੂੰ ਤਾਂ ਪਤਾ ਹੀ ਹੈ, ਮੈਂ ਖੁਦ ਫੀਲ ਵੀ ਨਹੀਂ ਕਰਦਾ ਕਿ ਮੈਂ ਤੁਹਾਨੂੰ ਮੁਖਾਤਿਬ ਹੋ ਕੇ ਕੁਝ ਕਹਾਂ, ਪਰ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੂੰਗਾ ਕਿ ਕਿੰਨੇ ਵੀ ਵਧੀਆ ਤੋਂ ਵਧੀਆ ਦੁਨੀਆ ਭਰ ਦੇ ਫੇਮਸ ਆਥਰ ਨੇ ਟ੍ਰਾਂਸਲੇਸ਼ਨ ਕੀਤੀ ਹੋਵੇ, ਆਪਣੇ ਲਈ ਜ਼ਰੂਰੀ ਹੈ ਕਿ ਆਪਾਂ ਦੁਬਾਰਾ ਨਵੇਂ ਸਿਰਿਓਂ ਹਰ ਟ੍ਰਾਂਸਲੇਸ਼ਨ ਜਿਹੜੀ ਹੈ 30-40 ਸਾਲਾਂ ਬਾਅਦ ਉਹਦਾ ਮਤਲਬ ਵੀ ਬਦਲਣ ਲੱਗ ਪੈਂਦਾ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਪੁਰਾਣੀਆਂ ਲਿਖੀਆਂ ਹੋਈਆਂ ਇਹਨਾਂ ਦੇ ਨਵੇਂ ਅੱਖਰਾਂ ਦਾ ਮਤਲਬ ਜਿਹੜਾ ਹੈਗਾ ਉੱਥੇ ਦੇ ਮੂਲ ਲੋਕਾਂ ਦੀ ਹੈਲਪ ਦੇ ਨਾਲ ਨਿਕਲਣ ਲੱਗ ਪੈਂਦਾ। ਸੋ ਇਹ ਜਿਹਨੇ ਟ੍ਰਾਂਸਲੇਸ਼ਨ ਕਰਵਾਈ ਹੈ ਜੌਨ ਬ੍ਰਿਗਸ ਨੇ, ਦਾ ਸਿਆਰੁਲ ਮੁਤਾਖਰੀਨ, a history of the Mohammedan power in India during the last century, ਇਹ ਉਹਦਾ ਬੁੱਕ ਦਾ ਨਾਮ ਹੈਗਾ। ਬਹੁਤ ਪਪੂਲਰ ਬੁੱਕ ਹੋਈ ਇਹ ਵਰਲਡ ਦੇ ਵਿੱਚ, ਦੁਨੀਆ ਭਰ 'ਚ ਮੇਰੇ ਖਿਆਲ ਹੈ ਵੀ ਕੋਈ ਲਾਇਬ੍ਰੇਰੀ ਨਹੀਂ ਹੋਊਗੀ। ਮੈਂ ਟੈਸਟ ਕਰਦਾ ਹੁੰਦਾ ਵੀ ਕਿਤਾਬਾਂ ਕਿੱਥੇ ਪਹੁੰਚੀਆਂ ਹੋਈਆਂ, ਡਿਕਸ਼ਨਰੀ ਆਫ ਇਸਲਾਮ ਹੋਊਗੀ, ਇਹ ਕਿਤਾਬ ਹੋਈ, ਇਹ ਦੁਨੀਆ ਭਰ ਦੀ ਹਰੇਕ ਲਾਇਬ੍ਰੇਰੀ 'ਚ ਹੈਗੀ ਹੈ। ਤੇ ਆਪਾਂ ਆਪਣੀਆਂ ਕਿਤਾਬਾਂ ਨੂੰ ਤਰਸਦੇ ਹੁੰਦੇ ਆ ਵੀ ਕਿਤੇ ਰਖਵਾ ਲਈਏ। ਇਹ ਕਿਤਾਬਾਂ ਆਲਰੇਡੀ ਉਹਨਾਂ ਤੱਕ ਪਹੁੰਚੀਆਂ ਹੋਈਆਂ ਜਿਹੜੇ ਲੋਕੀ ਕੰਪੈਰੀਟਿਵ ਸਟੱਡੀ ਆਫ ਰਿਲੀਜਨ ਕਰਦੇ ਹੈਗੇ ਆ। ਸੋ ਇਹ ਜਿਹੜੀ ਕਿਤਾਬ ਹੈਗੀ ਹੈ ਜੌਨ ਬ੍ਰਿਗਸ ਦੁਆਰਾ ਲਿਖੀ ਹੋਈ, ਲੰਡਨ 'ਚ ਪ੍ਰਿੰਟ ਹੋਈ ਹੈ, ਇਹ 1830 ਦੇ ਵਿੱਚ ਮੇਰੇ ਖਿਆਲ ਪ੍ਰਿੰਟ ਹੋਈ ਹੈ। ਇਹਦੇ ਵਿੱਚ ਇਹ ਲਿਖਦਾ ਕਿ ਇੰਗਲਿਸ਼ ਟ੍ਰਾਂਸਲੇਸ਼ਨ ਦੇ ਵਿੱਚ, ਪਹਿਲਾਂ ਆਪਾਂ ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਦੀ ਗੱਲ ਕਰਦੇ ਹਾਂ। ਇਹ ਲਿਖਦਾ ਵੀ the ninth in succession from this Angad was one Tegh Bahadur who used to go armed। ਉਹ ਕਹਿੰਦਾ ਵੀ ਇਹ ਹਥਿਆਰਬੰਦ ਹੁੰਦੇ ਸੀਗੇ। Finding himself at the head of so many thousand people, he aspired to sovereignty and united himself to Adim Hafiz, a Musliman darwish of the fraternity of Sheikh Shah Ahmad Sarhandi। ਇਹਨੇ ਆਪਣਾ ਕੰਮ ਬਹੁਤ ਸੌਖਾ ਕਰ ਦਿੱਤਾ ਕਿਉਂਕਿ ਇਹਨੇ ਫੇਰ ਇੱਕ ਨਾਮ ਵਿੱਚ ਐਡ ਕਰ ਦਿੱਤਾ ਆਦਮ ਹਾਫਿਜ਼। ਸੋ ਇਸ ਕਰਕੇ ਮੈਨੂੰ ਇਹ ਹੁੰਦਾ ਕਿ ਆਪਾਂ ਨੂੰ ਇਹਨਾਂ ਜਿਹੜਾ ਲੋਕਾਂ ਨੇ ਇਦਾਂ ਗੁਰੂ ਸਾਹਿਬ ਬਾਰੇ ਲਿਖਿਆ ਹੋਇਆ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਉਹਨਾਂ ਨੇ ਕਲੂ ਆਪਣੇ ਲਈ ਛੱਡ ਦਿੱਤੇ ਕਿ ਆਪਾਂ ਇਹਨਾਂ ਨੂੰ ਝੂਠਾ ਸਾਬਤ ਕਰ ਸਕੀਏ। ਇਹਨੇ ਇੱਕ ਤਾਂ ਨਾਮ ਲੈਤਾ ਵਿਦ ਆਦਮ ਹਾਫਿਜ਼ ਦਾ। ਅੱਗੇ ਜਾ ਕੇ ਲਿਖਦਾ ਵੀ ਗੁਰੂ ਸਾਹਿਬ ਨੇ ਸਾਰਾ ਇਲਾਕਾ ਜਿਹੜਾ ਸੀ ਉਹ ਪਲੰਡਰ ਕਰ ਰਹੇ ਸੀਗੇ, ਵੇਸਟ ਕੀਤਾ ਹੋਇਆ ਸੀ ਪੰਜਾਬ ਨੂੰ, ਤੇ ਜਿਹੜੇ ਹਿੰਦੂ ਸੀ ਉਹਨਾਂ ਦੇ ਉੱਤੇ ਹੀ ਹੈਡ ਲੈਵਿਡ ਕੰਟਰੀਬਿਊਸ਼ਨ, ਤੇ ਜਿਹੜੇ ਸੀ ਉਹਨਾਂ ਦੇ ਉੱਤੇ ਕੋਈ ਨਾ ਕੋਈ ਜਿਹੜਾ ਸੀ ਉਹ ਪੈਸੇ ਇਕੱਠੇ ਕਰ ਰਹੇ ਸੀ। ਜਿਹੜਾ ਹਾਫਿਜ਼ ਸੀਗਾ ਇਹਨਾਂ ਦਾ ਦੋਸਤ, ਉਹ ਮੁਸਲਮਾਨਾਂ ਤੋਂ ਇਕੱਠੇ ਕਰ ਰਿਹਾ ਸੀ ਇਹ ਇੰਨੇ ਪੈਸੇ। ਤੇ ਜਦੋਂ ਇਸ ਚੀਜ਼ ਦਾ ਔਰੰਗਜ਼ੇਬ ਨੂੰ ਪਤਾ ਲੱਗਿਆ, ਮੈਂ ਇੰਗਲਿਸ਼ ਦੀ ਟ੍ਰਾਂਸਲੇਸ਼ਨ ਜਿਹੜੀ ਹੈਗੀ ਉਹ ਤੁਹਾਨੂੰ ਬੋਲ ਕੇ ਦੱਸ ਰਿਹਾ ਪੰਜਾਬੀ ਦੇ ਵਿੱਚ, ਜਦੋਂ ਇਸ ਚੀਜ਼ ਦਾ ਔਰੰਗਜ਼ੇਬ ਨੂੰ ਪਤਾ ਲੱਗਾ, ਉਹਨੇ ਇਹਨਾਂ ਦੋਨਾਂ ਨੂੰ ਆਰਡਰ ਕੀਤਾ ਇਹਨਾਂ ਨੂੰ ਕੈਪਚਰ ਕੀਤਾ ਜਾਵੇ, ਆਦਮ ਹਾਫਿਜ਼ ਨੂੰ ਐਂਡ ਗੁਰੂ ਤੇਗ ਬਹਾਦਰ ਜੀ ਨੂੰ। ਜਿਹੜਾ ਤਾਂ ਸੀ ਇਹ ਆਦਮ ਹਾਫਿਜ਼, ਇਹਨੂੰ ਭੇਜ ਦਿੱਤਾ ਵੀ ਤੂੰ ਅਟਕ ਦੇ ਰਿਵਰ ਤੋਂ ਇਧਰਲੇ ਪਾਸੇ ਦੁਬਾਰਾ ਨਹੀਂ ਆਉਣਾ। ਤੇ ਗੁਰੂ ਤੇਗ ਬਹਾਦਰ ਜੀ ਨੂੰ ਜਿਹੜਾ ਸੀ ਇਹਨਾਂ ਨੇ ਹੀ ਸੈਂਟ ਟੂ ਪ੍ਰਿਜ਼ਨ ਤੇ ਮੁੜ ਕੇ ਐਗਜ਼ੀਕਿਊਸ਼ਨ ਦਾ ਆਰਡਰ ਦੇ ਦਿੱਤਾ। ਤੇ ਇੰਗਲਿਸ਼ ਟ੍ਰਾਂਸਲੇਸ਼ਨ 'ਚ ਲਿਖਦਾ, ਸਮ ਟਾਈਮ ਆਫਟਰ ਦਿਸ ਗੁਰੂ ਤੇਗ ਬਹਾਦਰ suffered death and his body being cut into 4 quarters and was exposed at the 4 gates of the fortress of Gwalior। ਹੁਣ ਜੇ ਤੁਸੀਂ ਇਹ ਕਿਤਾਬ ਅੰਗਰੇਜ਼ੀ 'ਚ ਪੜ੍ਹਦੇ ਆ, ਤੁਹਾਨੂੰ ਇਹ ਲੱਗੂਗਾ ਕਿ ਇਸ ਕਿਤਾਬ ਦੀ ਸਭ ਤੋਂ ਵੱਡੀ ਗਲਤੀ ਇਹ ਹੈਗੀ ਆ ਸਿਆਰੁਲ ਮੁਤਾਖਰੀਨ ਦੀ, ਵੀ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਗਵਾਲੀਅਰ 'ਚ ਦਿਖਾ ਰਿਹਾ ਔਰ ਇਹ ਦੱਸ ਰਿਹਾ ਕਿ ਗੁਰੂ ਸਾਹਿਬ ਦੇ ਬੋਡੀ ਦੇ 4 ਪਾਰਟਸ ਕੀਤੇ ਗਏ। ਤੇ ਆਪਾਂ ਇਹਦਾ ਆਨਸਰ ਦੇਵਾਂਗੇ ਕਿ ਨਹੀਂ ਜੀ ਇਹ ਤਾਂ ਗੱਲ ਹੀ ਗਲਤ ਹੈ, ਕਿਉਂਕਿ ਗੱਲ ਹੀ ਦਿੱਲੀ ਦੀ ਹੋਈ ਹੈ। ਪਰ ਜਦੋਂ ਇਹਦਾ ਮੈਂ ਓਰੀਜਨਲ ਜਾ ਕੇ ਫਾਰਸੀ ਦੀ ਓਰੀਜਨਲ ਕਿਤਾਬ 'ਚ ਜਾ ਕੇ ਪੜ੍ਹਿਆ, ਮੈਂ ਉੱਥੋਂ ਤੁਹਾਨੂੰ ਜਿਹੜਾ ਹੈਗਾ ਲਾਈਨਾਂ ਸੁਣਾਉਣਾ। ਮੈਂ ਬੋਲ ਕੇ ਇਸ ਕਰਕੇ ਦੱਸਦਾ ਹੁੰਦਾ ਕਿ ਤੁਸੀਂ ਵੀ, ਤੁਹਾਡੇ ਚੋਂ ਕਈ ਫਾਰਸੀ ਜਾਣਦੇ ਹੋਣਗੇ ਜਾਂ ਚੀਜ਼ ਰਿਕਾਰਡ ਹੋ ਜਾਂਦੀ ਹੈ ਮੁੜ ਕੇ, ਜਿਹੜੀ ਮੇਰੇ ਕੋਲੋਂ ਵੀ ਟ੍ਰਾਂਸਲੇਸ਼ਨ ਕਰਵਾਉਂਦੇ ਗਲਤੀ ਹੋਈ ਹੈ ਉਹ ਜਿਹੜੀ ਸੁਧਾਰੀ ਜਾ ਸਕਦੀ ਹੈ। ਸੋ ਇਸ ਕਿਤਾਬ ਦੀ ਮੂਲ ਸਕ੍ਰਿਪਟ 'ਚ ਕੀ ਲਿਖਿਆ ਹੋਇਆ, ਹਾਫਿਜ਼ ਆਦਮ ਨਾਮੇ ਫਕੀਰੀ ਅਜ਼ ਫਿਰਕਾ ਮੁਰੀਦਨ ਸ਼ੇਖ ਅਹਿਮਦ ਸਰਹੰਦੀ ਜਾਮੀਆ ਕਸੀਰ ਬਾ ਮੁਰੀਦ ਬਾ ਪੈਰਵਾਈ खुद बा हम रासनीदा हर दो का शिवाय अक्स वजह ब जबर व तहादुत इख्तियार ना मोदा दर मुल्क के पंजाब मायर दी दादान आलमगीर बद इना खबर बा हकीम लाहौर
ਨਿਵਸ਼ਤ ਕੀ ਹੋਰ ਦੋ ਰਾਹ ਗ੍ਰਿਫਤਾਰ। ਇੱਕ ਤਾਂ ਇਹ 'ਚ ਕਲੀਅਰ ਹੋ ਗਿਆ ਵੀ ਉਹਨੇ ਲਾਹੌਰ ਦਾ ਨਾਮ ਲਿਆ, ਗਵਾਲੀਅਰ ਦਾ ਨਹੀਂ। ਸੋ ਆਈ ਡੋਂਟ ਨੋ ਵੀ ਇਹ ਜਿਹੜਾ ਜੌਨ ਬ੍ਰਿਗਸ ਟ੍ਰਾਂਸਲੇਸ਼ਨ ਕਰ ਰਿਹਾ ਸੀ ਇਹਨੇ ਕਿਉਂ ਜਾਣ ਕੇ ਗਵਾਲੀਅਰ ਲਿਖਿਆ। ਦੂਜਾ, ਇੱਥੇ ਇਹ ਕਿਤੇ ਵੀ ਨਹੀਂ ਆਇਆ ਵੀ ਜਿੱਦਾਂ ਇਹ ਪਲੰਡਰਿੰਗ ਵਰਡ ਇਹਨੇ ਯੂਜ਼ ਕੀਤਾ। ਹੁਣ ਇਹ ਪਲੰਡਰਿੰਗ ਦਾ ਆਪਾਂ ਨੂੰ ਕੀ ਨੁਕਸਾਨ ਹੋਇਆ? ਮੈਂ ਕਿੰਨੇ ਬੱਚਿਆਂ ਦੇ ਜਾਂ ਹੋਰ, ਹੁਣ ਬੱਚਿਆਂ ਨਹੀਂ ਕਹਿਣਾ ਚਾਹੀਦਾ, ਮਤਲਬ ਹੁਣ ਤਾਂ ਸੀਨੀਅਰ ਹੋਣੇ ਨੇ, ਉਹਨਾਂ ਦੇ ਮੈਂ PhD ਦੇ ਥੀਸਿਸ ਦੇਖ ਚੁੱਕਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ, ਜਿਹੜੇ ਉਹ ਇਹਨੂੰ ਮੰਨ ਕੇ ਸੱਚ ਅੱਗੇ ਚੱਲ ਗਏ। ਉਹਨਾਂ ਨੇ ਪਲੰਡਰ ਤੋਂ ਅੱਗੇ ਹੋਰ ਵਰਡ ਯੂਜ਼ ਕਰ ਲਏ, ਹਾਈਵੇ, ਰੋਬਿੰਗ ਐਂਡ ਆਲ। ਉਹ ਸਾਰਾ ਕੁਝ ਇੱਥੋਂ ਸ਼ੁਰੂ ਹੋਇਆ, ਜਦ ਕਿ ਉਹ ਜਿਹੜਾ ਮੂਲ ਸਰੋਤ ਆ ਉਹਦੇ ਵਿੱਚ ਤਾਂ ਇਦਾਂ ਲਿਖਿਆ ਹੀ ਨਹੀਂ। ਉਹ 'ਚ ਇਦਾਂ ਜ਼ਰੂਰ ਲੱਗਦਾ ਆ ਮੂਲ ਸਰੋਤ ਦੇ ਵਿੱਚ ਕਿ ਇਹ ਜਿਹੜੀ ਗੱਲ ਹੈਗੀ ਆ ਦੈਟ, ਮਤਲਬ ਜਿਹੜਾ ਗੁਰੂ ਸਾਹਿਬ ਦੇ ਉੱਤੇ ਇਲਜ਼ਾਮ ਸੀਗਾ, ਉਹਨਾਂ ਨੇ ਕਿਹਾ ਉਹਦੀ ਜਿਹੜੀ ਮੈਂ ਟ੍ਰਾਂਸਲੇਸ਼ਨ ਆਪਣੇ ਆਫਿਸ 'ਚ ਕਰਵਾਈ ਹੈ, ਇਟ ਇਜ਼ ਮੋਰ ਲਾਈਕ ਕੋਅਰਜਨ ਐਂਡ ਐਕਸਟੋਰਸ਼ਨ। ਉੱਥੇ ਮੈਂ ਥੋੜਾ ਜਿਹਾ ਦੱਸ ਦਵਾਂ ਚਾਹਾਂਗਾ ਕਿ ਜਿਹੜਾ ਆਪਾਂ ਪੈਸੇ ਚੜਾਉਣੇ ਆ ਗੁਰਦੁਆਰਾ ਸਾਹਿਬ ਜਾ ਕੇ, ਉਹਨੂੰ ਕਈ ਇਤਿਹਾਸਕਾਰ ਇਹ ਸਮਝ ਲੈਂਦੇ ਆ ਐਕਸਟੋਰਸ਼ਨ ਨਹੀਂ ਸੀਗੀ। ਆਪਾਂ ਨੂੰ ਪਤਾ ਹੈ ਕਿ ਜਿਹੜਾ ਦਸਵੰਧ ਹੈ ਲੋਕਾਂ ਵੱਲੋਂ ਹਮੇਸ਼ਾ ਵੋਲੰਟਰੀ ਦਿੱਤਾ ਜਾਂਦਾ ਸੀ। ਕਦੀ ਵੀ ਗੁਰੂ ਸਾਹਿਬ ਵੱਲੋਂ ਜਾਂ ਸਿੱਖ ਗੁਰੂ ਮਰਿਆਦਾ ਦੇ ਵਿੱਚ ਹੁਣ ਵੀ ਕਿਤੇ ਵੀ ਇਹ ਬੰਦਿਸ਼ ਨਹੀਂ ਹੈਗੀ। ਆਪਾਂ ਗੁਰਦੁਆਰਾ ਸਾਹਿਬ ਜਾਈਦਾ, ਜਿੰਨਾ ਮਰਜੀ ਲੰਗਰ ਛਕੋ, ਜੋ ਮਰਜੀ ਕਰੋ, ਮਤਲਬ ਕਦੀ ਆਪਣੇ ਤੇ ਇਹ ਕੰਪਲਸ਼ਨ ਨਹੀਂ ਹੈਗੀ। ਸੋ ਆਈ ਥਿੰਕ ਦੈਟਸ ਵੇਅਰ ਦੈਟ ਵਰਡ ਵਾਸ ਦੈਟ ਆਟੋਮੈਟਿਕਲੀ ਗॉट ਚੇਂਜਡ ਇਨਟੂ ਦਿਸ ਥਿੰਗ। ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਇਹ 'ਚ ਮਿਲਦੀ ਹੈਗੀ ਆ ਉਹ ਹੈਗੀ ਆ ਨਾਮ ਆਦਮ ਹਾਫਿਜ਼। ਹੁਣ ਜਦੋਂ ਆਪਾਂ ਨਾਮ ਆਦਮ ਹਾਫਿਜ਼ ਲੱਭਣ ਲੱਗੇ, ਪਹਿਲੀ ਗੱਲ ਤਾਂ ਇਹਦੇ ਉੱਤੇ ਜਿਹੜੀ ਸੀਗੀ ਜ਼ਿਆਦਾ ਰਿਸਰਚ ਹੋਈ ਨਹੀਂ ਸੀ ਆਦਮ ਹਾਫਿਜ਼ ਤੇ। ਉਹਦਾ ਮੈਂ ਥੋੜੀ ਡਿਟੇਲ ਦੱਸ ਦਵਾਂ। ਆਦਮ ਹਾਫਿਜ਼ ਦਾ ਐਕਚੁਅਲੀ ਜਿਹੜਾ ਨਾਮ ਸੀ ਉਹ ਸੀਗਾ ਅਲ ਬਨੂੜੀ। ਅਲ ਬਨੂੜੀ ਕਰਕੇ ਕਹਿੰਦੇ ਸੀ। ਇਹ ਸ਼ੇਖ ਅਹਿਮਦ ਸਰਹੰਦੀ ਦਾ ਵਾਕਈ ਖਲੀਫਾ ਸੀਗਾ। ਇਹ ਪਿੰਡ ਬਨੂੜ ਦਾ ਰਹਿਣ ਵਾਲਾ ਸੀ। ਇਹ ਆਪਣੇ ਆਪ ਨੂੰ ਕਹਿੰਦਾ ਸੀ ਕਿ ਮੈਂ ਇਮਾਮ ਦਾ ਡਿਸੈਂਡੈਂਟ ਆ, ਮੂਸਾ ਉਲ ਕਾਜ਼ਮ ਦਾ। ਕਿ ਉਹ ਕਹਿੰਦਾ ਸੀ ਵੀ ਉਹਦੀ ਜਿਹੜੀ ਗ੍ਰਾਂਡ ਮਦਰ ਹੈ ਉਹ ਉੱਥੋਂ ਦੀ ਬਿਲੋਂਗ ਕਰਦੀ ਹੈ। ਪਰ ਜਿਹੜੇ ਇਹਦੇ ਇਲਾਕੇ ਦੇ ਲੋਕ ਸੀਗੇ, ਜਿਹੜੇ ਬਨੂੜ ਦੇ ਲੋਕ ਸੀ, ਉਹ ਕਹਿੰਦੇ ਸੀ ਕਿ ਨਹੀਂ, ਇਹ ਇਮਾਮ ਦਾ ਡਿਸੈਂਡੈਂਟ ਨਹੀਂ ਹੋ ਸਕਦਾ ਹੈ ਜਿਹੜਾ ਆਦਮ ਹਾਫਿਜ਼ ਹੈਗਾ। ਵੀ ਇਹ ਕਿਉਂਕਿ ਇਹਦੀ ਗ੍ਰੈਂਡ ਮਦਰ ਸੀ ਜਿਹੜੀ ਇਹ ਅਫਗਾਨ ਸੀ। ਇੱਕ ਵਾਰੀ ਕੀ ਹੋਇਆ, ਇਹ 1642 ਦੇ ਵਿੱਚ ਇਹ ਲਾਹੌਰ ਗਿਆ, ਨਾਲ ਇਹਦੇ 10,000 ਚੇਲੇ ਸੀ ਆਪਣੇ ਪਿੰਡ ਬਨੂੜ ਤੋਂ। ਜ਼ਿਆਦਾਤਰ ਉਹ ਅਫਗਾਨ ਸੀਗੇ। ਆਫ ਕੋਰਸ ਜਦੋਂ ਸ਼ਹਿਰ 'ਚ 10,000 ਲੋਕਾਂ ਦੇ ਨਾਲ ਜਾਣਾ, ਜਿਹੜਾ ਉੱਥੇ ਦਾ ਰਾਜਾ ਸੀ ਸ਼ਾਹਜਹਾਂ, ਉਹਦੇ ਕੰਨ ਖੜਕੇ ਵੀ ਇਹ ਕੌਣ ਆ। ਉਹਨੇ ਆਪਣਾ ਜਿਹੜਾ ਚੀਫ ਮਿਨਿਸਟਰ ਸੀਗਾ ਸ਼ਾਹਜਹਾਂ ਦਾ, ਉਹਦਾ ਨਾਮ ਸੀ ਅਲਾਮੇ ਸਾਦ ਅੱਲਾ ਖਾਨ ਚਨਿਓਟੀ, ਚਨਿਓਟ ਸ਼ਹਿਰ ਦਾ ਰਹਿਣ ਵਾਲਾ ਸੀ। ਅਸੀਂ ਪਾਕਿਸਤਾਨ 'ਚ ਕਾਫੀ ਰਿਸਰਚ ਉੱਤੇ ਕੀਤੀ ਹੈ। ਚਨਿਓਟ ਹੈਗਾ ਸ਼ਹਿਰ, ਜਿੱਦਾਂ ਆਪਣੇ ਇੰਡੀਆ 'ਚ ਕਰਤਾਰਪੁਰ ਹੈਗਾ ਜਿੱਥੇ ਫਰਨੀਚਰ ਬਣਦਾ, ਇਦਾਂ ਹੀ ਪਾਕਿਸਤਾਨ 'ਚ ਫਰਨੀਚਰ ਲਈ ਚਨਿਓਟ ਸ਼ਹਿਰ ਮਸ਼ਹੂਰ ਹੈ। ਉੱਥੇ ਦਾ ਚੀਫ ਮਿਨਿਸਟਰ ਸੀ ਸ਼ਾਹਜਹਾਂ ਦਾ ਅਲਾਮਾ ਸਾਦ ਅੱਲਾ ਖਾਨ ਚਨਿਓਟੀ। ਤੇ ਨਾਲ ਇੱਕ ਇਹਦੇ ਹੋਰ ਸੀ ਅਬਦ ਅਲ ਹਕੀਮ ਅਲ ਸਿਆਲਕੋਟੀ। ਇਹਨਾਂ ਦੋਵਾਂ ਜਣਿਆਂ ਦੀ ਡਿਊਟੀ ਲਾਈ ਵੀ ਚੈੱਕ ਕਰੋ ਵੀ ਇਹ ਬੰਦਾ 10,000 ਨੂੰ ਲੈ ਕੇ ਨਾਲ ਕਿੱਥੋਂ ਕੀ ਕਰਨਾ ਆਇਆ ਹੈ। ਇਹਨੇ ਕੋਈ ਖਾਸ ਕਹਿ ਲਓ ਵੀ ਤਸੱਲੀ ਬਖਸ਼ ਉੱਤਰ ਨਹੀਂ ਦਿੱਤਾ। ਤੇ ਸ਼ਾਹਜਹਾਂ ਨੇ ਇਹਨੂੰ ਕਿਹਾ ਵੀ ਚਲ ਤੈਨੂੰ ਮਾਰਦਾ ਤਾਂ ਨਹੀਂ, ਪਰ ਤੈਨੂੰ ਮੈਂ ਆਰਡਰ ਕਰਦਾ ਵੀ ਤੂੰ ਜਾ ਕੇ ਬਨੂੜ ਛੱਡ ਦੇ ਤੇ ਮੱਕਾ ਤੇ ਮਦੀਨਾ ਜਾ ਆਪਣੀ ਜ਼ਿਆਰਤ ਕਰ ਜਾ ਕੇ। ਇਹ ਹੈਗੀ ਗੱਲ 1642 ਦੀ। ਅਗਲੇ ਸਾਲ ਇਹ ਚਲਾ ਗਿਆ ਮੱਕਾ ਮਦੀਨਾ। ਉੱਥੇ ਜਾ ਕੇ ਦਸੰਬਰ 23 1643 ਨੂੰ ਇਹਦੀ ਡੈਥ ਹੋ ਜਾਂਦੀ। ਤੇ ਅਲ ਬਾਕੀ ਦੇ ਵਿੱਚ ਇਹਦਾ ਜਿਹੜਾ ਮੈਨੂੰ ਟੌਮ ਦੀ ਡਿਟੇਲ ਮਿਲੀ ਆ, ਉਥਮਨ ਦੇ ਟੌਮ ਦੇ ਬਿਲਕੁਲ ਨਾਲ, ਉੱਥੇ ਜਾ ਕੇ ਇਹਦਾ ਅਸਰ ਰਸੂਖ ਬਹੁਤ ਵੱਧ ਗਿਆ ਸੀ। 4 ਲੱਖ ਬੰਦਾ ਇਹਦੇ ਨਾਲ ਇਕੱਠਾ ਹੋ ਗਿਆ। ਸੋ ਹੀ ਵਾਸ ਅ ਬਿਗ ਫਿਗਰ। ਪਰ 1643 ਚ ਤਾਂ ਹੀ ਡਾਈਡ। ਇਹਦੀਆਂ ਹੋਰ ਕਿਤਾਬਾਂ ਜਿਹੜੀਆਂ ਲਿਖੀਆਂ ਗਈਆਂ ਉਹਨਾਂ ਦੀ ਵੀ ਮੈਨੂੰ ਰਿਸਰਚ ਕਰਨ ਦਾ ਮੌਕਾ ਮਿਲਿਆ। ਨਿਖਤ ਅਸਰਾਰ, ਖੁਲਾਸਤ ਅਲ ਮਾਰੀਫ, ਇਹ ਇਹਦੀਆਂ ਆਦਮ ਹਾਫਿਜ਼ ਦੀਆਂ ਅਲ ਬਨੂੜੀ ਦੀਆਂ ਜਿਹੜੀਆਂ ਕਿਤਾਬਾਂ ਹੈਗੀਆਂ। ਕੋਈ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਲਿੰਕ ਕੋਈ ਜੁੜਦਾ ਹੀ ਨਹੀਂ ਹੈ ਕਿਸੇ ਪਾਸਿਓਂ, ਕਿਉਂਕਿ ਇਹ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ 30 ਸਾਲ ਪਹਿਲਾਂ ਸ਼ਾਹਜਹਾਂ ਦੇ ਕਹਿਣ ਤੇ ਉੱਥੇ ਚਲਾ ਗਿਆ ਸੀ ਜਿੱਥੇ ਦੀ ਡੈਥ ਹੋ ਗਈ। ਸੋ ਇਹ ਜਿਹੜੇ ਸਿਆਰੁਲ ਮੁਤਾਖਰੀਨ ਵਰਗੇ ਆਥਰ ਹੈਗੇ ਆ, ਇਹਨਾਂ ਦਾ ਕੰਮ ਸੀ ਜ਼ਿਆਦਾ ਇਹ ਬੰਗਾਲ ਵੱਲ ਸੀਗੇ। ਬੰਗਾਲ ਦੇ ਬਾਰੇ ਦੀ ਬਹੁਤ ਵਧੀਆ ਡਿਟੇਲ ਹਿਸਟਰੀ ਹੈਗੀ। ਪਰ ਜਦੋਂ ਤੁਸੀਂ ਕਿਸੇ ਹਿਸਟਰੀ ਬਾਰੇ ਪੂਰਾ ਜਾਣਦੇ ਨਹੀਂ ਹੁੰਦੇ, ਥੋੜੀ ਜਿਹੀ ਖਬਰ ਲੈ ਕੇ ਕਿਸੇ ਤੋਂ ਪੁੱਛ ਕੇ ਐਂਟਰ ਕਰਦੇ ਹੋ, ਇਦਾਂ ਦੀ ਗਲਤੀਆਂ ਕਰ ਦਿੰਦੇ ਹੋ ਜਿਹੜੀਆਂ ਮੁੜ ਕੇ ਇਤਿਹਾਸਕਾਰਾਂ ਵੱਲੋਂ ਕਾਪੀ ਪੇਸਟ ਹੁੰਦੀਆਂ ਰਹਿੰਦੀਆਂ। ਸੋ ਇਹਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ। ਈਵਨ ਆਪਾਂ ਦਰਬਾਰ ਸਾਹਿਬ, ਮੈਂ ਬਚਪਨ ਚ ਦੇਖਦਾ ਹੁੰਦਾ ਸੀ, ਬਾਹਰ ਇੱਕ ਬਹੁਤ ਵੱਡੀ ਤਸਵੀਰ ਲੱਗੀ ਹੁੰਦੀ ਸੀਗੀ ਪਾਵਰ ਹਾਊਸ ਵਾਂਗੂ, ਵਾਲਾਂ ਦੀ ਡਿਸਕ੍ਰਿਪਸ਼ਨ ਸੀ ਕਿ ਹੇਅਰ ਕਿਉਂ ਜ਼ਰੂਰੀ ਨੇ, ਉਹਨਾਂ ਨੂੰ ਪਾਵਰ ਪਲਾਂਟ ਨਾਲ। ਉਹ ਕਨਿੰਗਮ ਦੀ ਕਿਤਾਬ ਦੇ ਵਿੱਚੋਂ ਕੋਟ ਸੀਗਾ। ਇਹ ਕਨਿੰਗਮ ਸਾਹਿਬ ਨੇ ਵੀ ਇਹਨੂੰ ਹੀ ਕੋਟ ਕੀਤਾ ਅੱਗੇ। ਹੁਣ ਇਹੋ ਜਿਹੇ ਜਿਹੜੇ ਨਾਮ ਹੈ, ਜਦੋਂ ਦਰਬਾਰ ਸਾਹਿਬ ਆਪਾਂ ਨੂੰ ਕੋਈ ਕਿਤਾਬ ਮਿਲਦੀ ਹੈ, ਸਿੱਖ ਧਰਮ ਦਾ ਆਪਣਾ ਸੈਂਟਰ ਹੈ, ਆਪਾਂ ਉਹਨੂੰ ਮੰਨ ਕੇ ਚੱਲਦੇ ਹਾਂ ਕਿ ਗੁੱਡ ਕਿਤਾਬ ਹੋ ਗਈ। ਆਪਣੇ ਮਨ ਚ ਕਨਿੰਗਮ ਦਾ ਜਿਹੜਾ ਵਿਊ ਆ ਬਚਪਨ ਚ ਵਧੀਆ ਬਣ ਗਿਆ ਮੇਰੇ। ਹੁਣ ਮੈਂ ਜਾ ਕੇ ਉਹਦੀ ਜਦੋਂ ਕਿਤਾਬ ਪੜ੍ਹੀ, ਉਹਨੇ ਬਿਲਕੁਲ ਹੀ ਇਸ ਆਦਮ ਜਿਹੜੀ ਸੀ ਸਿਆਰੁਲ ਮੁਤਾਖਰੀਨ ਨੂੰ ਉਹਨੇ ਬਕਾਇਦਾ ਕੋਟ ਕੀਤਾ। ਆਦਮ ਹਾਫਿਜ਼ ਦਾ ਉਹਨੇ ਬਕਾਇਦਾ ਨਾਮ ਲਿਆ। ਨਾਲ ਉਹਨੇ ਇਹ ਜਿਹੜੀ ਡਿਟੇਲ ਵੀ ਦਿੱਤੀ ਹੈ ਵੀ ਇਹ ਜਿਹੜਾ ਇਲਾਕਾ ਸੀ, ਉਹਨੇ ਬਕਾਇਦਾ ਇਲਾਕੇ ਦਾ ਨਾਮ ਦੱਸਿਆ ਵੀ ਇਹ
ਹਾਂਸੀ ਦੇ ਕੋਲ, ਸਤਲੁਜ ਦੇ ਕੋਲ ਹਾਂਸੀ ਹੈਗਾ, ਇਹ ਵੀ ਹਰਿਆਣੇ 'ਚ ਹੁਣ ਸ਼ਹਿਰ ਹੈ ਹਾਂਸੀ, ਵੀ ਇਹ ਇਲਾਕਾ ਸੀ ਜਿੱਥੇ ਗੁਰੂ ਸਾਹਿਬ ਇਹ ਹੀ ਅਗੇਨ ਯੂਜ਼ ਦ ਸੇਮ ਵਰਡ ਪਲੰਡਰਿੰਗ ਐਂਡ ਆਲ ਦੈਟ। ਸੋ ਕਨਿੰਗਮ ਨੇ ਸਿਆਰਲ ਮੁਤਾਖਰੀ ਨੂੰ ਪਿਕ ਕੀਤਾ ਔਰ ਕੋਟ ਕੀਤਾ। ਅੱਗੇ ਜਿਹੜੇ ਹੋਰ ਮੌਜੂਦਾ ਰਿਸਰਚਰ ਸਗੇ, ਬਹੁਤ ਕਿਤਾਬਾਂ ਮੈਂ ਨੋਟ ਕਰ ਚੁੱਕਿਆ, ਮੇਰਾ ਕੰਮ ਹੀ ਇਹ ਹੈ ਪਾਕਿਸਤਾਨ ਚੈੱਕ ਕਰਨਾ ਵੀ ਕਿਹੜੀ ਟੈਕਸਟ ਬੁੱਕ 'ਚ ਸਿੱਖ ਧਰਮ ਦੇ ਵਿਰੁੱਧ ਕੀ ਲਿਖਿਆ ਹੋਇਆ, ਉਹ ਸਾਰੇ ਇੱਥੋਂ ਜਿਹੜਾ ਹੈਗਾ ਕਾਪੀ ਕਰੀ ਜਾਂਦੇ ਆ। ਐਂਡ ਦੈਟਸ ਵਾਈ ਆਈ ਵਾਂਟਡ ਟੂ ਕਲੈਰੀਫਾਈ ਦ ਮਿਸਟੇਕਸ ਇਨ ਦੈਟ ਥਿੰਗ ਕਿ ਆਪਾਂ ਨੂੰ ਉਹਨਾਂ ਤੋਂ ਡਰਨ ਦੀ ਲੋੜ ਨਹੀਂ ਹੈਗੀ। ਆਪਾਂ ਕੋਲ ਬਹੁਤ ਅਸਲਾ ਹੈਗਾ, ਆਪਾਂ ਕੋਲ ਬਹੁਤ ਸਮਾਨ ਹੈਗਾ ਟੂ ਟੈਕਲ ਦੈਮ ਵੈਰੀ ਵੈਰੀ ਕੇਅਰਫੁਲੀ। ਹੁਣ ਜੀ ਮੈਂ ਨੈਕਸਟ ਜਿਹੜਾ ਫਾਰਸੀ ਸਰੋਤ ਹੈਗਾ ਉਹਦੇ ਵਿੱਚ ਆਉਂਦਾ ਹੈ ਆਪਣਾ ਉਮਦਤ ਉਤ ਤਵਰੀਖ, ਇਹ ਸਭ ਨੇ ਸੁਣਿਆ ਹੋਏਗਾ ਸੋਹਣ ਲਾਲ ਸੂਰੀ ਜੀ ਦਾ। ਇਹੀ ਇੱਕ ਸੋਰਸ ਹੈਗਾ ਜਿਹੜਾ ਕਿ ਈਸਟ ਇੰਡੀਆ ਕੰਪਨੀ ਦੇ ਪ੍ਰਭਾਵ ਥੱਲੇ ਨਹੀਂ ਹੈਗਾ, ਕਿ ਉਹ ਜਿਹੜਾ ਰੋਜ਼ਨਾਮਚਾ ਲਿਖਦੇ ਹੁੰਦੇ ਸੀ ਇਹ ਸ਼੍ਰੀ ਗੁਰੂ ਆਪਣੇ ਸੌਰੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਤੇ ਡੇਲੀ ਕ੍ਰੋਨਿਕਲ ਜਿਹੜਾ ਲਿਖਦੇ ਸੀ ਸੋਹਣ ਲਾਲ ਸੂਰੀ। ਸੋ ਇਹਦੇ ਵਿੱਚ ਇੱਕ ਮੈਨੂੰ ਜਿਵੇਂ ਪਹਿਲਾਂ ਵੀ ਮੈਂ ਹਰੇਕ ਸਰੋਤ ਦੇ ਵਿੱਚ ਦੱਸਦਾ ਹਾਂ ਕਿ ਮੈਨੂੰ ਇੰਟਰਸਟਿੰਗ ਚੀਜ਼ ਕਿਹੜੀ ਲੱਗੀ ਹੈ। ਇਹਦੇ ਵਿੱਚ ਮੈਨੂੰ ਇੰਟਰਸਟਿੰਗ ਲੱਗਿਆ ਕਿ ਗੱਲਬਾਤ ਸੁਣਾ ਰਹੇ ਆ ਕਿ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਪੁੱਛਿਆ ਗਿਆ ਕਿ ਤੇਰਾ ਨਾਮ ਤੇਗ ਬਹਾਦਰ ਕਿਉਂ ਹੈ, ਤੇਗ ਕਿਉਂ ਹੈ, ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਉਹਨਾਂ ਦਾ ਨਾਮ ਤੇਗ ਬਹਾਦਰ ਨਹੀਂ ਹੈ, ਦੇਗ ਬਹਾਦਰ ਹੈ। ਤੇ ਜਿਹੜੇ ਲੋਕੀ ਆ ਉਹ ਰੋਂਗਲੀ ਪ੍ਰੋਨਾਉਂਸ ਕਰਦੇ ਆ ਤੇਗ ਬਹਾਦਰ। ਇਹ ਇਸ ਫਾਰਸੀ ਦੀ ਕਿਤਾਬ ਚੋਂ ਮੈਨੂੰ ਮਿਲਿਆ। ਅੱਗੇ ਗੁਰੂ ਤੇਗ ਬਹਾਦਰ ਸਾਹਿਬ ਇਹਨੂੰ ਐਕਸਪਲੇਨ ਵੀ ਕਰਦੇ ਆ ਕਿ ਇਹ ਜਿਹੜਾ ਓਪਨ ਕਿਚਨ ਅਸੀਂ ਮੇਨਟੇਨ ਕੀਤੀ ਹੋਈ, ਮੈਂ ਇੰਗਲਿਸ਼ ਚੋਂ ਦੱਸ ਰਿਹਾ ਕਿ ਉਹਦੇ ਕਰਕੇ ਜਿਹੜਾ ਦੇਗ ਵਰਡ ਹੈਗਾ ਉਹ ਉਧਰੋਂ ਆਇਆ। ਤੇ ਇਹ ਸੁਣਦਿਆਂ ਹੋਇਆ ਜਿਹੜਾ ਔਰੰਗਜ਼ੇਬ ਸੀ ਉਹਨੇ ਕਰਾਮਾਤ ਦੀ ਮੰਗ ਕੀਤੀ, ਗੁਰੂ ਸਾਹਿਬ ਨੇ ਦਿਖਾਉਣ ਤੋਂ ਨਾ ਕਰਤੀ, ਜਿਹਦੇ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇੱਥੇ ਮੈਨੂੰ ਇੰਟਰਸਟਿੰਗ ਇਹ ਲੱਗਾ ਕਿ ਜਿਹੜੀ ਇਹ ਜਿੱਦਾਂ ਆਪਾਂ ਨੂੰ ਪਤਾ ਹੀ ਹੈ ਕਿ ਜਿਹੜਾ ਔਰੰਗਜ਼ੇਬ ਹੈ ਮੁਸਲਿਮ ਵਰਲਡ 'ਚ ਹਾਲੇ ਵੀ ਬਹੁਤ ਮੇਨ ਹੀਰੋ ਵਾਂਗੂ ਦਿਖਾਇਆ ਜਾਂਦਾ, ਮਤਲਬ ਹੀ ਇਜ਼ देयर ਹੀਰੋ। ਮੇਰੇ ਬਹੁਤ ਸਾਰੇ ਦੋਸਤ ਪਾਕਿਸਤਾਨ 'ਚ ਨੇ, ਮੇਰੇ ਲਈ ਕੰਮ ਕਰਦੇ ਨੇ, ਮੇਰੇ ਚੰਗੇ ਫਰੈਂਡ ਨੇ ਜਿਨ੍ਹਾਂ ਦਾ ਨਾਮ ਔਰੰਗਜ਼ੇਬ ਹੈ, ਉਹਨਾਂ ਦਾ ਨਾਮ ਹੀ ਔਰੰਗਜ਼ੇਬ ਹੈ। ਮਤਲਬ ਕੋਈ ਬੱਚਾ ਕੋਈ ਫੈਮਿਲੀ ਨਾਮ ਔਰੰਗਜ਼ੇਬ ਤਾਂ ਹੀ ਰੱਖਦੀ ਨੇ ਜੇ ਉਹਨਾਂ ਦੇ ਉਹ ਹੀਰੋ ਹੋਵੇ। ਉੱਥੋਂ ਆਈਡੀਆ ਲੱਗਣ ਲੱਗ ਪੈਂਦਾ ਕਿ ਉਹ ਜਿਹੜਾ ਨੇਮ ਹੈ ਇੰਨਾ ਪਪੂਲਰ ਹੈਗਾ। ਸੋ ਉਹਦੀ ਜਿਹੜੀ ਬਚਪਨ ਦੀ ਕਹਾਣੀਆਂ ਮੈਂ ਪੜ੍ਹਦਾ, ਜਿਹੜੀਆਂ ਉਹ ਪੜ੍ਹਦੇ ਨੇ, ਉਹਨਾਂ 'ਚ ਬੜੀ ਇੱਕ ਮਸ਼ਹੂਰ ਕਹਾਣੀ ਆਉਂਦੀ ਹੈ ਕਿ 1633 ਦੀ ਗੱਲ ਹੈ ਕਿ ਸ਼ਾਹਜਹਾਂ ਆਪਣੇ ਬੱਚਿਆਂ ਨੂੰ ਜਿੱਦਾਂ ਸੀ ਉਹਨੇ ਹਾਥੀਆਂ ਦੀ ਲੜਾਈ ਕਰਵਾਈ। ਜੂਨ 1633 ਦੀ ਗੱਲ ਹੈ। ਦੋ ਹਾਥੀ ਸੀਗੇ, ਸੁਧਾਕਰ ਤੇ ਸੂਰਤ ਸੁੰਦਰ। ਉਸ ਵੇਲੇ ਜਿਹੜਾ ਔਰੰਗਜ਼ੇਬ ਸੀ ਇਹ 15 ਸਾਲ ਦਾ ਸੀ। ਉਸ ਵੇਲੇ ਜਿਹੜਾ ਇੱਕ ਹਾਥੀ ਸੀ ਉਹ ਮਸਤ ਗਿਆ, ਸੁਧਾਕਰ, ਉਹਨੇ ਲੋਕਾਂ ਤੇ ਹਮਲਾ ਕਰਤਾ। ਔਰੰਗਜ਼ੇਬ ਜਿਹੜਾ ਬੱਚਾ ਸੀ ਉਸ ਵੇਲੇ ਉਹਨੇ ਫਟਾਫਟ ਜਿਹੜਾ ਸੀ ਆਪਣਾ ਨੇਜਾ ਚੱਕਿਆ ਤੇ ਹਾਥੀ ਦੇ ਉੱਤੇ ਮਾਰਿਆ ਤੇ ਉਹਨੇ ਮਤਲਬ ਹਾਥੀ ਨੂੰ ਕੰਟਰੋਲ ਕਰ ਲਿਆ 15 ਸਾਲ ਦੀ ਉਮਰ ਦੇ ਵਿੱਚ। ਇਸ ਕਰਕੇ ਜਿਹੜਾ ਉਹਦਾ ਫਾਦਰ ਸੀ ਸ਼ਾਹਜਹਾਂ ਨੇ, ਉਹਨੇ ਉਹਨੂੰ ਜਿਹੜਾ ਤੇਗ ਸੀ ਨਾਮ ਦਾ ਉਹਨੂੰ ਟਾਈਟਲ ਦਿੱਤਾ। ਹੁਣ ਆਪਾਂ ਇਹੀ ਸੇਮ ਸਾਖੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਬਚਪਨ ਦੀ ਵੀ ਸੁਣਦੇ ਆ। ਬਚਪਨ 'ਚ ਉਹਨਾਂ ਨੇ ਜੰਗ 'ਚ ਲੜਾਈ 'ਚ ਜਿਹੜੇ ਸੀ ਆਪਣੇ ਜੋਰ ਦਿਖਾਲੇ ਤੇ ਸ਼੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਉਹਨਾਂ ਦਾ ਜਿਹੜਾ ਨਾਮ ਸੀ ਉਹਨੂੰ ਜਿਹੜਾ ਸੀ ਨਾਲ ਜਿਹੜਾ ਤੇਗ ਵਰਡ ਐਡ ਕੀਤਾ। ਸੋ ਇਹ ਗੱਲ ਮੈਨੂੰ ਕਈ ਵਾਰੀ ਇਹ ਲੱਗਦਾ ਵੀ ਸ਼ਾਇਦ ਜਿਹੜਾ ਇਹ ਉਮਦਤ ਉਤ ਤਵਰੀਖ ਹੈਗਾ ਉਹਨੇ ਇਸ ਚੀਜ਼ ਨੂੰ ਜਿਹੜੀ ਹੈਗੀ ਆ ਨਾਲ ਕੰਪੈਰੀਟਿਵ ਸਟੱਡੀ ਜਿਹੜੀ ਹੈਗੀ ਆ ਕਰਨ ਦੀ ਦਿੱਤੀ ਫॉर द ਤੇਗ ਐਂਡ ਦੇਗ ਵਰਡ। ਆਈ ਜਸਟ ਫਾਊਂਡ ਇਟ ਲਿਟਲ ਸਿਮਿਲਰ ਕਿ ਦੋਨਾਂ ਦੇ ਕਹਾਣੀਆਂ ਦੇ ਨਾਲ ਫਾਦਰ ਵੱਲੋਂ ਜਿਹੜਾ ਵਰਡ ਤੇਗ ਸੀ ਉਹ ਐਡ ਕੀਤਾ ਗਿਆ ਸੀ ਬੇਸਡ ਔਨ ਦਾ ਚਾਈਲਡਹੁੱਡ ਬਰੇਵਰੀ। ਨੈਕਸਟ ਜਿਹੜਾ ਸੋਰਸ ਮਿਲਦਾ ਆਪਾਂ ਨੂੰ ਹੈ ਤਾਰੀਖੇ ਪੰਜਾਬ ਬਾਏ ਬੂਟੇ ਸ਼ਾਹ, ਗੁਲਾਮ ਮੋਹਿਉਦੀਨ ਵੈਸੇ ਨਾ ਪੂਰਾ ਨਾਂ ਸੀ, ਬੂਟੇ ਸ਼ਾਹ ਕਰਕੇ ਕਹਿੰਦੇ ਆ। ਇਹ ਬਹੁਤ ਲੰਬਾ ਸੋਰਸ ਹੈਗਾ। ਇਹ 'ਚ ਰਾਮ ਰਾਏ ਦਾ ਕਾਫੀ ਰੋਲ ਦਿੱਤਾ ਗਿਆ ਕਿ ਰਾਮ ਰਾਏ ਦਾ ਬਹੁਤ ਰੋਲ ਸੀ ਚੁਗਲੀ ਮਾਰਨ ਦੇ ਵਿੱਚ। ਉਹਨੇ ਜਾ ਕੇ ਆਪਣੇ ਤੇਗ ਬਹਾਦਰ ਜੀ ਕੋਲ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਔਰੰਗਜ਼ੇਬ ਕੋਲ ਜਾ ਕੇ ਕਾਫੀ ਪੁੱਠੀਆਂ ਗੱਲਾਂ ਕੀਤੀਆਂ, ਜਿਹਦੇ ਕਰਕੇ ਜਿਹੜਾ ਸੀ ਔਰੰਗਜ਼ੇਬ ਨੇ ਇਹ ਜਿਹੜਾ ਫਤਵਾ ਜਾਰੀ ਕੀਤਾ। ਉਹਨੇ ਬਾਰ-ਬਾਰ ਕਹਿੰਦਾ ਸੀ ਕਿ ਇਹ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਿੰਦੇ ਆ ਤੇ ਬਹੁਤ ਲੋਕੀ ਪਿੱਛੇ ਲੱਗੇ ਹੋਏ ਆ, ਹਥਿਆਰਬੰਦ ਲੋਕੀ ਵੀ ਜਿਹੜੇ ਹੈਗੇ ਆ ਉਹ ਹੈਗੇ ਆ। ਤੇ ਇਸੇ ਕਿਤਾਬ 'ਚ ਆਪਾਂ ਨੂੰ ਜਿਹੜੀ ਹੈਗੀ ਆ ਉਹ ਸਾਖੀ ਦੁਸ਼ਾਲੇ ਵਾਲੀ ਤੇ ਜਿਹੜੀ ਆਪਣੀ ਆਜਦੀ ਵਾਲੀ ਕਹਾਣੀ ਹੈ ਕਿ ਆਗਰੇ ਦੇ ਕੋਲੋਂ ਅਕਬਰਾਬਾਦ, ਉਹ 'ਚ ਲਿਖਿਆ ਹੋਇਆ ਵੈਸੇ, ਉੱਥੋਂ ਜਿਹੜਾ ਗੁਰੂ ਸਾਹਿਬ ਦੀ ਗ੍ਰਿਫਤਾਰੀ ਹੋਈ ਹੈ ਉਹ ਤਾਰੀਖੇ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਉਹ ਮਿਲਦੀ ਹੈਗੀ ਆ। ਤੇ ਲਾਸਟ ਇੱਕ ਹੋਰ ਸੋਰਸ ਮੈਂ ਦੱਸਣਾ ਚਾਹੂੰਗਾ, ਅਖਬਾਰ। ਇਹ ਹੈਗੀ ਆ ਆਪਣੀ ਅਖਬਾਰਾਤ ਜਿਹੜੀ ਹੈਗੀ ਆ ਦਰਬਾਰੇ ਮੌਲਾ। ਦਰਬਾਰੇ ਮੌਲਾ ਨਾਮ ਦੀ ਇਹ ਅਖਬਾਰ ਹੈਗੀ ਹੈ, ਜਿਹਦੇ ਵਿੱਚ ਕਿ ਉਸ ਵੇਲੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਵੀ ਨਾਮਾ ਨਿਗਾਰ ਹੁੰਦੇ ਸੀਗੇ। ਮਤਲਬ ਇਹ ਜਿਹੜੇ ਮੁਗਲ ਬਾਦਸ਼ਾਹ ਸੀ, ਜਿਵੇਂ ਹੁਣ ਆਪਣੇ ਪ੍ਰੈਸ ਰਿਪੋਰਟਰ ਹੈਗੇ ਆ, ਇਹਨਾਂ ਨੂੰ ਵਕਾਏ ਨਗਾਰੀ, ਇਹਨਾਂ ਦਾ ਮਹਿਕਮਾ ਸੀ ਬਕਾਇਦਾ, ਵਕਾਏ ਨਗਾਰੀ ਜਾਂ ਅਖਬਾਰ ਨਵੀਸੀ। ਉਹ ਆਪਣੀਆਂ ਸਟੋਰੀਜ਼ ਲਿਖ ਕੇ ਦਿੱਲੀ ਘੱਲਦੇ ਰਹਿੰਦੇ ਸੀਗੇ, ਦਿੱਲੀ ਭੇਜਦੇ ਰਹਿੰਦੇ ਸੀ। ਉੱਥੇ ਜੈਪੁਰ 'ਚ ਇੰਡੀਆ 'ਚ ਵੈਸੇ ਕਿਹਾ ਜਾਂਦਾ ਕਿ ਆਰਕਾਈਵਸ ਇਹਨਾਂ ਦੀਆਂ ਬਹੁਤ ਮਿਲ ਜਾਂਦੀਆਂ।
ਕਦੀ ਮੌਕਾ ਮਿਲਿਆ ਉੱਥੇ ਜਾ ਕੇ ਜ਼ਰੂਰ ਆਪਾਂ ਨੂੰ ਜਾਂ ਕਿਸੇ ਨੂੰ ਰਿਸਰਚਰਸ ਨੂੰ ਇਹ ਜਿਹੜੀਆਂ ਮੁਗਲ ਪਰਚੀਆਂ ਭੇਜਦੇ ਹੁੰਦੇ ਸੀਗੇ, ਜਿਹੜੇ ਉਹਨਾਂ ਦੇ ਵਕਾਏ ਨਗਾਰੀ ਸੀ, ਉਹਦੀ ਰਿਸਰਚ ਕਰਨੀ ਚਾਹੀਦੀ ਹੈ। ਬਹੁਤ ਵੱਡਾ ਜ਼ਰਖੇਜ਼ ਜਿਹੜਾ ਖਜ਼ਾਨਾ ਹੈਗਾ ਉੱਥੇ ਮਿਲਦਾ। ਉਹਦੇ ਵਿੱਚ ਦੋ ਸੂਚਨਾ ਮਿਲਦੀਆਂ ਕਿ ਜਿਹੜੀ ਉਹਦੇ ਵਿੱਚ ਐਂਟਰੀ ਮਿਲਦੀ ਹੈ ਉਹ ਇਸ ਤਰ੍ਹਾਂ ਲਿਖਿਆ ਹੋਇਆ, ਉਹਦੇ ਵਿੱਚ ਜੋ ਲਾਈਨ ਲਿਖੀ ਹੋਈ ਹੈ ਕਿ ਗੁਰੂ ਨਾਨਕ ਦੀ ਗੱਦੀ ਉੱਤੇ ਬੈਠੇ ਤਿਆਗ ਮੱਲ ਜੀ ਅਸਾਮ ਵਿੱਚ ਸੁਰਗਵਾਸੀ ਮਹਾਰਾਜਾ ਰਾਮ ਸਿੰਘ ਜੀ ਦੇ ਨਾਲ ਸਨ ਤੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਗੱਦੀ ਉੱਤੇ ਬੈਠੇ ਸਨ। ਇਹ ਜਿਹੜੀ ਰਿਪੋਰਟ ਲਿਖੀ ਗਈ ਹੈ 1710 ਦੇ ਵਿੱਚ ਲਿਖੀ ਗਈ ਹੈ। ਇਹਦੇ ਵਿੱਚ ਇੱਕ ਚੀਜ਼ ਆਪਾਂ ਨੂੰ ਕਲੀਅਰ ਹੁੰਦੀ ਹੈ ਕਿ ਆਪਾਂ ਨੂੰ ਰਾਮ ਸਿੰਘ ਵਾਲੀ ਸਟੋਰੀ ਤੇ ਪਤਾ ਹੀ ਹੈ, ਅਸਾਮ ਵਾਲੀ, ਕਿ ਗੁਰੂ ਸਾਹਿਬ ਦਾ ਜਿਹੜਾ ਬਚਪਨ ਦਾ ਨਾਮ ਸੀ ਉਹ ਵਾਕਈ ਤਿਆਗਮਲ ਸੀ। ਇਸ ਤੋਂ ਬਿਨਾਂ ਮੈਨੂੰ ਕਿਸੇ ਹੋਰ ਸੋਰਸ ਵਿੱਚ ਜਿਹੜਾ ਨੇਮ ਹੈ ਉਹ ਤਿਆਗਮਲ ਜਿਹੜਾ ਉਹ ਨਹੀਂ ਮਿਲਿਆ। ਸੋ ਇਹ ਤਾਂ ਸੀਗੇ ਕੁਝ ਫਾਰਸੀ ਦੇ ਸਰੋਤ। ਹੁਣ ਮੈਂ 10 ਮਿੰਟ ਆਈ ਵਿਲ ਜਸਟ ਟੇਕ ਔਨ ਅਸਾਮੀ ਸੋਰਸਿਸ, ਕਿਉਂਕਿ ਉਹਨੂੰ ਵੀ ਮੈਂ ਜ਼ਰੂਰੀ ਸਮਝਦਾ ਕਿ ਆਪਣੇ ਲਈ ਕਿ ਆਪਾਂ ਜਿਹੜੇ ਅਸਾਮ ਦੇ ਲੈਂਗੁਏਜ, ਗੁਰੂ ਸਾਹਿਬ ਨੇ ਅਸਾਮੀ ਜਿਹੜਾ ਆਪਣਾ ਨਾਰਥ ਈਸਟ ਇੰਡੀਆ ਹੈਗਾ ਉੱਥੇ ਕਾਫੀ ਜ਼ਿਆਦਾ ਸਮਾਂ ਜਿਹੜਾ ਹੈਗਾ ਉਹ ਸਪੈਂਡ ਕੀਤਾ। ਉਹਨਾਂ ਨੂੰ ਲੋਕਲ ਭਾਸ਼ਾ ਦੇ ਵਿੱਚ ਜਿਹੜੇ ਹੈਗੇ ਆ ਲੋਕੀ ਪੜ੍ਹਦੇ ਆ, ਉੱਥੇ ਬਹੁਤ ਗੁਰਦੁਆਰਾ ਸਾਹਿਬ ਵੀ ਬਣੇ ਹੋਏ ਆ। ਉੱਥੇ ਮੈਨੂੰ ਜਿਹੜਾ ਸਭ ਤੋਂ ਇੰਟਰਸਟਿੰਗ ਸੋਰਸ ਮਿਲਿਆ ਉਹ ਹੈਗਾ ਪਾਤਸ਼ਾਹ ਬੁਰੰਜੀ। ਇੱਕ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਦੇਖਣਾ ਪੈਣਾ ਕਿ ਉਹਦੀ ਜਿਹੜੀ ਟਾਈਮਿੰਗ ਹੈਗੀ ਹੈ ਉਹ ਪਾਤਸ਼ਾਹ ਬੁਰੰਜੀ ਦੀ, ਉਹ ਟਾਈਮਿੰਗ ਬੜੀ ਇੰਟਰਸਟਿੰਗ ਹੈ, ਕਿਉਂਕਿ ਉਹਦਾ ਮੈਜੋਰਿਟੀ ਆਫ ਦਾ ਪਾਰਟ ਆਫ ਜਿਹੜਾ ਪਾਤਸ਼ਾਹ ਬੁਰੰਜੀ ਹੈਗਾ ਇਹਦਾ ਆਥਰ ਅਨਨੋਨ ਹੈ। ਇਹ 1663 ਤੋਂ 1685 ਦੇ ਵਿੱਚ ਲਿਖੀ ਗਈ ਹੈ, ਮਤਲਬ ਬੜਾ ਕੰਟੈਂਪਰੇਰੀ ਟਾਈਮ ਹੈਗਾ ਗੁਰੂ ਸਾਹਿਬ ਦੀ ਸ਼ਹਾਦਤ ਦੇ ਨੇੜੇ ਦਾ। ਤੇ ਕੁਛ ਇਹਦੇ ਹੋਰ ਚੈਪਟਰ ਵੀ ਲੇਟਰ ਔਨ ਐਡ ਕੀਤੇ ਗਏ 1719 ਤੋਂ 1731 ਤੇ ਕੁਛ ਐਂਟਰੀਜ਼ ਇਹਦੀਆਂ 1793 ਤੋਂ ਬਾਅਦ ਇੱਕ ਵੀ ਮੈਨੂੰ ਸਕ੍ਰਿਪਟ ਹੋਰ ਦਿਖੀ ਸੀ, ਮੈਨੂੰ ਸਕ੍ਰਿਪਟ। ਇਹ ਸਾਰੇ ਜਿਹਨੇ ਸੋਰਸਿਸ ਨੇ ਸਾਰਿਆਂ ਦੀਆਂ ਮੈਨੂੰ ਸਕ੍ਰਿਪਟਸ ਅਲੱਗ-ਅਲੱਗ ਨੇ। ਇਹ ਤੁਸੀਂ ਤਾਂ ਸਭ ਇੰਨੇ ਵੱਡੇ ਵਡਭਾਗੇ ਹੋ, ਪਟਿਆਲਾ ਯੂਨੀਵਰਸਿਟੀ 'ਚ ਮੇਰੇ ਖਿਆਲ 'ਚ ਸਭ ਤੋਂ ਵੱਧ ਮੈਨੂੰ ਸਕ੍ਰਿਪਟਸ ਦੁਨੀਆ ਭਰ ਦੀਆਂ ਪਈਆਂ ਨੇ। ਡਾਕਟਰ ਸਰਬਜਿੰਦਰ ਸਿੰਘ ਜੀ ਇਹਦੇ ਬਾਰੇ ਜ਼ਿਆਦਾ ਜਾਣਦੇ ਨੇ। ਇਹ ਸਾਰੀਆਂ ਮੈਨੂੰ ਸਕ੍ਰਿਪਟਸ ਜਿੰਨੀਆਂ ਵੀ ਪੁਰਾਣੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਕੋਈ ਨਾ ਕੋਈ ਫਰਕ ਵਖਰੇਵਾ ਹੁੰਦਾ ਹੀ ਹੈ, ਜਿਹਨੂੰ ਸਟੱਡੀ ਕਰਨਾ ਆਪਣੇ ਆਪ 'ਚ ਬੜਾ ਇੰਟਰਸਟਿੰਗ ਜਿਹੜਾ ਹੈ ਉਹ ਕੰਮ ਹੈਗਾ। ਐਨੀਵੇਜ਼ ਵੀ ਵਿਲ ਕਮ ਟੂ ਆਰ ਪਾਤਸ਼ਾਹ ਬੁਰੰਜੀ ਦੇ ਵਿੱਚ ਕੀ ਲਿਖਿਆ ਹੋਇਆ, ਜਿਹੜੀ ਉੱਥੇ ਦੀ ਅਸਾਮੀ ਭਾਸ਼ਾ 'ਚ ਹੈਗੀ। ਮੈਂ ਉਹਦੀ ਜਿਹੜੀ ਇੰਗਲਿਸ਼ ਟ੍ਰਾਂਸਲੇਸ਼ਨ ਪੜ੍ਹੀ ਹੈ ਉਹਨੂੰ ਮੈਂ ਦੱਸ ਦਵਾਂ ਕਿ ਇਹ ਮੈਂ ਲੋਕਲ ਓਰੀਜਨਲ ਭਾਸ਼ਾ ਦੇ ਵਿੱਚ ਨਹੀਂ ਪੜ੍ਹਿਆ, ਜਿਵੇਂ ਪਹਿਲਾਂ ਫਾਰਸੀ ਵਾਲਾ ਤਾਂ ਮੈਂ ਪੜਵਾ ਕੇ ਜਿੰਨਾ ਮੇਰੇ ਕੋਲ ਹੋ ਸਕਿਆ ਮੈਂ ਡਬਲ ਚੈੱਕ ਕੀਤਾ। ਉਹਦੀ ਟ੍ਰਾਂਸਲੇਸ਼ਨ 'ਚ ਲਿਖਿਆ ਹੋਇਆ ਕਿ ਜਦੋਂ ਇਹਨਾਂ ਦੇ ਉੱਤੇ ਜਿਹੜਾ ਰਾਮ ਸਿੰਘ ਜੀ ਸੀਗੇ, ਜਿਹੜੇ ਉਹਨਾਂ ਨੂੰ 2 ਵਾਰੀ ਅਕਬਰ ਬਾਦਸ਼ਾਹ ਜਿਹੜਾ ਔਰੰਗਜ਼ੇਬ ਸੀ ਇਹਨਾਂ ਦੇ ਉੱਤੇ ਬਹੁਤ ਗੁੱਸੇ ਹੋਇਆ। ਮਤਲਬ ਇਹ ਉਹਨਾਂ ਦੇ ਲਈ ਉਹਨਾਂ ਦੇ ਨਾਲ ਜਿਹੜਾ ਇਹਨਾਂ ਦਾ ਸਮਝੌਤਾ ਸੀ ਰਾਜਾ ਜੀ ਦਾ, ਉਹਨਾਂ ਨੂੰ ਕਹਿੰਦੇ ਆ ਵੀ ਇਹ ਪਹਿਲੀ ਵਾਰੀ ਉੱਥੇ ਇੱਕ ਕੰਦਰਪਾ ਸਿੰਘਾ ਸੀ। ਉਹਦੇ ਵਿੱਚ ਲਿਖਦੇ ਆ ਵੀ ਜਦੋਂ ਕੰਦਰਪਾ ਸਿੰਘਾ ਨਾਮ ਦਾ ਇੱਕ ਰਾਜਾ ਸੀ ਜਿਹਨੂੰ ਔਰੰਗਜ਼ੇਬ ਨੇ ਕੈਦ ਕਰ ਲਿਆ ਤੇ ਇਹਦੇ ਸਪੁਰਦ ਕਰ ਦਿੱਤਾ ਰਾਜਾ ਰਾਮ ਸਿੰਘ ਜੀ ਦੇ। ਉਹ ਜਦੋਂ ਇਹਨਾਂ ਦੇ ਰਾਮ ਸਿੰਘ ਦੇ ਬੇਟਾ ਹੋਇਆ ਉਦੋਂ ਖੁਸ਼ੀ 'ਚ ਮਠਿਆਈਆਂ ਵੰਡੀਆਂ ਗਈਆਂ। ਉਹ ਜਿਹੜਾ ਕੰਦਰਪਾ ਸਿੰਘਾ ਸੀ ਉਹਨੂੰ ਰਾਮ ਸਿੰਘ ਜੀ ਨੇ ਸਕੀਮ ਦੇ ਨਾਲ, ਇਹਨਾਂ ਦੇ ਬੇਟਾ ਹੋਇਆ ਸੀ ਕਿਸ਼ੋਰਦਾਸ। ਉਸ ਵੇਲੇ ਕਿਸ਼ੋਰਦਾਸ ਦੇ ਜਨਮ ਵੇਲੇ ਰਾਮ ਸਿੰਘ ਨੇ ਜਦੋਂ ਬਾਹਰ ਮਠਿਆਈਆਂ ਭੇਜੀਆਂ ਉਹਦੇ ਵਿੱਚ ਸਕੀਮ ਦੇ ਨਾਲ ਉਹਨੂੰ ਸੀ ਬਾਹਰ ਕੱਢ ਦਿੱਤਾ। ਤੇ ਔਰੰਗਜ਼ੇਬ ਨੇ ਗੁੱਸੇ ਹੋਣਾ ਹੀ ਸੀ ਵੀ ਅਸੀਂ ਤਾਂ ਉਹਨੂੰ ਫੜਿਆ ਸੀ, ਤੂੰ ਕਿਉਂ ਕੱਢ ਦਿੱਤਾ ਬਈ। ਰਾਮ ਸਿੰਘ ਨੇ ਕਿਹਾ ਵੀ ਇਹ ਮੈਂ ਤੁਹਾਨੂੰ ਪਹਿਲਾਂ ਵੀ 1-2 ਵਾਰੀ ਬੇਨਤੀ ਕੀਤੀ ਸੀ ਵੀ ਉਹਨੂੰ ਛੱਡ ਦਿਓ, ਵੀ ਉਹਨਾਂ ਨਾਲ ਮੇਰਾ ਵਾਅਦਾ ਸੀ, ਤੁਸੀਂ ਮੰਨਿਆ ਨਹੀਂ। ਹੁਣ ਉਹ ਆਪਣੀ ਮਰਜ਼ੀ ਨਾਲ ਹੀ ਨਿਕਲ ਗਿਆ। ਪਰ ਔਰੰਗਜ਼ੇਬ ਨੇ ਰਾਮ ਸਿੰਘ ਦੇ ਉੱਤੇ ਕੋਈ ਜਿਹੜਾ ਸੀ ਉਹ ਐਕਸ਼ਨ ਨਹੀਂ ਲਿਆ, ਕਿਉਂਕਿ ਜਿਹੜੇ ਬਾਕੀ ਰਾਜੇ ਸੀ ਉਹਨਾਂ ਦੇ ਨਾਲ ਰਾਮ ਸਿੰਘ ਦੀ ਹਿੰਦੂ ਰਾਜਿਆਂ ਦੇ ਨਾਲ ਬਹੁਤ ਵਧੀਆ ਬਣਦੀ ਸੀ। ਜਿਹੜਾ ਦੂਜਾ ਉਹ 'ਚ offense ਲਿਖਿਆ ਗਿਆ ਉਸ ਕਿਤਾਬ ਦੇ ਵਿੱਚ ਪਾਤਸ਼ਾਹ ਬੁਰੰਜੀ ਦੇ ਵਿੱਚ, ਦੂਜਾ ਘਟਨਾ ਕਦੋਂ ਹੋਈ ਉਹਦੀ ਹੈਡਿੰਗ ਹੈਗੀ ਆ ਦ ਸਿੱਖ ਗੁਰੂ ਤੇਗ ਬਹਾਦਰ escapes from captivity। ਇਹ ਬੜੀ ਇੰਟਰਸਟਿੰਗ ਕੈਪਸ਼ਨ ਹੈ ਆਪਣੇ ਲਈ। ਉਹਦੇ 'ਚ ਡਿਟੇਲ 'ਚ ਕੀ ਲਿਖਦਾ ਹੈ ਕਿ ਇਹ ਅਸਾਮੀ ਲੈਂਗੁਏਜ ਜਿਹੜਾ ਹੈਗਾ ਉਹ 'ਚ ਲਿਖਦੇ ਆ ਕਿ ਇੱਕ ਸੰਤ ਸੀਗੇ ਗੁਰੂ ਨਾਨਕ ਦੇਵ ਜੀ ਦੇ ਫੇਥ ਤੋਂ, ਜਿਨ੍ਹਾਂ ਦੇ ਪਿੱਛੇ ਜਿਹੜੇ ਕਿ ਗੁਰੂ ਸਨ ਬਹੁਤ ਬ੍ਰਾਹਮਣਾਂ ਦੇ ਔਰ ਖੱਤਰੀਆਂ ਦੇ, ਉਹ ਕਿਸੇ ਵੀ ਰਾਮ ਜਾਂ ਕ੍ਰਿਸ਼ਨ ਦਾ ਨਾਮ ਨਹੀਂ ਸਨ ਲੈਂਦੇ, ਨਾ ਹੀ ਕਿਸੇ ਗੋਡ ਜਾਂ ਗੋਡੈਸਿਸ ਨੂੰ ਧਿਆਉਂਦੇ ਸਨ। ਜਦੋਂ ਵੀ ਉਹਨਾਂ ਦੇ ਫੇਥ ਦਾ ਕੋਈ ਉਹਨਾਂ ਨੂੰ ਮਿਲਦਾ ਸੀ ਉਹ ਸਿਰਫ ਕਹਿੰਦੇ ਸੀ ਓਮ ਹੈ ਗੁਰੂ ਤੇ ਹੋਰ ਕੁਝ ਵੀ ਨਹੀਂ ਕਹਿੰਦੇ ਸਨ। ਤੇ ਉਸ ਵੇਲੇ ਦੇ ਜਿਹੜੇ ਬ੍ਰਾਹਮਣ ਭੱਟਾਚਾਰਿਆ ਜਾਂ ਪ੍ਰੀਸਟ ਸੀ ਜਾਂ ਕਾਜੀ ਸੀ, ਉਹਨਾਂ ਨੇ ਔਰੰਗਜ਼ੇਬ ਕੋਲ ਇਹ ਕੰਪਲੇਂਟ ਕੀਤੀ ਕਿ ਇਹ ਆਦਮੀ ਕਿਸੇ ਵੀ ਪਾਰਟੀਕੂਲਰ ਸਕੂਲ ਜਾਂ ਫੇਥ ਨੂੰ ਨਹੀਂ ਬਿਲੋਂਗ ਕਰਦਾ ਤੇ ਇਹ ਆਪਣੇ ਨਾਲ ਜਿਹੜੇ ਹੈਗੇ ਆ 30,000 ਨਾਨਕ ਪੰਥੀ, ਇੱਥੇ ਵਰਡ ਨਾਨਕ ਪੰਥੀ ਯੂਜ਼ ਕੀਤਾ ਗਿਆ, ਬੜੀ ਇੰਟਰਸਟਿੰਗ ਗੱਲ ਹੈ। 9ਵੇਂ ਪਾਤਸ਼ਾਹ ਦੇ ਵੇਲੇ ਨਾਨਕ ਪੰਥੀ ਸਿਪਾਹੀ ਇਹਦੇ ਨਾਲ ਜਿਹੜੇ ਹੈਗੇ 30,000 ਹੁੰਦੇ ਆ। ਤੇ ਉਸ ਵੇਲੇ ਜਿਹੜਾ ਸੀ ਪਾਤਸ਼ਾਹ ਯੂਜ਼ ਕਰਦੇ ਆ ਵਰਡ ਔਰ ਔਰੰਗਜ਼ੇਬ ਹਮੇਸ਼ਾ ਆਲਮਗੀਰ ਔਰੰਗਜ਼ੇਬ ਨੂੰ ਪਾਤਸ਼ਾਹ ਕਹਿੰਦੇ ਆ ਕਿ ਉਹਨੇ ਡਿਊਟੀ ਲਾਈ ਪਠਾਨ ਦੀ
ਆਲੂ ਖਾਨ ਕਿ ਗੁਰੂ ਸਾਹਿਬ ਨੂੰ ਕੈਪਚਰ ਕਰਕੇ ਲਿਆਂਦਾ ਜਾਵੇ। ਪਾਤਸ਼ਾਹ ਨੇ ਉਹਨੂੰ ਆਲਮਗੀਰ ਨੇ ਉਹਨੂੰ ਕਿਹਾ ਕਿ ਐਗਜ਼ੀਕਿਊਟ ਕੀਤਾ ਜਾਵੇ, ਜਿਹਦੇ ਲਈ ਕਿ ਰਾਮ ਸਿੰਘ ਨੇ ਫਿਰ ਦੁਬਾਰਾ ਜਿਹੜੀ ਸੀ ਸਿਕਿਉਰਿਟੀ ਦਿੱਤੀ ਵੀ ਮੈਂ ਇਹਨਾਂ ਦੀ ਜਿਹੜੀ ਸੀ ਉਹ ਹਿਫਾਜ਼ਤ ਕਰੂੰਗਾ, ਆਪਣੇ ਕੋਲ ਰੱਖੂੰਗਾ। ਪਰ ਇਹ ਕਹਿਣ ਦੇ ਬਾਵਜੂਦ ਵੀ ਉਹ ਲਿਖਦਾ ਕਿਤਾਬ ਦੇ ਵਿੱਚ, ਨਾਨਕ ਪੰਥੀ ਗੁਰੂ ਮੇਡ ਹਿਜ਼ ਐਸਕੇਪ। ਹੁਣ ਆਪਾਂ ਨੂੰ ਪਤਾ ਹੈ ਕਿ ਗੁਰੂ ਸਾਹਿਬ ਜਿਹੜੇ ਸੀ ਉਹ ਮਰਜ਼ੀ ਦੇ ਨਾਲ ਗਏ ਸੀ, ਮਤਲਬ ਉਹ ਅਲੱਗ ਸਟੋਰੀ ਹੈਗੀ ਹੈ। ਪਰ ਅਸਾਮੀ ਸੋਰਸਿਸ ਦੇ ਵਿੱਚੋਂ ਆਪਾਂ ਨੂੰ ਇਹ ਪਤਾ ਲੱਗਦਾ ਕਿ ਜਿਹੜਾ ਨਾਲ ਹੀ ਉਹ ਜਿਹੜਾ ਡਾਇਲੋਗ ਹੈ ਮੁੜ ਕੇ ਉਹ ਚੁੱਕ ਦਿੱਤਾ ਗਿਆ, ਡਾਇਲੋਗ ਕੀ ਆ ਜਿਹੜਾ ਆਪਣੇ ਲਈ ਜ਼ਰੂਰੀ ਹੈ। ਸੋ ਆਪਾਂ ਨੂੰ ਇਹਦਾ ਆਨਸਰ ਇਹਦੇ ਵਿੱਚ ਹੀ ਮਿਲ ਜਾਂਦਾ। ਉਸ ਚੈਪਟਰ ਦੀ ਹੈਡਿੰਗ ਹੈਗੀ ਹੈ ਰਾਮ ਸਿੰਘ's ਸੈਕੰਡ ਆਫੈਂਸ। ਔਰੰਗਜ਼ੇਬ ਨੇ ਪੁੱਛਿਆ ਰਾਮ ਸਿੰਘ ਨੂੰ, ਹਾਊ ਇਜ਼ ਦੈਟ ਯੂ ਹੈਵ ਅਲਾਉਡ ਦ ਗੁਰੂ ਟੂ ਫਲੀ ਤੋ ਯੂ ਯੂਰਸੈਲਫ ਸਟੂਡ ਐਜ਼ ਅ ਸ਼ੋਰਟੀ ਟੂ ਹਿਮ, ਤੇ ਤੂੰ ਖੁਦ ਤਾਂ ਜ਼ਮਾਨਤ ਦਿੱਤੀ ਸੀ, ਤੇ ਤੂੰ ਕਿਉਂ ਜਾਣ ਦਿੱਤਾ ਉਹਨਾਂ ਨੂੰ? ਰਾਮ ਸਿੰਘ ਕਹਿੰਦਾ, only a raja or nawab is worthy of your vengeance. He is only a mendicant fakir. To accuse me for his escape will cause people to laugh when they hear of it. ਮਤਲਬ ਉਹ ਕਹਿੰਦੇ ਵੀ ਜਿਹੜਾ ਤੇਰਾ ਇੰਨਾ ਗੁੱਸਾ ਹੈਗਾ, ਇਹ ਜਿਹੜਾ ਤੂੰ ਬਦਲੇਖੋਰੀ ਦੀ ਭਾਵਨਾ ਹੈਗੀ ਆ ਕਿਸੇ ਰਾਜੇ ਜਾਂ ਨਵਾਬ ਤੇ ਕੱਢ, ਉਹ ਤਾਂ ਇੱਕ ਰੱਬ ਨੂੰ ਮੰਨਣ ਵਾਲੇ ਫਕੀਰ ਆ। ਜੇ ਤੂੰ ਇਹ ਉਹਨਾਂ ਨੂੰ ਛਡਾਉਣ ਦੀ ਮੇਰੇ ਵੱਲੋਂ ਗੱਲ ਕਹਿ ਰਿਹਾ, ਲੋਕੀ ਤੇਰੇ ਤੇ ਹੱਸਣਗੇ ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੂਗੀ। ਸੋ ਇਸੇ ਅਸਾਮੀ ਲੈਂਗੁਏਜ ਦੀ ਲਾਈਨ ਦੇ ਵਿੱਚ ਹੀ ਆਪਾਂ ਨੂੰ ਇਸ ਚੀਜ਼ ਦਾ ਆਨਸਰ ਮਿਲ ਜਾਂਦਾ ਕਿ ਜਿਹੜੇ ਕਿੰਨੇ ਇਤਿਹਾਸਕਾਰ ਗੁਰੂ ਸਾਹਿਬ ਨੂੰ ਬਾਗੀ ਜਾਂ ਹਥਿਆਰਬੰਦ ਜਥਿਆਂ ਦੇ ਨਾਲ ਉਹ ਗੱਲ ਕਰ ਰਹੇ, ਉਹ ਸਾਰੀ ਗੱਲਾਂ ਗਲਤ ਹੈ। ਕਿਉਂਕਿ ਰਾਮ ਸਿੰਘ ਜਿਹੜਾ ਇੱਕ ਬੜਾ ਇੰਪੋਰਟੈਂਟ ਕਰੈਕਟਰ ਹੈਗਾ, ਜਿਹੜਾ ਮੁਗਲ ਬਾਦਸ਼ਾਹ ਦੇ ਨਾਲ ਕੰਮ ਕਰਦਾ ਸੀ, ਉਹਦੇ ਮੂੰਹੋਂ ਹੀ ਇਹ ਗੱਲ ਜਿਹੜੀ ਹੈਗੀ ਹੈ ਇਸ ਅਸਾਮੀ ਬਰੌਂਜੀ ਦੇ ਵਿੱਚ ਜਿਹੜੀ ਕਹੀ ਜਾ ਰਹੀ ਹੈ ਕਿ only a raja or nawab is worthy of your vengeance, he is only a mendicant fakir। ਵੀ ਇਹ ਫਕੀਰ ਲੋਕ ਨੇ। ਆਪਾਂ ਨੂੰ ਪਤਾ ਹੀ ਹੈ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੇ, ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਥਿੰਗਸ ਹੈਡ ਚੇਂਜਡ ਅ ਲੋਟ। ਉਹਨਾਂ ਕੋਲ ਹਥਿਆਰਬੰਦ ਫੌਜ ਸੀਗੀ, ਪਰ ਇਹ ਗੁਰੂ ਤੇਗ ਬਹਾਦਰ ਜੀ ਵੇਲੇ ਕਹਿਣਾ ਕਿ ਉਹ ਆਪਣੀ ਪਾਤਸ਼ਾਹੀ ਦੇ ਲਈ ਕੁਝ ਇਹੋ ਜਿਹਾ ਲੋਕਾਂ ਨੂੰ ਭੜਕਾ ਰਹੇ ਸਨ, ਆਈ ਡੋਂਟ ਥਿੰਕ ਦ ਹਿਸਟਰੀ ਸਪੋਰਟਸ ਦੈਟ ਰੀਜ਼ਨ ਫॉर ਔਰੰਗਜ਼ੇਬ। ਹੁਣ ਆਪਾਂ ਅੱਗੇ ਜਾਂਦੇ ਹਾਂ ਕਿ ਉਹਨੇ ਅੱਗੇ ਜਾ ਕੇ ਇਸ ਚੀਜ਼ ਤੋਂ ਫਿਰ ਉਹਨੇ ਗੁੱਸੇ ਹੋ ਕੇ ਕਿਹਾ ਜਾਂਦਾ ਕਿ ਰਾਜਾ ਜੈ ਸਿੰਘ ਨੂੰ ਕਿਹਾ ਤਾਂ ਕੁਛ ਨਹੀਂ, ਪਰ ਉਹਨੇ ਕਿਹਾ ਰਾਜਾ ਜੈ ਸਿੰਘ ਨੂੰ ਵੀ ਜਿਵੇਂ ਤੁਹਾਡੇ ਜਿਹੜੇ ਫਾਦਰ ਸੀਗੇ ਰਾਜਾ ਮੰਦਿੱਤਾ, ਉਹ ਬੰਗਾਲ ਵਾਰ ਚ ਜਾ ਕੇ ਲੜੇ ਸੀ, ਹੁਣ ਤੁਸੀਂ ਵੀ ਜਾ ਕੇ ਜਿਹੜੀ ਅਸਾਮ ਚ ਜਾ ਕੇ ਯੁੱਧ ਕਰੋ। ਉਹਦੇ ਬਾਰੇ ਕਿਹਾ ਜਾਂਦਾ ਵੀ ਔਰੰਗਜ਼ੇਬ ਇਦਾਂ ਲੋਕਾਂ ਨੂੰ ਜਿਹਨਾਂ ਨੂੰ ਮਰਵਾਉਣਾ ਚਾਹੁੰਦਾ ਸੀ ਅੱਗੇ ਲਾ ਕੇ ਭੇਜ ਦਿੰਦਾ ਸੀ ਕਿ ਅਸਾਮ ਵਰਗੇ ਇਲਾਕੇ ਚ ਅੱਜ ਤੱਕ ਕਿਸੇ ਨੇ ਕੋਈ ਲੜਾਈ ਜਿੱਤੀ ਨਹੀਂ ਸੀਗੀ। ਇਸ ਕਰਕੇ ਉਹਨਾਂ ਨੇ ਡੈਪੂਟੇਸ਼ਨ ਉਧਰ ਜਾ ਕੇ ਦਿੱਤੀ। ਉੱਥੇ ਕਹਿੰਦੇ ਸੀ ਲੋਕੀ ਕਈ ਭੂਤ ਪ੍ਰੇਤ ਕੱਢਦੇ ਆ, ਮਤਲਬ ਬਹੁਤ ਖਤਰਨਾਕ ਇਲਾਕਾ ਹੈਗਾ। ਸੋ ਉਹ ਜਿਹੜਾ ਅਸਾਮ ਵੱਲ ਭੇਜਿਆ ਗਿਆ, ਤੇ ਮੁੜ ਕੇ ਆਪਾਂ ਨੂੰ ਹਿਸਟਰੀ, ਆਪਣੀ ਸਿੱਖ ਹਿਸਟਰੀ ਤੋਂ ਪਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਨਾਲ ਗਏ, ਤੇ ਉਹਨਾਂ ਦੇ ਨਾਲ ਹੋਣ ਕਰਕੇ ਉੱਥੇ ਇਸ ਰਾਜੇ ਦੀ ਕਾਫੀ ਵੱਡੀ ਸਿਫਤ ਹੋਈ ਕਿ ਗੁਰੂ ਸਾਹਿਬ ਨੇ ਨੈਗੋਸ਼ੀਏਸ਼ਨਸ ਜਿਹੜੀਆਂ ਸੀ ਰਾਮ ਸਿੰਘ ਦੀਆਂ ਉੱਥੇ ਦੇ ਜਿਹੜੇ ਲੋਕਲ ਲੋਕਾਂ ਦੇ ਨਾਲ ਕਰਵਾਈਆਂ। ਸੋ ਇਟ ਬਿਕਮਸ ਵੈਰੀ ਇੰਪੋਰਟੈਂਟ ਟੂ ਅਸ ਟੂ ਅੰਡਰਸਟੈਂਡ ਦ ਅਸਾਮੀ ਸੋਰਸਿਸ ਆਲਸੋ। ਤੇ ਅੱਜ ਦਾ ਮੇਰਾ ਜਿਹੜਾ ਲਾਸਟ ਪੁਆਇੰਟ ਹੈਗਾ ਉਹ ਹੈਗੇ ਆ ਆਪਣੇ ਭੱਟਵਈਆਂ। ਸੋ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਫਾਰਸੀ ਸਰੋਤਾਂ ਦੀ, ਫਿਰ ਅਸਾਮੀ ਸਰੋਤਾਂ ਚੋਂ ਇੱਕ ਜਿਹੜਾ ਇੰਪੋਰਟੈਂਟ ਸੀਗਾ ਸਭ ਤੋਂ ਵੱਡਾ, ਮੈਂ ਉਹਦੀ ਗੱਲ ਕੀਤੀ ਹੈ। ਹੁਣ ਮੈਂ ਗੱਲ ਕਰੂੰਗਾ ਆਪਣੇ ਸਭ ਤੋਂ ਇੰਪੋਰਟੈਂਟ, ਜਿਹੜੇ ਸਭ ਤੋਂ ਕਹਿ ਲਓ ਵੀ ਨੈਗਲੈਕਟਡ ਸੋਰਸ ਨੇ, ਉਹ ਹੈਗੇ ਨੇ ਭੱਟਵਈਆਂ। ਜਿਹੜੀਆਂ ਭੱਟਵਈਆਂ ਨੇ ਉਹਨਾਂ ਦੇ ਵਿੱਚੋਂ ਮੈਂ ਕੁਝ ਜਿਹੜਾ ਹੈਗਾ ਮੈਨੂੰ ਕਾਫੀ ਬਹੁਤ ਜ਼ਿਆਦਾ ਇੰਟਰਸਟ ਹੈ ਵੀ ਇਹ ਭੱਟਵਈਆਂ ਦੇ ਬਾਰੇ ਕਹਿ ਲਓ ਵੀ ਜਾਣਕਾਰੀ ਇਕੱਠੀ ਕਰਨ ਦਾ। ਖਾਸ ਕਰਕੇ ਮੈਨੂੰ ਇਹ ਚ ਵੀ ਜਨਮ ਸਾਖੀਆਂ ਚ ਜਿਵੇਂ ਆਪਾਂ ਨੂੰ ਤਰੀਕਾਂ ਨਹੀਂ ਮਿਲਦੀਆਂ, ਭੱਟਵਈਆਂ ਦੇ ਵਿੱਚ ਜਿਹੜੀਆਂ ਹੈਗੀਆਂ ਤਰੀਕਾਂ ਬਹੁਤ ਮਿਲ ਜਾਂਦੀਆਂ। ਜ਼ਿਆਦਾਤਰ ਮੈਨੂੰ ਇਸ ਇਲਾਕੇ ਚੋਂ ਜ਼ਿਆਦਾ ਇਹ ਚੀਜ਼ਾਂ ਲੱਭੀਆਂ ਨੇ। ਮੈਂ ਤਾਂ ਦੁਆਬੇ ਦਾ ਰਹਿਣ ਵਾਲਾ, ਮੇਰਾ ਪਿੰਡ ਨਵਾਂ ਸ਼ਹਿਰ ਫਗਵਾੜਾ ਦੇ ਕੋਲ ਹੈ, ਪਰ ਇਸ ਭੱਟਵਈਆਂ ਜ਼ਿਆਦਾ ਇਤਿਹਾਸ ਜਿਹੜੀਆਂ ਮਿਲਦੀਆਂ ਨੇ ਉਹ ਹੈਗੀਆਂ ਇਲਾਕਾ ਪਹੇਵਾ ਜਿਹੜਾ ਕਰਨਾਲ ਚ ਹੈ, ਭਾਦਸੋਂ ਥਨੇਸਰ ਚ ਹੈ, ਪਨਭੌਰੀ ਇਹ ਮੈਨੂੰ ਪਤਾ ਨਹੀਂ ਵੀ ਉਧਰ ਹੀ ਹੋਣਾ, ਕਲੌਂਦਾ ਜੀਂਦ ਚ ਹੈ, ਕਰ ਸਿੰਧੂ ਸਫੀਦੋਂ ਚ ਹੈ। ਇਹ ਸਾਰੀ ਜਿਹੜੀ ਬੈਲਟ ਹੈਗੀ ਮੈਨੂੰ ਲੱਗਦਾ ਸੰਗਰੂਰ ਦੇ ਨੇੜੇ, ਉੱਥੇ ਕਿ ਇਹ ਕੰਮ ਬਹੁਤ ਸੀਗਾ ਜਿੱਥੇ ਇਹ ਰੈਕਡ ਕੀਪਿੰਗ ਜਿਹੜੀ ਹੈਗੀ ਆ ਭੱਟਾਂ ਵੱਲੋਂ ਜਿਹੜੀਆਂ ਭੱਟਵਈਆਂ ਜਿਹੜੀਆਂ ਹੈਗੀਆਂ ਮਿਲਦੀਆਂ ਨੇ। ਜਿਹੜੀ ਕਿਤਾਬ ਚੋਂ ਮੈਂ ਹੁਣ ਕੁਝ ਜਿਹੜੀਆਂ ਹੈਗੀਆਂ ਤੁਹਾਨੂੰ ਜਿਹੜੀਆਂ ਲਾਈਨਾਂ ਜਿਹੜੀਆਂ ਹੈਗੀਆਂ ਉਹ ਸੁਣਾਉਣ ਲੱਗਾ, ਉਹ ਹੈਗੀ ਆ ਸ਼ਹੀਦ ਬਿਲਾਸ ਭਾਈ ਮਨੀ ਸਿੰਘ ਜੀ। ਇਹ ਕਿਤਾਬ ਜਿਹੜੀ ਹੈਗੀ ਆ ਸੇਵਾਕ੍ਰਿਤ ਭਾਈ ਸੇਵਾ ਸਿੰਘ ਹੈਗੀ ਆ, ਪਰ ਇੱਕ ਕਿਤਾਬ ਦੀ ਸਟਾਰਟਿੰਗ ਤੇ ਲਿਖਿਆ ਗਿਆ ਸ਼ਹੀਦ ਬਿਲਾਸ ਪੋਥੀ ਕੀ ਨਕਲ पटखशरी से कतक बदी एकम साल 1927 विक्रमी ਜਿਹੜਾ ਬਣਿਆ ਆਪਣਾ 1870 को गुरमुखी में की, मतलब पटखरी ਜਿਹੜੀ ਪੱਟਾਂ ਦੀ ਲੈਂਗੁਏਜ ਹੈ ਉਹ ਤੋਂ ਗੁਰਮੁਖੀ ਬਣਾਈ 1870 ਚ। ਨਕਲ ਕਰਨੇ ਵਾਲਾ ਛੱਜੂ ਸਿੰਘ ਭੱਟ, ਭਾਦਸੋਂ ਨਿਵਾਸੀ ਪਰਗਣਾ ਥਾਨੇਸਰ। ਇਹ ਮਤਲਬ ਉਹਨਾਂ ਨੇ ਮਤਲਬ ਸਟਾਰਟਿੰਗ ਦੇ ਬੁੱਕ ਦੇ ਜਦੋਂ ਕਹ ਲਓ ਕੋਲਫੋਨ ਦੇ ਵਿੱਚ ਆਪਾਂ ਨੂੰ ਉਹ ਜਿਹੜੀ ਹੈਗੀ ਹੈ ਇਨਫੋਰਮੇਸ਼ਨ ਦਿੱਤੀ ਹੈ। ਹੁਣ ਭੱਟਵਈਆਂ ਦੇ ਵਿੱਚ ਆਪਾਂ ਨੂੰ ਜਿਹੜੀ ਸਟੋਰੀ ਹੈਗੀ ਆ ਉਹ ਸਿੱਖ ਸੋਰਸਿਸ ਜਿੱਥੋਂ ਆਪਾਂ ਅੱਗੇ ਚੱਲੀਏ, ਮਤਲਬ ਦ ਰੀਜ਼ਨ ਆਈ ਵਾਂਟਡ ਟੂ ਡਿਸਕਸ ਦੈਟ ਵਾਜ਼ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਇਹਨਾਂ ਨੂੰ
ਕਿਉਂਕਿ ਇਹ ਬੜੇ ਆਥੈਂਟਿਕ ਸੋਰਸ ਨੇ। ਜਦੋਂ ਆਪਾਂ ਇੰਟਰਨੈਸ਼ਨਲ ਡਿਬੇਟਸ ਬੈਠਦੇ ਆ, ਇੱਥੇ ਮੈਂ ਕਿਤੇ ਯੂਨੀਵਰਸਿਟੀ 'ਚ ਜਾ ਕੇ ਕਿਤੇ ਗੱਲਬਾਤ ਕਰਦਾ ਜਾਂ ਕਰਨ ਦਾ ਮੈਨੂੰ ਮੌਕਾ ਮਿਲੇ, ਉਹ ਸਭ ਉਹ ਚੀਜ਼ਾਂ ਖੋਲ ਕੇ ਬੈਠੇ ਹੋਣ ਜਿਹੜੀ ਮੈਂ ਪਹਿਲਾਂ ਦੱਸ ਕੇ ਹਟਿਆ। ਜਦੋਂ ਆਪਾਂ ਉਹਨਾਂ 'ਚ ਗਲਤੀਆਂ ਤਾਂ ਕੱਢਤੀਆਂ, ਫਿਰ ਆਪਾਂ ਅਸਲੀ ਚੀਜ਼ਾਂ ਜਿਹੜੀਆਂ ਦੱਸਣੀਆਂ ਕਿ ਆਪਾਂ ਇਹਨਾਂ ਨੂੰ ਐਜ਼ ਅ ਰੈਫਰੈਂਸ ਯੂਜ਼ ਕਰ ਸਕਦੇ ਹਾਂ। ਭਟਵਈ ਦੇ ਵਿੱਚ ਕੀ ਲਿਖਿਆ ਹੋਇਆ, ਜਿਹੜੀ ਸਾਖੀ ਆਪਾਂ ਬਚਪਨ ਤੋਂ ਉਸ ਵੇਲੇ ਦੇ ਬਾਰੇ ਕੀ ਲਿਖਦੀ ਹੈ ਇਹ ਭਟਵਈ। ਹਿੰਦ ਵਿਖੇ ਅੰਧ ਘੋਰ ਮਚਿਓ ਜਬ, ਸਾਧੂ ਸੰਤ ਨਹੀਂ ਦੇਖਣ ਪਾਵਤ, ਧਰਮ ਦੇ ਥਾਂ ਅਧਰਮ ਹੋਵੇ, ਨਹੀਂ ਰੱਛਕ ਗਊ ਗਰੀਬ ਦਿਖਾਵਤ, ਤਬ ਤੇਗ ਬਹਾਦਰ हिंद की चादर थे चक नानकी बीच बतावत, सेवा हरी इस घोर कलमै गुरु जंजू टिके की लाज रखावत। सो ਇਹ ਪਹਿਲੀ ਐਂਟਰੀ ਮੈਨੂੰ ਹੈਗੀ ਆ ਜਿਹੜੀ ਇਹ ਮੈਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਸੀ ਕਿ ਜੰਜੂ ਦੀ ਪ੍ਰੋਟੈਕਸ਼ਨ ਦੇ ਲਈ ਜਾਂ ਗੁਰੂ ਸਾਹਿਬ ਨੂੰ ਹਿੰਦ ਕੀ ਚਾਦਰ ਕਿੱਥੋਂ ਕਿਹਾ ਗਿਆ। ਇਹ ਇਸ ਭਟਵਈ ਦੇ ਵਿੱਚ ਜਿਹੜੀ ਮੈਨੂੰ ਲਾਈਨ ਹੈਗੀ ਆ, ਸਭ ਇਹ ਮੇਰਾ ਕਹਿ ਲਓ ਵੀ ਇੱਕ ਸ਼ੌਕ ਹੈ ਕਿ ਦੇਖਣ ਲਈ ਕਿ ਸਭ ਤੋਂ ਪਹਿਲਾਂ ਕਿਹੜੇ ਆਥਰ ਨੇ ਇਹ ਜਿਹੜੀ ਲਾਈਨਾਂ ਫੇਮਸ ਲਾਈਨਸ ਨੇ ਉਹ ਕਿਹੜੀਆਂ ਕਹੀਆਂ ਹੋਣਗੀਆਂ। ਸੋ ਮੈਨੂੰ ਇਸ ਭਟਵਈ ਚੋਂ ਮਿਲੀ ਹੈ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੇ ਕਿ ਉਹਦੀ ਮੈਂ ਕੁਝ ਲਾਈਨਾਂ ਤੁਹਾਨੂੰ ਹੋਰ ਸੁਣਾ ਦੇਣਾ ਇਹਦੇ ਵਿੱਚੋਂ। ਹਾਥ ਜੋੜ ਕਹਿਓ ਕਿਰਪਾ ਰਾਮ, ਦਤ ਬ੍ਰਾਹਮਣ ਮਟਨ ਗ੍ਰਾਮ, हमरो बल अब रहियो नहीं काई, हे गुरु तेग बहादुर राय, गज के बंधन काटन हारे, तुम गुरु नानक है अवतारे। मतलब ਜਿਹੜੀ ਆਪਾਂ ਸਾਖੀ ਸੁਣਦੇ ਆਏ ਆ, ਇਟ ਇਜ਼ ਕ੍ਰੈਡੀਬਲ ਕਿ ਹਿੰਦੂ ਧਰਮ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਔਰ ਇਹਨਾਂ ਦੇ ਵਿੱਚ ਬਕਾਇਦਾ ਅੱਗੇ ਜਾ ਕੇ ਹੋਰ ਡਿਟੇਲ ਬਹੁਤ ਹੈਗੀ ਹੈ ਕਿ ਕਿਵੇਂ ਗੁਰੂ ਸਾਹਿਬ ਰੋਪੜ ਦੇ ਕੋਲ ਇੱਕ ਪਿੰਡ ਵਿੱਚ ਠਹਿਰੇ ਸਨ, ਉੱਥੋਂ ਜਾ ਕੇ ਜਿਹੜੀ ਇਹਨਾਂ ਦੀ ਭਟਵਈਆਂ ਦੇ ਵਿੱਚ ਜਿਹੜੀ ਵੈਸੇ ਗੁਰੂ ਸਾਹਿਬ ਦੀ ਗ੍ਰਿਫਤਾਰੀ ਉਹ ਆਗਰੇ ਚੋਂ ਨਹੀਂ ਦਿਖਾਈ ਜਾਂਦੀ, ਉਹ ਇੱਥੋਂ ਰੋਪੜ ਦੇ ਨੇੜਿਓਂ ਦਿਖਾਈ ਜਾਂਦੀ ਹੈ। ਉੱਥੇ ਇੱਕ ਪਿੰਡ ਦੇ ਵਿੱਚ ਸਵੇਰ ਨੂੰ ਨਾਲ ਜਿਹੜੇ ਭਾਈ ਸਤੀਦਾਸ ਜੀ ਜਾਂ ਮਤੀਦਾਸ ਜੀ, ਉਹਨਾਂ ਦੋਨਾਂ ਵਿੱਚੋਂ ਇੱਕ ਜਣਾ, ਮੈਨੂੰ ਨਾਮ ਯਾਦ ਭੁੱਲ ਗਿਆ ਹੁਣ, ਦੋਨਾਂ ਚੋਂ ਕੋਈ ਇੱਕ ਪਾਣੀ ਲੈਣ ਗਿਆ ਤੇ ਖੂਹ ਦੇ ਵਿੱਚ ਡਿੱਗ ਪਏ। ਪਿੰਡ ਵਾਲੇ ਲੋਕ ਇਕੱਠੇ ਹੋ ਗਏ, ਪਿੰਡ ਦੇ ਲੋਕ ਰੰਗੜ ਸੀ, ਉਹਨਾਂ ਨੇ ਉੱਥੇ ਨੇੜੇ ਜਿਹੜੀ ਸੀ ਇਤਲਾਹ ਦੇਤੀ ਜਿੱਥੋਂ ਸੀ ਗੁਰੂ ਸਾਹਿਬ ਦੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ। ਦੈਟ ਇਜ਼ ਅ ਡਿਸਕ੍ਰਿਪੈਂਸੀ ਜਿਹੜੀ ਸਾਨੂੰ ਭਟਵਈਆਂ ਚੋਂ ਜਿਹੜੀ ਡਿਟੇਲ ਹੈਗੀ ਹੈ, ਮੈਨੂੰ ਤਾਂ ਜ਼ਿਆਦਾ ਆਥੈਂਟੀਕੇਟਡ ਵੈਸੇ ਭਟਵਈਆਂ ਲੱਗਦੀਆਂ ਹੋਈਆਂ। ਉੱਥੇ ਥੋੜਾ ਜਿਹਾ ਅੱਗੇ ਉਹ ਜਿਹੜੀ ਆਪਾਂ ਗੱਲ ਸੁਣਦੇ ਹੁੰਦੇ ਆ ਕਿ 10ਵੇਂ ਪਾਤਸ਼ਾਹੀ ਦਾ ਕੀ ਰੋਲ ਸੀ ਉਸ ਵੇਲੇ ਬਚਪਨ 'ਚ, ਉਹਨਾਂ ਦੇ ਉਹ ਉਸ ਵੇਲੇ ਉਹਨਾਂ ਨੇ ਕੀ ਕਿਹਾ, ਉਹ ਵੀ ਮੈਂ ਭਟਵਈ 'ਚ ਤੁਹਾਨੂੰ ਇੱਕ ਲਾਈਨ ਸੁਣਾਉਣਾ। ਪੰਜਾਬੀ ਵਿਭਾਗ ਵਾਲੇ ਹੋ ਤੁਸੀਂ, ਇਸ ਕਰਕੇ ਆਪਾਂ ਫਾਰਸੀ ਦੀ ਗੱਲ ਕਰ ਲਈ, ਅਸਾਮੀ ਦੀ ਗੱਲ ਕਰ ਲਈ, ਕੁਝ ਪੁਰਾਣੀ ਪੰਜਾਬੀ ਵੀ ਤੁਹਾਡੇ ਨਾਲ ਮੈਂ ਸਾਂਝ ਪਾ ਦੇਵਾਂ। ਤਬ ਸਤਗੁਰ ਇਵ ਮਨ ਠਹਿਰਾਈ, ਬਿਨ ਸਿਰ ਦੀਏ ਜਗਤ ਦੁਖ ਪਾਈ, ਦਾਸ ਗੋਬਿੰਦ ਥੀ ਪਾਸ ਬਹਾਇਓ, ਕਮਰ ਕੱਸਾ ਸਤਗੁਰ ਕਰਾਇਓ, ਪੈਸੇ ਦੀ ਫਤਰ ਆਗੇ ਤੱਕ ਟੇਕ, ਆਲ ਗੁਰ ਲਿਖ ਲਿਖਾਏ ਪੋਥੀਆਂ, ਮਨ ਮਹਿ ਬਹੁ ਉਤਸਾਹੇ। ਮਤਲਬ ਇਹ ਵੀ ਡਿਟੇਲ ਹੈ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲ ਕਿਹੜੇ ਸਿੱਖ ਗਏ ਰਹੇ, ਪਿੱਛੇ ਉਹਨਾਂ ਦੇ ਬਚਪਨ ਦੀ ਏਜ ਸੀਗੀ, ਕਿਹੜੇ ਸਿੱਖ ਜਿਹੜੇ ਸੀ ਨਾਲ ਗਏ, ਔਰ ਜਿਹੜੀਆਂ ਡੇਟਸ ਹੈਗੀਆਂ ਉਹ ਡੇਟਸ ਤੱਕ ਵੀ ਜਿਹੜੀਆਂ ਹੈਗੀਆਂ ਆਪਾਂ ਨੂੰ ਇਹਨਾਂ ਕਿਤਾਬਾਂ ਦੇ ਵਿੱਚੋਂ ਮਿਲ ਜਾਂਦੀਆਂ। ਸੋ ਆਈ ਥਿੰਕ we need to stress a little bit more on these kind of sources ਜਿਹੜੇ ਕਿ ਆਪਾਂ ਨੂੰ ਹੈਲਪ ਕਰਨ ਇੰਟਰਨੈਸ਼ਨਲ ਲੈਵਲ ਤੇ, ਤਾਂ ਕਿ ਜਦੋਂ ਕੋਈ ਫਿਊਚਰ ਚ ਸਕਾਲਰਸ ਬੱਚੇ ਜਿੱਦਾਂ ਵਿਦੇਸ਼ਾਂ ਚ ਹੈਗੇ ਆ, ਉਹ ਕਈ ਵਾਰੀ ਇਸ ਚੀਜ਼ ਤੇ ਉਹ ਖੁਦ ਏਦਾਂ ਹੋ ਜਾਂਦੇ ਆ ਕਿ ਮਤਲਬ ਉੱਥੇ ਏਦਾਂ ਲਿਖਿਆ ਹੋਇਆ, ਏਦਾਂ ਲਿਖਿਆ ਹੋਇਆ। ਵੀ ਹੈਵ ਲੋਟ ਆਫ ਟੂਲਸ ਐਟ ਆਰ ਡਿਸਪੋਜ਼ਲ। ਲੋੜ ਸਿਰਫ ਇਹ ਹੈਗੀ ਹੈ ਕਿ ਇਹਨੂੰ ਆਪਾਂ ਥੋੜਾ ਜਿਹਾ ਜ਼ਿਆਦਾ ਹੁਣ ਵੀ ਮੈਂ ਇੱਕ ਰਿਪੀਟ ਕਰਦਾ, ਜਦੋਂ ਕੁਝ ਵੀਕ ਪਹਿਲਾਂ ਮੈਂ ਦੱਸਿਆ ਗਿਆ ਪਾਕਿਸਤਾਨ ਜਿਹਦੇ ਬਾਰੇ ਉਹਨੇ ਮੈਨੂੰ ਵੈਸੇ ਵੈਬੀਨਾਰ ਵੇਲੇ ਕਿਹਾ ਸੀ ਕਿ ਔਰੰਗਜ਼ੇਬ ਐਂਡ ਗੁਰੂ ਤੇਗ ਬਹਾਦਰ ਜੀ ਬਾਰੇ ਵੈਬੀਨਾਰ ਕਰੋ, ਮੈਂ ਨਹੀਂ ਕੀਤਾ। ਉਹਦਾ ਕਾਰਨ ਇਹ ਹੈ ਕਿ ਮੈਂ ਕਿਹਾ ਵੀ ਜਦੋਂ ਆਪਾਂ ਨੂੰ ਪਤਾ ਹੈ ਕਿ ਤੁਹਾਡੇ ਇਤਿਹਾਸ 'ਚ ਚੀਜ਼ਾਂ ਉਲਟੀਆਂ ਲਿਖੀਆਂ ਹੋਈਆਂ, ਸਾਡੇ ਹੋਰ ਤਰ੍ਹਾਂ ਲਿਖੀਆਂ ਹੋਈਆਂ, ਆਪਾਂ ਇਹਨੂੰ ਹਾਲੇ ਨਹੀਂ ਟੈਕਲ ਕਰ ਸਕਦੇ। ਆਪਾਂ ਕਿਉਂ ਨਾ ਫੋਕਸ ਉਹਨਾਂ ਲੋਕਾਂ ਤੇ ਕਰੀਏ ਜਿਨ੍ਹਾਂ ਦੇ ਨਾਲ ਏਦਾਂ ਬਹੁਤ ਮੁਸਲਮਾਨ ਸਨ, ਏਦਾਂ ਹਿੰਦੂ ਸਨ, ਜਿਨ੍ਹਾਂ ਦੇ ਨਾਲ ਗੁਰੂ ਤੇਗ ਬਹਾਦਰ ਜੀ ਦੇ ਗੁੱਡ ਸੰਬੰਧ ਹਨ। ਜਿਹੜੀ ਹੁਣ ਆਪਾਂ ਨੂੰ ਸਰ ਅਤਰ ਭਦੌੜ ਵਾਲਿਆਂ ਦੀ ਜਿਹੜੀ ਸਾਖੀਆਂ ਹੈਗੀਆਂ, ਉਹ ਸਾਖੀ 'ਚ ਜਿਹੜੀ ਸਭ ਤੋਂ ਪਹਿਲੀ ਸਾਖੀ ਹੈਗੀ ਹੈ, ਉਹ ਪਹਿਲੀ ਸਾਖੀ ਹੈਗੀ ਹੈ ਸੈਫਾਬਾਦ। ਸੈਫਾਬਾਦ ਹੈਗਾ 4 ਮੀਲ ਈਸਟ ਪਟਿਆਲੇ ਤੋਂ। ਹੁਣ ਉਹਦਾ ਨਾਮ ਬਹਾਦਰਗੜ੍ਹ ਹੈ, ਜਿੱਥੇ ਕਿ ਪੱਕਾ ਫੋਰਟ ਹੈ, ਜਿਹਦੇ ਬਿਲਕੁਲ ਸਾਹਮਣੇ ਡਾਇਰੈਕਟਰੇਟ ਦੀ ਬਿਲਡਿੰਗ ਹੈ, ਮੈਡਮ ਤਜਿੰਦਰ ਢਿੱਲੋਂ ਜੀ ਉਹਨਾਂ ਦਾ, ਜਿੱਥੇ ਮੈਨੂੰ ਮੌਕਾ ਮਿਲਿਆ ਸੀ ਵੈਬੀਨਾਰ ਕਰਨ ਦਾ। ਉਸ ਜਗ੍ਹਾ ਦੀ ਗੱਲ ਹੈ ਕਿ ਉੱਥੇ ਜਾ ਕੇ ਜਿਹੜਾ ਇੱਕ ਪਠਾਨ ਸੀਗਾ, ਮੈਂ ਉਹਦੀ ਗੱਲ ਤਾਂ ਸੁਣਾਉਣ ਲੱਗਾ ਕਿ ਪੋਜ਼ਿਟਿਵ ਕਰੈਕਟਰਸ ਵੀ ਜਿਹੜੇ ਹੈਗੇ ਨੇ ਉਹ ਗੁਰੂ ਸਾਹਿਬ ਦੇ ਮੌਕੇ ਤੇ ਆਪਾਂ ਨੂੰ ਮਿਲ ਜਾਂਦੇ ਨੇ। ਸ਼ਰਾਫੂਦੀਨ, ਗੁਰੂ ਸਾਹਿਬ ਉਹਦੇ ਕੋਲ ਜਾ ਕੇ ਠਹਿਰੇ, ਤੇ ਜਦੋਂ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਲਿਖਿਆ ਹੋਇਆ ਕਿ ਅਰਾਈਵਿੰਗ ਦ ਗੇਟ Guru's eyes fell upon a mosque and Sharafuddin immediately said that was the house of God। ਮਤਲਬ ਜਿਹੜੀ ਮੌਸਕ ਹੈਗੀ ਹੈ, ਜਿਹੜੀ ਮਸਜਿਦ ਸੀ ਉਸ ਬਹਾਦਰਗੜ੍ਹ ਇਲਾਕੇ 'ਚ, ਜਿਹਦਾ ਹੁਣ ਨਾਮ ਬਹਾਦਰਗੜ੍ਹ ਹੈਗਾ, ਸ਼ਰਾਫੂਦੀਨ ਨੇ ਕਿਹਾ ਕਿ ਇਹ ਰੱਬ ਦਾ ਘਰ ਹੈਗਾ। ਉੱਥੇ ਕੋਈ ਗੁਰੂ ਸਾਹਿਬ ਉਹਨੂੰ ਕੋਈ ਓਬਜੈਕਸ਼ਨ ਨਹੀਂ ਕਰਦੇ। ਮਤਲਬ ਗੁਰੂ ਸਾਹਿਬ ਕੋਈ ਮੁਸਲਮਾਨਾਂ ਦੇ ਅਗੇਂਸਟ ਨਹੀਂ ਸਨ,
ਕੋਈ ਇਹੋ ਜਿਹੀ ਗੱਲ ਨਹੀਂ ਸੀ ਕਿ ਮਤਲਬ ਉਹ ਜਿਹੜਾ ਸ਼ਰਾਫੂਦੀਨ ਸੀ ਉਹਦੇ ਕੋਲ ਜਦੋਂ ਗੁਰੂ ਸਾਹਿਬ ਠਹਿਰੇ, ਗੁਰੂ ਸਾਹਿਬ ਦੇ ਨਾਲ ਉਹਨਾਂ ਦੀ ਵਾਈਫ ਵੀ ਸੀ, ਉਹਨਾਂ ਦੇ ਵਾਈਫ ਦੇ ਬ੍ਰਦਰ ਦਾ ਨਾਮ ਵੀ ਲਿਖਿਆ ਹੋਇਆ ਕਿਰਪਾਲ, ਉਹ ਵੀ ਨਾਲ ਸੀ। ਬਹੁਤ ਡਿਟੇਲਸ ਹੈਗੀਆਂ ਜਿਹੜੀਆਂ ਆਪਾਂ ਨੂੰ ਇਸ ਸਾਖੀਆਂ 'ਚ ਮਿਲ ਜਾਂਦੀਆਂ। ਖਾਸੀਅਤ ਮੈਨੂੰ ਇਹ ਲੱਗੀ ਕਿ ਜਦੋਂ ਗੁਰੂ ਸਾਹਿਬ ਜਾਣ ਲੱਗੇ ਇੱਥੋਂ ਪਟਿਆਲੇ ਕੋਲੋਂ, ਸ਼ਰਾਫੂਦੀਨ ਪ੍ਰੈਜ਼ੈਂਟਡ ਟੂ ਗੁਰੂ ਕੁਕਿੰਗ ਯੂਟੈਂਸਿਲਸ, ਮਤਲਬ ਭਾਂਡੇ ਦਿੱਤੇ, ਟੈਂਟ, ਕੈਮਲ ਐਂਡ ਸਪਲੈਂਡਿਡ ਹਾਰਸ, ਇੱਕ ਬਹੁਤ ਜ਼ਬਰਦਸਤ ਜਿਹੜਾ ਸੀ ਘੋੜਾ ਦਿੱਤਾ, ਐਂਡ ਕੈਰੀਏਜ ਫॉर ਹਿਸ ਲੇਡੀ, ਮਤਲਬ ਔਰਤ ਦੇ ਲਈ ਜਿਹੜਾ ਸੀ ਨਾਲ ਉਹ ਇੱਕ ਕੈਰੀਏਜ ਦਿੱਤਾ, ਕਹਿ ਲਓ ਵੀ ਜਿੱਦਾਂ ਬੱਗੀ ਵਾਂਗੂ ਉਹ ਦਿੱਤਾ, ਤੇ ਕਹਿ ਵੀ ਜਿੱਥੇ ਚਾਹਣ ਉਹ ਜਾ ਸਕਦੇ। ਤੇ ਉੱਥੋਂ ਬਾਅਦ ਗੁਰੂ ਸਾਹਿਬ ਸੀ ਜਿਹੜੇ ਉਹ ਕਾਂਸ਼ੀ ਗਏ, ਜਿਹੜਾ ਸੀ ਮਤਲਬ ਉੱਥੋਂ ਉਹਨਾਂ ਨੇ ਜਾ ਕੇ ਲੰਗ ਚਾਲਾ ਪਿੰਡ ਹੈਗਾ, ਜੋ ਮੈਨੂੰ ਯਾਦ ਆ ਰਿਹਾ ਕਿ ਨਾਰਥ ਵੈਸਟ ਹੈਗਾ ਪਟਿਆਲੇ ਦੇ, 2 ਪਿੰਡ ਹੈ ਲੰਗ ਤੇ ਚਾਲਾ, ਉੱਥੇ ਜਾ ਕੇ ਗੁਰੂ ਸਾਹਿਬ ਨੇ ਮੁੜ ਕੇ ਆਪਣਾ ਜਿਹੜਾ ਸੀ ਨੈਕਸਟ ਸਟਾਪ ਕੀਤਾ। ਮੈਂ ਤੁਹਾਨੂੰ ਹਿਸਟਰੀ 'ਚ ਜਿਹੜੇ ਕੁਝ ਪੁਆਇੰਟ ਸੁਣਾਏ ਆ। ਸੋ ਮੇਰਾ ਮਤਲਬ ਕਿ ਆਪਾਂ ਇਹਨਾਂ ਕਰੈਕਟਰ ਜਿਹੜੇ ਹੈਗੇ ਆ, ਇਹ ਪੋਜ਼ਿਟਿਵ ਕਰੈਕਟਰ ਹੈਗੇ। ਸ਼ਰਾਫੂਦੀਨ ਹੋਇਆ, ਇਦਾਂ ਹੀ ਜਿਹੜਾ ਆਪਾਂ ਹੁਣ ਰਾਜਾ ਰਾਮ ਸਿੰਘ ਦੀ ਗੱਲ ਕਰਕੇ ਹਟੇ ਆ, ਜਿਨ੍ਹਾਂ ਦੀ ਫੈਮਿਲੀ ਦਾ ਆਪਾਂ ਨੂੰ ਪਤਾ ਹੈ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਹੈ ਦਿੱਲੀ, ਇਸ ਜੈਪੁਰ ਫੈਮਿਲੀ ਦਾ, ਇਸ ਅੰਬਰ ਦੀ ਫੈਮਿਲੀ ਦਾ ਇਹ ਇਹਨਾਂ ਦਾ ਘਰ ਹੁੰਦਾ ਸੀ, ਜਿੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਪਾਤਸ਼ਾਹ ਆਏ ਸੀ ਤੇ ਮੁੜ ਕੇ ਉਹ ਗੁਰਦੁਆਰਾ ਬੰਗਲਾ ਸਾਹਿਬ ਬਣਾਇਆ ਗਿਆ। ਮਤਲਬ ਇਹ ਰਾਮ ਸਿੰਘ ਜਿਹੜਾ ਹਿੰਦੂ 'ਚ ਹੋ ਗਿਆ ਕਹਿ ਲਓ, ਇਹ ਸ਼ਰਾਫੂਦੀਨ ਮੁਸਲਿਮ 'ਚ ਹੋ ਗਿਆ। ਮਤਲਬ ਆਪਾਂ ਜਦੋਂ ਇੰਟਰਨੈਸ਼ਨਲ ਬਾਰਡਰਸ ਤੇ ਕੁਝ ਇਦਾਂ ਦੇ ਗੱਲ ਕਰੀਏ, ਵੀ ਨੀਡ ਟੂ ਫੋਕਸ ਔਨ ਦੋਜ਼ ਕਰੈਕਟਰਸ ਅਲੋਂਗ ਵਿਦ ਔਰੰਗਜ਼ੇਬ ਐਂਡ ਆਲ ਅਦਰ ਥਿੰਗਸ, ਤਾਂ ਕਿ ਆਪਾਂ ਇਹ ਨਾ ਕਰੀਏ ਕਿ ਆਪਾਂ ਵੀ ਆਰ ਫਾਈਟਿੰਗ ਨਾਓ ਆਲਸੋ ਬਿਟਵੀਨ ਸਿੱਖਸ ਐਂਡ ਮੁਸਲਿਮ। ਵਟ ਵੀ ਆਰ ਟ੍ਰਾਈਂਗ ਟੂ ਡੂ ਇਜ਼ ਕਿ ਜਿਹੜੀ ਹਿਸਟਰੀ 'ਚ ਸਾਡੇ ਨਾਲ, ਮੈਂ ਬਹੁਤ ਇਹ ਫੀਲ ਕਰਦਾ ਕਿ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਨਾਇਨਸਾਫੀ ਕੀਤੀ ਗਈ ਹੈ। ਬਾਰ-ਬਾਰ ਮੈਂ ਨੋਟ ਕਰਦਾ ਕਿ ਉਹੀ ਗੱਲਾਂ ਬਿਨਾਂ ਆਥੈਂਟਿਕ ਟ੍ਰਾਂਸਲੇਸ਼ਨ ਕਰਾਉਣ ਤੋਂ ਅੱਗੇ ਦੀ ਅੱਗੇ ਜਿਹੜੀਆਂ ਵਧਦੀਆਂ ਗਈਆਂ, ਉਹਨਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ। ਸੋ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਆਪਣਾ ਅੱਜ ਦਾ ਟੌਪਿਕ ਜਿਹੜਾ ਹੈਗਾ ਇੱਥੇ ਹੀ ਖਤਮ ਕਰਦਾ। ਇਹੋ ਜਿਹੀਆਂ ਗੱਲਾਂ ਕਰਦੇ ਆ, ਤੁਸੀਂ ਸਭ ਵਿਦਵਾਨ ਹੋ, ਗਲਤੀ ਦਾ ਬਹੁਤ ਸਕੋਪ ਹੁੰਦਾ, ਜਿੱਥੇ ਵੀ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਮੈਂ ਭੁੱਲ ਚੁੱਕ ਲਈ ਮਾਫੀ ਚਾਹੁੰਦਾ ਜੀ। ਡਾਕਟਰ ਸਾਹਿਬ, ਥੈਂਕ ਯੂ ਸੋ ਮਚ ਜੀ।